ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਬਾਲੀਵੁੱਡ ਤੜਕਾ ਪੰਜਾਬੀ। मैं हाँ ਤੁਹਾਡੇ ਨਾਲ नेहा मनहास ਤੇ ਸਾਡੇ ਖਾਸ ਪ੍ਰੋਗਰਾਮ ਤੜਕਾ ਟਾਕਸ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਔਰ ਅੱਜ ਜਿਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਮੈਂ ਕਰਵਾਉਣ ਜਾ ਰਹੀ ਹਾਂ, ਹਮੇਸ਼ਾ ਬੇਬਾਕੀ ਨਾਲ ਆਪਣੀ ਹਰ ਗੱਲ ਰੱਖਦੇ ਨੇ ਔਰ ਹਮੇਸ਼ਾ ਆਪਣੇ ਗੀਤਾਂ ਦੇ ਵਿੱਚੋਂ ਸੱਚਾਈ ਲੈ ਕੇ ਆਉਂਦੇ ਨੇ। ਮੇਰੇ ਨਾਲ ਹੈ ਜੱਸੀ ਜਸਰਾਜ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੱਸੀ ਜੀ। हाँ जी, सत श्री अकाल जी नेहा जी ते जगबाणी ते पंजाब केसरी दा ये प्रोग्राम देख रहे सारे श्रोतिਆਂ ਨੂੰ ਪਿਆਰ ਭਰੀ ਨਿੱਘੀ ਸਤਿ श्री अकाल। ਉਮੀਦ ਕਰਦੇ ਹਾਂ ਬਿਲਕੁਲ ਸਹੀ ਸਲਾਮਤ ਹੋਵੋਗੇ ਤੁਸੀਂ। ਚੜ੍ਹਦੀ ਕਲਾ ਜੀ ਹਮੇਸ਼ਾ ਹੀ ਪਰਮਾਤਮਾ ਨੇ ਇੱਕੋ ਚੀਜ਼ ਦਿੱਤੀ ਹੈ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਕਿ ਹਮੇਸ਼ਾ ਚੜ੍ਹਦੀ ਕਲਾ ਚ ਰਹੋ। ਕਦੀ ਵੀ ਦੁੱਖ ਸੁੱਖ ਕਿਸੇ ਵੀ ਕਿਸਮ ਦੀ ਆਫਤ ਆਵੇ ਹੌਸਲਾ ਨਹੀਂ ਡਿੱਗਣਾ ਚਾਹੀਦਾ ਜੀ। ਜੈਸੇ ਜੀ ਇੱਕਦਮ ਮੈਂ ਫਰੇਮ ਥੋੜਾ ਜਿਹਾ ਕਹੂੰਗੀ, ਤੁਸੀਂ ਥੋੜਾ ਜਿਹਾ ਤੁਹਾਡਾ ਹੈਡਰੂਮ ਕੱਟ ਰਿਹਾ ਹੈ। मैं अपनी गलबात जी अगे वधावां उस तो पहले मैं चाहूँगी, हाँ बिल्कुल हुण परफेक्ट है। ठीक है जी जी। सो नेशनल विलेजर 2 जो है वो हुण रिलीज़ होने वाली है और मैनूं लगदा लगभग 8 साल बाद जिहड़ी है नेशनल विलेजर 2 आ रही है। और असीं इसदे पोस्टर्स देखे, पोस्टर्स विच बहुत कुछ लिखिया है। तुहाडे दो रूप एक पासे दिख रहे हैं और एक पोस्टर दे असीं देखिया होया कि इंसान दा तराजू लैके अखां ते पट्टी बने जिहड़ी औरत खड़ी है ਉਹਦੇ ਵਿੱਚ ਲਿਖਿਆ ਨਾ ਇਹਦੇ ਨਾ ਉਹਦੇ, ਬਸ ਸੱਚ ਦੇ ਪੱਖ ਵਿੱਚ ਬੋਲੀਏ। ਗੁਰੂਆਂ ਪੀਰਾਂ ਦੇ ਪੰਜਾਬ ਲਈ ਕਦੀ ਤਾਂ ਤੇਰਾ ਤੇਰਾ ਬੋਲੀਏ। ਸੋ जानना चाहांगे कि इस बार नैशनल विलेजर 2 ਦੇ ਵਿੱਚ ਸਾਨੂੰ ਕੀ ਦੇਖਣ ਨੂੰ ਮਿਲੇਗਾ। ਦੇਖੋ ਮੈਮ, ਨੈਸ਼ਨਲ ਵਿਲੇਜਰ 1 ਸੀ ਜਿਹੜਾ 2012 ਦੇ ਵਿੱਚ 13 ਅਪ੍ਰੈਲ ਵਿਸਾਖੀ ਵਾਲੇ ਦਿਨ ਰਿਲੀਜ਼ ਹੋਇਆ ਸੀਗਾ ਤੇ ਉਦੋਂ ਦਾ ਉਹ ਸਭ ਤੋਂ ਵੱਡਾ ਗਾਣਾ ਸੀ। ਤਕਰੀਬਨ 9 ਮਿੰਟ ਪਲੱਸ ਗਾਣਾ ਸੀ ਤੇ ਉਦੋਂ ਕੋਈ ਨੈਟ ਵੀ ਐਡਾ ਕੋਈ ਫਾਸਟ ਨਹੀਂ ਸੀ ਹੁੰਦਾ ਤੇ ਬਟ ਫਿਰ ਵੀ ਵਰਲਡ ਵਾਈਡ ਉਸ ਗਾਣੇ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ ਬਿਕੋਜ਼ ਪੀਪਲ ਲਾਈਕ ਦਾ ਲਿਰਿਕਲ ਕੰਟੈਂਟ, ਪੀਪਲ ਲਾਈਕ ਦਾ ਕਨਸੈਪਟ। ਤਾਂ ਇੱਕ ਉਦੋਂ ਸਾਡੇ ਲਈ ਟੀਮ ਲਈ ਚੈਲੰਜ ਸੀਗਾ ਤੇ ਵੀ ਪ੍ਰੂਵਡ ਇਟ ਐਂਡ ਵਿਦ ਦ ਗ੍ਰੇਸ ਆਫ ਗੋਡ ਦ ਇੰਟੈਲੈਕਚੁਅਲ ਰਾਈਟਿੰਗ ਇਟ ਵਾਜ਼ ਵੈਲਕਮਡ ਬਾय ਦ ਆਡੀਅੰਸ ਐਂਡ ਦਿਸ ਟਾਈਮ ਆਲਸੋ ਵੀ ਆਰ ਵੈਰੀ ਹੋਪਫੁਲ ਕਿ ਉਦੋਂ 2012 ਚ ਮੈਂ ਕੋਈ ਸਿਆਸਤ ਦੇ ਵਿੱਚ ਵੀ ਨਹੀਂ ਸੀ ਤੇ 2012 ਤੋਂ ਬਾਅਦ 2013 ਬਿੱਕਰ ਬਾਈ ਸੈਂਟੀਮੈਂਟਲ ਆਉਂਦੀ ਹੈ। 2012 ਚ ਹੀ ਨੈਸ਼ਨਲ ਵਿਲੇਜਰ ਤੋਂ ਵੱਡਾ ਗੀਤ ਆਇਆ ਸੀਗਾ ਤੇਜ਼ਾਬ 1984। ਜੇ 10 ਮਿੰਟ ਦਾ ਨੈਸ਼ਨਲ ਵਿਲੇਜਰ ਸੀ ਤਾਂ 17 ਮਿੰਟ ਦਾ ਤੇਜ਼ਾਬ 1984 ਸੀ ਤੇ ਉਹ ਵੀ ਲੋਕਾਂ ਨੇ ਬਹੁਤ ਪਸੰਦ ਕੀਤਾ। ਤੇਜ਼ਾਬ 1984 ਦੇਖਣ ਤੋਂ ਬਾਅਦ ਮੈਨੂੰ ਬਿੱਕਰ ਬਾਈ ਸੈਂਟੀਮੈਂਟਲ, ਸਾਡੇ ਪ੍ਰੋਡਿਊਸਰ ਸੰਦੀਪ ਬੰਸਲ ਜੀ, ਸਰਦਾਰ ਬਲਜਿੰਦਰ ਸਿੰਘ ਜੀ ਮਹੰਤ ਤੇ SP ਸਿੰਘ ਜੀ, ਇਹਨਾਂ ਲੋਕਾਂ ਨੇ ਮੇਰੇ 'ਚ ਵਿਸ਼ਵਾਸ ਜਤਾਇਆ। ਪ੍ਰੀਤੀ ਜੰਗਿਆਨੀ, ਸ਼ਾਹਬਾਜ਼ ਖਾਨ ਲੈ ਕੇ ਬਿੱਕਰ ਬਾਈ ਪਾਵੇ ਵਾਲਾ ਦਿਖਾਇਆ ਤੇ ਉਹ ਵੀ ਸਾਡੀ ਫਿਲਮ ਹਿੱਟ ਰਹੀ ਹੈ। ਉਸ ਤੋਂ ਬਾਅਦ ਮੈਂ ਸਿਆਸਤ 'ਚ ਆਇਆ। 14, 15, 16, 17, 18 ਤੱਕ ਕੋਈ ਗਾਣਾ ਨਹੀਂ, ਸਿਰਫ 2 ਗਾਣੇ ਆਮ ਆਦਮੀ ਪਾਰਟੀ ਲਈ ਆਏ। ਉਹ ਵੀ ਮੈਂ ਦਰਸ਼ਕਾਂ ਨੂੰ ਜ਼ਰੂਰ ਕਹੂੰਗਾ ਕਿ ਇਨਕਲਾਬ ਤੇ ਇਨਕਲਾਬ 2 ਉਹ ਵੀ ਜ਼ਰੂਰ ਸੁਣਿਓ। ਕੇਜਰੀਵਾਲ ਨੂੰ ਬਣਾਉਣ ਵਾਲੇ 2 ਗਾਣੇ ਨੇ। ਜਿੱਥੇ ਵੀ ਕੇਜਰੀਵਾਲ ਸਾਹਿਬ ਦਾ ਕਾਫਲਾ ਗਿਆ ਪੂਰੇ ਇੰਡੀਆ ਦੇ ਵਿੱਚ ਤਾਂ ਉੱਥੇ ਉਹ ਗਾਣਾ ਤਰਜੀਹ ਤੇ ਚਲਾਇਆ ਜਾਂਦਾ ਸੀ। ਯੂ ਮਸਟ ਲਿਸਨ ਟੂ ਦੈਟ ਟੂ। ਫਿਰ ਉਸ ਤੋਂ ਬਾਅਦ ਹੁਣ ਜਿਹੜਾ 2019 ਚ ਅਸੀਂ ਫਾਈਟਰ ਗਾਣਾ ਕੀਤਾ ਸੀ ਤੇ ਫਾਈਟਰ ਗਾਣੇ ਦੇ ਵਿੱਚ ਅਸੀਂ ਜਿਹੜੇ ਡੀਮੋਟੀਵੇਟਿਡ, ਡਿਪਰੈਸਡ ਲੋਕ ਜਿਹੜੇ ਕਦੀ ਫੇਲ ਹੋ ਜਾਂਦੇ ਆ, ਜਿਹੜੇ ਢੇਰੀ ਢਾਕੇ ਬਹਿ ਜਾਂਦੇ ਆ ਜਾਂ ਕੋਈ ਖੁਦਕੁਸ਼ੀ ਦਾ ਰਾਹ ਚੁਣਦੇ ਆ ਜਾਂ ਕੋਈ ਫੇਸਬੁੱਕ ਤੋਂ ਲਾਈਵ ਹੋ ਕੇ ਕੋਈ ਕਹਿੰਦਾ ਮੈਂ ਗੋਲੀ ਮਾਰ ਲੈਣੀ, ਕੋਈ ਮਾਰ ਵੀ ਲੈਂਦੇ ਆ, ਕਈ ਕਿਸੇ ਕੁੜੀ ਪਿੱਛੇ ਆਪਣੇ ਆਪ ਨੂੰ ਬਰਬਾਦ ਕਰ ਲੈਂਦੇ ਆ, ਉਹਨਾਂ ਸਭ ਨੂੰ ਇੱਕ ਗਿਫਟ ਦਿੱਤਾ ਸੀਗਾ 15 ਮਿੰਟ ਦਾ। ਫਾਈਟਰ ਗਾਣਾ ਸਾਡਾ 15 ਮਿੰਟ ਦਾ ਸੀ। ਅਫਸੋਸ ਕਿ ਸਾਡੇ ਕੋਲ ਉਦੋਂ ਪੈਸੇ ਨਹੀਂ ਸੀ ਕਿ ਅਸੀਂ ਉਹਦਾ ਵੀਡੀਓ ਬਣਾ ਪਾਉਂਦੇ, ਨਹੀਂ ਤਾਂ ਮੈਂ ਵੀਡੀਓ ਦੇ ਜ਼ਰੀਏ ਬਹੁਤ ਜਿਹੜੀ ਆਪਣੀ ਅੰਦਰ ਦੀ ਸੋਚ ਹੈ ਉਹਨੂੰ ਪ੍ਰੈਜ਼ੈਂਟ ਕਰਨਾ ਚਾਹੁੰਦਾ ਸੀ, ਨਹੀਂ ਕਰ ਪਾਇਆ, ਪਰ ਅੱਗੇ ਕਰਾਂਗੇ ਜ਼ਰੂਰ। ਸੋ 2020 ਦੇ ਵਿੱਚ ਨੈਸ਼ਨਲ ਵਿਲੇਜਰ 2 ਆ ਰਿਹਾ। ਆਈ ਹੋਪ ਜਿਵੇਂ ਨੈਸ਼ਨਲ ਵਿਲੇਜਰ 1 ਨੂੰ ਪਸੰਦ ਕੀਤਾ ਸੀ ਲੋਕਾਂ ਨੇ, ਕਿਉਂਕਿ ਉਦੋਂ ਵੀ ਇੱਕ ਚੈਲੰਜ ਸੀਗਾ ਜੀ। ਉਦੋਂ ਵੀ ਕੋਈ ਆਪਣੇ ਆਪ ਨੂੰ ਸੁਪਰਸਟਾਰ ਸਟੇਟਸ ਤੇ ਮੰਨੀ ਬੈਠਾ ਸੀਗਾ ਤੇ ਉਹ ਕਹਿੰਦਾ ਸੀ ਮੈਨੂੰ ਕੋਈ ਹੱਥ ਹੀ ਨਹੀਂ ਲਾ ਸਕਦਾ ਤੇ ਕਲਮ ਕਿਸੇ ਦੀ ਗੁਲਾਮ ਨਹੀਂ ਹੁੰਦੀ। ਸੋ 2020 ਦੇ ਵਿੱਚ ਵੀ ਯੂ ਵਿਲ ਸੀ ਦੈਟ ਇੱਕ ਫੌਜੀ ਹੈ, ਇੰਡੀਆ ਪਾਕਿਸਤਾਨ ਦਾ ਬਾਰਡਰ ਹੈ, ਇੱਕ ਪਾਸੇ ਪਾਕਿਸਤਾਨੀ ਫੌਜੀ ਹੈ, ਇੱਕ ਪਾਸੇ ਸਾਡਾ ਇੰਡੀਆ ਦਾ ਫੌਜੀ ਹੈ। ਉਹ ਦੋਨੋਂ ਬਾਰਡਰ ਤੇ ਖੜੇ ਹੈ ਜੀ ਤੇ ਦੁੱਖ ਦੋਨਾਂ ਨੂੰ ਹੈਗਾ ਕਿ ਯਾਰ ਅਸੀਂ ਕਦੀ ਇੱਕ ਹੁੰਦੇ ਸੀ। ਜੇ ਤੁਸੀਂ ਦੂਜਾ ਪੋਸਟਰ ਦੇਖੋ ਜਿਹਦੇ 'ਚ ਫੌਜੀ ਵੀ ਹੈ ਤੇ ਦੂਜੇ ਪਾਸੇ ਪਾਵੇ ਵਾਲਾ ਪਾਕਿਸਤਾਨ ਦੇ ਝੰਡੇ ਥੱਲੇ ਬਿੱਕਰ ਬਾਈ ਵੀ ਦੇਖ ਸਕਦੇ ਹੋ। ਉਹਦੇ 'ਚ ਲਿਖਿਆ ਹੋਇਆ ਇੱਕੋ ਮਾਂ ਦੇ ਜਾਏ ਮਾਂ ਲਤਾੜ ਕੇ ਵੈਰੀ ਹੋ ਗਏ ਜੀ। ਇੰਡੀਆ ਪਾਕਿਸਤਾਨ ਇੱਕੋ ਮਾਂ ਦੇ ਜਾਏ ਨੇ ਬਿਲਕੁਲ ਤੇ ਪੋਲੀਟੀਕਲ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਜਿਨ੍ਹਾਂ ਨੇ ਵੰਡਿਆ ਦੇਸ਼ ਨੂੰ ਉਹ ਦੋਨੋਂ ਜਣੇ
ਰਾਜ ਕਰ ਗਏ, ਦੋਨੋਂ ਫੈਮਿਲੀਜ਼ ਰਾਜ ਕਰ ਗਈਆਂ, ਵੰਡੇ ਗਏ ਲੋਕ, ਕਤਲੋਗਾਰਤ 10 ਲੱਖ ਤੋਂ ਵੱਧ ਲੋਕਾਂ ਦੀ ਹੋਈ, ਤਾਂ ਆਮ ਲੋਕਾਂ, ਗਰੀਬ ਲੋਕਾਂ ਦੀ, ਘਰੋਂ ਬੇਘਰ ਉਜੜੇ ਲੋਕ, ਇੱਜ਼ਤਾਂ ਲੁੱਟੀਆਂ ਗਈਆਂ ਲੋਕਾਂ ਦੀਆਂ ਤਾਂ ਆਮ ਲੋਕਾਂ ਦੀਆਂ, ਤੇ ਜਿਹੜੇ ਵੱਡੇ ਲੋਕ ਸੀ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਸੋ ਉਹ ਦੋਨਾਂ ਦੀ ਗੁਫ਼ਤਗੂ ਹੋ ਰਹੀ ਹੈ। ਅੱਜ ਉਹ ਦੋਨੋਂ ਜਣੇ ਆਪਣੇ ਆਪਣੇ ਦੇਸ਼ ਦੇ ਬਾਰਡਰ ਤੇ ਆਪਣੇ ਆਪਣੇ ਦੇਸ਼ ਦਾ ਓਨਰ ਬਚਾਉਣ ਲਈ ਖੜੇ ਹੈ, ਤੇ ਉੱਥੇ ਉਹ ਗੁਫ਼ਤਗੂ ਤੋਂ ਕੀ ਗੱਲ ਸ਼ੁਰੂ ਹੁੰਦੀ ਹੈ ਤੇ ਗੁਫ਼ਤਗੂ ਤੋਂ ਬਾਅਦ ਉਹ ਗੱਲ ਕਿੱਥੇ ਜਾ ਕੇ ਮੁੱਕਦੀ ਹੈ, ਉਹ ਨੈਸ਼ਨਲ ਵਿਲੇਜਰ ਜੀ। ਇਸ ਤੋਂ ਪਹਿਲੇ ਮੈਂ ਆਪਣਾ ਅਗਲਾ ਸਵਾਲ ਪੁੱਛਾਂ, ਮੈਂ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੂੰਗੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ, ਤੁਸੀਂ ਜੱਸੀ ਜੀ ਤੋਂ ਕੋਈ ਵੀ ਸਵਾਲ ਕਰਨਾ ਹੈ, ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਆਪਣਾ ਜਿਹੜਾ ਸਵਾਲ ਹੈ, ਕਿਉਂਕਿ ਲਾਈਵ ਚੱਲ ਰਿਹਾ, ਤੁਸੀਂ ਆਪਣਾ ਸਵਾਲ ਜਿਹੜਾ ਰੱਖ ਸਕਦੇ ਹੋ। ਮੈਂ ਜ਼ਰੂਰ ਜੱਸੀ ਜੀ ਤੋਂ ਜਿਹੜਾ ਸਵਾਲ ਪੁੱਛੂੰਗੀ। ਤੇ ਇੱਕ ਚੀਜ਼ ਹੋਰ ਹੈ ਜੱਸੀ ਜੀ, ਪੋਸਟਰ ਦੇ ਵਿੱਚ ਮੂਸਾ ਲਿਖਿਆ ਹੋਇਆ ਹੈ, ਉਹਦਾ ਕੀ ਮਤਲਬ ਹੈ? ਦੇਖੋ, ਇਹ ਸਾਡੇ ਕਰੈਕਟਰ ਦਾ ਨਾਮ ਹੈ, ਜਿਹੜਾ ਬਹੁਤ ਆਪਣੇ ਜਿਹਨੂੰ ਕਹਿੰਦੇ ਆ ਵੀ ਆਪਣੇ ਇਨ ਟਰਮਸ ਆਫ ਐਰੋਗੈਂਸ, ਇਨ ਟਰਮਸ ਆਫ ਘਮੰਡ, ਉਹਨੂੰ ਬਹੁਤ ਮਾਣ ਹੈ ਆਪਣੇ ਆਪ ਤੇ ਜ਼ਰੂਰਤ ਤੋਂ ਜ਼ਿਆਦਾ ਮਾਣ ਹੈ। ਤੇ ਉਹ ਕਿਸੇ ਨੂੰ ਵੀ, ਚਾਹੇ ਕੋਈ ਫੌਜੀ ਹੈ, ਚਾਹੇ ਕੋਈ ਹੋਰ ਹੈ, ਚਾਹੇ ਕੋਈ IPS ਅਫਸਰ ਹੈ, ਚਾਹੇ ਕੋਈ ਸੁਪਰਿੰਟੈਂਡੈਂਟ ਆਫ ਪੁਲਿਸ, ਉਹ ਕਿਸੇ ਨੂੰ ਕੁਝ ਨਹੀਂ ਸਮਝਦਾ, ਉਹ ਕਹਿੰਦਾ ਮੈਂ ਹੀ ਮੈਂ ਆ। ਤੇ ਉਹ ਕਰੈਕਟਰ ਕਿੱਦਾਂ ਅੱਗੇ ਫੇਸ ਕਰਦਾ ਹੈ ਹਾਲਾਤਾਂ ਨੂੰ ਸਾਡੀ ਫਿਲਮ ਦੇ ਵਿੱਚ, ਉਹ ਸਭ ਤੁਹਾਨੂੰ ਦੇਖਣ ਨੂੰ ਮਿਲੂ। ਜੈਸੀ ਜੀ, ਪਰ ਜਦੋਂ ਤੁਸੀਂ ਆਪਣੇ ਪੋਸਟਰ ਅਪਲੋਡ ਕੀਤੇ, ਤੁਸੀਂ ਲਾਈਵ ਆਏ, ਕਾਫੀ ਟਾਈਮ ਬਾਅਦ ਤੁਸੀਂ ਲਾਈਵ ਆਏ ਸੀ, ਔਰ ਕਮੈਂਟਸ ਵਿੱਚ ਲੋਕਾਂ ਦਾ ਇਹ ਕਹਿਣਾ ਸੀ ਕਿ ਜਿੰਨੇ ਵੀ ਫੇਮ ਲੈਣੀ ਹੁੰਦੀ ਹੈ ਉਹ ਸਿੱਧੂ ਮੂਸੇਵਾਲਾ ਦਾ ਨਾਮ ਯੂਜ਼ ਕਰਦਾ ਜਾਂ ਫਿਰ ਮੂਸਾ ਪਿੰਡ ਦਾ ਜਿਹੜਾ ਹੈ ਨਾਮ ਲੈ ਲੈਂਦਾ ਹੈ। ਕਿ ਵਾਕਈ ਜੱਸੀ ਜਸਰਾਜ ਦਾ ਮੰਤਵ ਜੋ ਹੈ ਫੇਮ ਲੈਣਾ ਹੈ, ਜਾਂ ਵਾਕਈ ਉਹਨਾਂ ਨੇ ਆਪਣੇ ਇਸ ਗਾਣੇ ਦੇ ਵਿੱਚ ਸੱਚੀਆਂ ਗੱਲਾਂ ਜਿਹੜੀਆਂ ਬੋਲੀਆਂ? ਮੈਡਮ, ਜਿਹਦਾ ਤੁਸੀਂ ਨਾਂ ਲੈਂਦੇ ਹੋ 2012 ਚ, ਇਹ ਜੀ ਸੋਚ ਕੇ ਦੇਖਿਓ ਵੀ ਕਿੰਨੇ ਸਾਲ ਦਾ ਹੋਊਗਾ, ਹੈ ਨਾ। ਤੇ 2000 ਦੇ ਵਿੱਚ ਜਦੋਂ ਪਹਿਲਾ ਗਾਣਾ ਸਾਡਾ ਸੁਪਰ ਡੂਪਰ ਹਿੱਟ ਹੋਇਆ ਸੀ, MTV ਤੋਂ ਸ਼ੁਰੂਆਤ ਹੋਈ ਸੀ 2.5 ਲੱਖ ਦੀ, ਉਹ 2.5 ਲੱਖ ਦੀ ਉਹ ਵੀਰਾ ਕੌਡੀ ਦਾ, ਉਹ ਵੀਰਾ ਕੌਡੀ ਦਾ, ਤੇ ਭਾਬੀ ਸਾਡੀ 2.5 ਲੱਖ ਦੀ। ਅੱਜ ਤੱਕ ਵੀ ਵਿਆਹਾਂ 'ਚ ਚੱਲਦਾ ਜੀ, ਮਾਣ ਨਹੀਂ ਕਰੀਦਾ ਕਦੀ ਜੀ। ਵੀ ਉਹ ਸੋਚੋ ਇਹਦੀ ਏਜ ਕਿੰਨੀ ਹੋਊਗੀ ਅੱਜ ਤੋਂ 20 ਸਾਲ ਪਹਿਲਾਂ। ਤੋਂ ਅਸੀਂ ਇਹ ਵਿਚਾਰਾ ਸਾਨੂੰ ਕੋਈ ਕੀ ਫੇਮ ਦਊਗਾ ਮੈਡਮ? ਜਿਹੜੇ ਬੰਦੇ ਜਿਗਰਾ ਰੱਖਦੇ ਆ, ਅਸੀਂ ਅਗਰ ਬਠਿੰਡੇ ਦੇ ਵਿੱਚ ਮਨਪ੍ਰੀਤ ਬਾਦਲ ਤੇ ਹਰਸਿਮਰਤ ਬਾਦਲ ਦੇ ਵਿਰੁੱਧ ਇੱਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੁਣ ਕੇ ਸਾਨੂੰ ਭੇਜਦਾ, ਜੱਸੀ ਉੱਥੇ ਤੂੰ ਲੜਨਾ, ਤੇ ਲੜ ਕੇ ਆਉਨੇ ਆ। ਕੋਈ ਬੇਈਮਾਨੀ ਦਾ ਦਾਗ ਨਹੀਂ, ਕੋਈ ਗੱਦਾਰੀ ਦਾ ਦਾਗ ਨਹੀਂ। ਤੋ ਇਹ ਸਾਨੂੰ ਕੋਈ ਵੀ, ਇਹ ਵਿਚਾਰੇ ਲੰਡੀ ਪੂਚੀ ਵਿਚਾਰੇ ਕੀ ਫੇਮ ਦੇਣਗੇ ਮੈਡਮ? ਦਾਤਾ ਨੇ ਫੇਮ ਦੇਣੀ ਹੁੰਦੀ, ਉਹਨੇ ਬਥੇਰੀ ਦਿੱਤੀ ਹੈ। ਜਦੋਂ ਇਹ ਦੁੱਧ ਚੁੰਗਦੇ ਸੀ ਉਦੋਂ ਦਾ ਫੇਮ ਮਿਲਿਆ ਹੋਇਆ, ਮਾਣ ਕੋਈ ਨਹੀਂ। ਤੁਸੀਂ ਬਿਲਕੁਲ ਇਸ ਚੀਜ਼ ਤੋਂ ਫਿਰ ਇਨਕਾਰ ਕਰਦੇ ਹੋ ਕਿ ਇਹ ਚੀਜ਼ ਜੋ ਤੁਸੀਂ ਚਾਹੇ ਜਿਹੜਾ ਹੁਣ ਤੁਸੀਂ ਨੈਸ਼ਨਲ ਵਿਲੇਜਰ 2 ਲੈ ਕੇ ਆਏ ਹੋ, ਉਸ ਦੇ ਪੋਸਟਰ ਵਿੱਚ ਮੂਸਾ ਜਿਹੜਾ ਹੈ ਮੈਂਸ਼ਨ ਕੀਤਾ ਹੈ, ਉਹ ਕਿਸੇ ਫੇਮ ਦੇ ਲਈ ਨਹੀਂ ਹੈ? ਜੋ ਤੁਹਾਨੂੰ ਫੀਲ ਹੋ ਰਿਹਾ ਇਸ ਵੇਲੇ, ਜਾਂ ਫਿਰ ਤੁਸੀਂ ਚਿੰਤਤ ਹੋ ਬਿਲਕੁਲ ਕਿ ਪੰਜਾਬੀ ਇੰਡਸਟਰੀ ਵਿੱਚ ਕੀ ਚੱਲ ਰਿਹਾ, ਪੰਜਾਬ ਵਿੱਚ ਕੀ ਚੱਲ ਰਿਹਾ, ਉਸ ਨੂੰ ਲੈ ਕੇ ਇਹ ਚੀਜ਼ਾਂ ਨੇ? ਮੈਡਮ, MLA ਦੀਆਂ ਸੀਟਾਂ ਨੂੰ ਲੱਤ ਮਾਰੀ ਹੈ ਜੀ। ਇੱਥੇ ਲੋਕ ਲੇਲੜੀਆਂ ਕੱਢਦੇ ਨੇ, ਪੈਸੇ ਚੱਕੀ ਫਿਰਦੇ ਨੇ, ਕਰੋੜਾਂ ਰੁਪਏ ਦੇ ਕੇ ਲੋਕ ਕਹਿੰਦੇ ਸੀਟ ਦੇ ਦਿਓ, ਉਹ ਬੂਟ ਪਾਲਿਸ਼ ਕਰਦੇ ਆ, ਤਲੂਏ ਚੱਟਦੇ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀ ਬਖਸ਼ੀ ਹੈ ਜੀ। ਆ ਜਿਹੜਾ ਸਿਰ ਤੇ ਆ ਤਾਜ ਹੈ ਨਾ ਜੀ ਮੈਡਮ, ਇਹ ਕਿਸੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੋਂ ਘੱਟ ਨਹੀਂ। ਜਦੋਂ ਤੁਰੀਦਾ ਅਣਖ ਨਾਲ ਤੁਰੀਦਾ, ਚਾਹੇ ਰੋਟੀਆਂ 2 ਨੂਣ ਨਾ ਖਾ ਲਈਏ, ਆਪਣਾ ਅੰਦਰ ਦਾ ਓਨਰ ਨਹੀਂ ਗਵਾਇਆ ਕਦੀ। ਸੋ ਜਿਹੜਾ ਕੋਈ ਤੁਸੀਂ ਕਹਿ ਰਹੇ ਹੋ, ਜਦੋਂ ਫਿਲਮ ਦੇਖੋਗੇ ਸਾਡੀ, ਇਹ ਲੋਕੀ ਦੇਖੋ 2 ਘੰਟੇ 2.5 ਘੰਟੇ ਦੀ ਫਿਲਮ ਦੇਖ ਕੇ ਆਉਂਦੇ ਸਿਨੇਮਾ ਹਾਲ 'ਚ, ਕਿੰਨੇ ਪੈਸੇ ਲੱਗਦੇ ਆ, ਰਾਈਟ? ਇਹ ਸਾਡੀ ਤੁਸੀਂ ਛੋਟੀ ਜਿਹੀ ਕੋਸ਼ਿਸ਼ ਦੇਖਿਓ, ਤੁਹਾਨੂੰ ਵੱਡੀ ਤੋਂ ਵੱਡੀ ਕਿਸੇ ਫਿਲਮ ਤੋਂ ਘੱਟ ਲੱਗੇ, ਉਹ ਤੋਂ ਬਾਅਦ ਡਿਸਾਈਡ ਕਰਿਓ ਕਿ ਮੂਸਾ ਕੌਣ ਹੈ, ਮੂਸਾ ਜਾਇਜ਼ ਹੈ ਕਿ ਨਜਾਇਜ਼ ਹੈ। ਉਸ ਤੋਂ ਬਾਅਦ ਪਤਾ ਲੱਗੂਗਾ। ਹਲੇ ਆਪਾਂ ਇਹਨੂੰ ਦੇਖੋ, ਮੈਂ ਤੁਸੀਂ ਲੋਕ ਸਾਰੇ ਸੁਹਿਰਦ ਹੋ, ਮੈਂ ਤਾਂ ਸਾਰੇ ਪੱਤਰਕਾਰਾਂ ਨੂੰ, ਜਿੰਨੇ ਵੀ ਕੋਈ ਪੰਜਾਬ ਦੇ ਚਿੰਤਕ ਨੇ, ਉਹਨਾਂ ਸਾਰਿਆਂ ਨੂੰ ਕਹਿਣਾ ਕਿ ਕਮ ਔਨ, ਇਹਨੂੰ ਇੱਕ ਵਾਰੀ ਦੇਖਿਓ ਜ਼ਰੂਰ, ਔਰ ਅੱਛੇ ਕ੍ਰਿਟਿਕਸ ਬਣ ਕੇ। ਮੈਨੂੰ ਬਖਸ਼ਣਾ ਨਹੀਂ, ਅਗਰ ਮੈਂ ਗਲਤ ਹੋਇਆ ਤਾਂ ਮੇਰੇ ਵਿਰੁੱਧ ਐਸੇ ਸ਼ਬਦ ਲਿਖਣੇ ਨੇ ਕਿ ਮੇਰੇ ਵਰਗਾ ਕੋਈ ਦੁਬਾਰਾ ਹਿਮਾਕਤ ਨਾ ਕਰੇ, ਇਹੋ ਜੀ ਗੱਲ ਕਹਿਣ ਦੀ ਮੈਂ ਪੱਤਰਕਾਰਾਂ ਨੂੰ ਕਹਿ ਰਿਹਾ, ਠੀਕ ਹੈ? ਕੋਈ ਬੰਦਾ ਕਦੀ ਵੀ ਲਾਈਵ ਨਹੀਂ ਲੈਂਦਾ ਆਡੀਅנס ਨੂੰ। ਜ਼ਿਆਦਾਤਰ ਲੋਕ ਭੱਜਦੇ ਆ ਵੀ ਰਹਿਣ ਦਿਓ ਜੀ, ਮੇਰੇ ਤੋਂ ਮਿੱਠੇ ਮਿੱਠੇ ਸਵਾਲ ਪੁੱਛ ਲਿਓ। ਉਰੇ ਤਾਂ ਕਈ ਪ੍ਰਧਾਨ ਮੰਤਰੀ ਨੇ, ਉਹ ਪਹਿਲਾਂ
ਕਾਇਦਾ ਫੜਾਉਂਦੇ ਨੇ ਲੋਕਾਂ ਨੂੰ ਵੀ ਮੇਰੇ ਤੋਂ ਆਹ ਸਵਾਲ ਪੁੱਛੋ, ਮੈਂ ਅੰਬ ਕਿਹੜੇ ਪ੍ਰਕਾਰ ਦੇ ਚੂਪਣੇ ਪਸੰਦ ਕਰਦਾ। ਤੇ ਮੈਡਮ ਅਸੀਂ ਉਹਨਾਂ ਚੋਂ ਨਹੀਂ, ਅਸੀਂ ਕਹਿੰਦੇ ਆ ਕਮ ਔਨ ਫੇਸ ਦ ਡਿਬੇਟ। ਇਫ ਸਮਬਡੀ ਆਸਕਸ ਅ ਕੁਐਸਚਨ you should have the guts and the appropriate replies to reply to those questions and never run away from any field। ਜੈਸੇ ਜੀ ਪਰ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ, ਤੁਸੀਂ ਲੋਕਾਂ ਦੀ ਭਲਾਈ ਦੇ ਲਈ ਇਹ ਚੀਜ਼ ਜਿਹੜੀ ਹੈ ਲੈ ਕੇ ਆ ਰਹੇ ਹੋ, ਕਿਉਂਕਿ ਤੁਸੀਂ ਚਿੰਤਤ ਹੋ, ਤੁਹਾਨੂੰ ਲੱਗਦਾ ਹੈ ਕਿ ਜਿਹੜੀ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਮੈਂ ਤੁਹਾਡਾ ਇੱਕ ਲਾਈਵ ਦੇਖ ਰਹੀ ਸੀ ਜਾਂ ਕਿਸੇ ਇੰਟਰਵਿਊ ਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ ਕਿ ਮੈਂ ਇੰਨੇ ਟਾਈਮ ਤੋਂ ਚੁੱਪ ਸੀ, ਮੈਂ ਦੇਖ ਰਿਹਾ ਸੀ ਕਿ ਕੋਈ ਤਾਂ ਬੋਲੇਗਾ ਜੋ ਚੀਜ਼ਾਂ ਪਿਛਲੇ 3 ਸਾਲ ਤੋਂ ਪੰਜਾਬ ਦੇ ਵਿੱਚ ਹੋ ਰਹੀਆਂ ਜਾਂ ਇੰਡਸਟਰੀ ਦੇ ਵਿੱਚ ਹੋ ਰਹੀਆਂ, ਪਰ ਨਹੀਂ ਕੋਈ ਬੋਲਿਆ ਤੇ ਮੈਨੂੰ ਹਾਰ ਕੇ ਜਿਹੜਾ ਹੈ ਬੋਲਣਾ ਪਿਆ। ਜਾਂ ਜੋ ਚੀਜ਼ ਮੈਂ ਹੁਣ ਲੈ ਕੇ ਆ ਰਿਹਾ ਇੰਟਰਨੈਸ਼ਨਲ ਵਿਲੇਜਰ 2, ਉਹ ਮੈਨੂੰ ਇਸ ਚੀਜ਼ ਦੇ ਮਜਬੂਰੀ ਦੇ ਵਿੱਚ ਲੈ ਕੇ ਆਣੀ ਪਈ। ਤੇ ਤੁਹਾਨੂੰ ਲੱਗਦਾ ਨਹੀਂ ਕਿ ਜੇਕਰ ਤੁਸੀਂ ਪੰਜਾਬ ਦੀ ਭਲਾਈ ਦੇ ਲਈ, ਪੰਜਾਬੀ ਲੋਕਾਂ ਦੀ ਭਲਾਈ ਦੇ ਲਈ ਕੁਝ ਕਰ ਰਹੇ ਹੋ ਤੇ ਥੱਲੇ ਤੁਹਾਨੂੰ ਲੋਕੀ ਤੁਹਾਡੇ ਲਈ ਹੀ ਨੈਗੇਟਿਵ ਬੋਲ ਰਹੇ ਹੈ? ਕੀ ਰੀਜ਼ਨ ਹੈ ਤੁਹਾਨੂੰ, ਕੀ ਰੀਜ਼ਨ ਲੱਗਦਾ ਕਿ ਲੋਕੀ ਤੁਹਾਨੂੰ ਥੱਲੇ ਨੈਗੇਟਿਵ ਕਮੈਂਟ ਜੋ ਕਰਦੇ ਹੈ, ਤੁਹਾਨੂੰ ਇੰਟੈਂਸ਼ਨ ਜਿਹੜੀ ਹੈ ਅਟੈਂਸ਼ਨ ਸੀਕਰ ਕਹਿੰਦੇ ਆ? ਕੋਈ ਗੱਲ ਨਹੀਂ ਮੈਡਮ, ਇਹ ਪਤਾ ਕੀ ਹੁੰਦਾ ਜੀ, बात उन्हीं की होती है जिनमें कुछ बात होती है। ਤੇ ਜੇ ਕੋਈ ਨੈਗੇਟਿਵ ਕਮੈਂਟ ਕਰਦਾ ਤਾਂ ਉਹਦੇ ਨਾਲ ਕੀ ਫਰਕ ਪੈਂਦਾ ਮੈਡਮ? ਅੱਜ ਕੱਲ ਤਾਂ ਆਪਣੇ ਸਗੇ ਮਾਂ-ਬਾਪ ਦੀ ਨਹੀਂ ਸੁਣਦੇ ਜਵਾਕ। ਉਹ ਦੇ ਸੇ ਇਟਸ ਮਾਈ ਲਾਈਫ, ਇਟਸ ਮਾਈ ਲਾਈਫ। ਉਹ ਕਹਿੰਦੇ ਮੇਰੀ ਜ਼ਿੰਦਗੀ ਆ ਬਾਪੂ, ਤੂੰ ਮੇਰੇ ਲਈ ਕੀ ਕੀਤਾ, ਬੇਬੇ ਤੂੰ ਮੇਰੇ ਲਈ ਕੀ ਕੀਤਾ। ਸੋ ਜਿਹੜੇ ਲੋਕ ਆਪਣੇ ਮਾਂ-ਬਾਪ ਦੀ ਨਹੀਂ ਸੁਣਦੇ ਉਹ ਮੇਰੀ ਕੀ ਸੁਣਨਗੇ? ਐਂਡ ਇਫ ਦੇ ਅਬਿਊਜ਼ ਔਰ ਇਫ ਦੇ ਸੇ ਐਨੀਥਿੰਗ ਨੈਗੇਟਿਵ ਅਬਾਊਟ ਮੀ ਔਰ ਮਾਈ ਕੰਟੈਂਟ, ਸੋ ਮੈਨੂੰ ਕੋਈ ਫਰਕ ਨਹੀਂ ਪੈਂਦਾ। I really welcome them। ਮੈਂ ਉਹਨਾਂ ਨੂੰ ਇਹੀ ਕਹਿਣਾ, ਤੁਹਾਡੇ ਲਈ ਵੀ ਦੁਆ ਆ ਕਿ ਪ੍ਰਮਾਤਮਾ ਚੜ੍ਹਦੀ ਕਲਾ ਦੇਵੇ, ਕਦੀ ਇੱਥੇ ਮਸਤਕ 'ਚ ਰੋਸ਼ਨੀ ਜ਼ਰੂਰ ਕਰੇ ਤੁਹਾਡੇ। ਹੁੰਦੀ ਹੈ ਮੈਡਮ, ਕਿਸੇ ਨੂੰ ਦੇਰ ਕਿਸੇ ਨੂੰ ਸਵੇਰ। ਪਰ ਜਸੀ, ਤੁਹਾਨੂੰ ਲੱਗਦਾ ਨਹੀਂ ਕਿ ਸ਼ੁਰੂ ਵਿੱਚ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਵੀ ਜ਼ੰਜੀਰ ਵਰਗੇ ਗਾਣੇ ਗਾਏ ਹੈ, ਜਾਂ ਫਿਰ ਅਸੀਂ ਚੰਡੀਗੜ੍ਹ ਰੱਖਿਆ, ਫਲੈਟ ਗੋਰੀਏ ਜਿੱਥੇ ਰਹਿੰਦੀ ਹੈ ਮੰਡੀਰ ਨਿੱਤ ਟੈਟ ਗੋਰੀਏ, ਉਹੋ ਜਿਹੇ ਗੀਤ ਗਾਏ ਹੈ। ਫਿਰ ਮੁੜ ਕੇ ਤੁਹਾਨੂੰ ਲੱਗਿਆ ਕਿ ਹਾਂ ਮੈਨੂੰ ਜੋ ਸਾਡੇ ਪੰਜਾਬ ਦੇ ਲੋਕਾਂ ਦੇ ਭਲਾਈ ਦੇ ਜੋ ਗੀਤ ਹੈ ਉਹਨਾਂ ਨੂੰ ਸਿੱਧੇ ਰਾਹ ਅਸੀਂ ਪਾਉਣਾ, ਸੇਧ ਦੇਣੀ ਹੈ, ਫਿਰ ਤੁਸੀਂ ਉਹ ਗੀਤ ਗਾਉਣੇ ਸ਼ੁਰੂ ਕੀਤੇ। ਕਰਨ ਜੱਸੀ ਤੋਂ ਤੁਸੀਂ ਜਸਰਾਜ ਜਿਹੜੇ ਹੈ ਨਾ ਫਿਰ ਆਪਣਾ ਨਾਮ ਚੇਂਜ ਕਰ ਲਿਆ। ਪਰ ਤੁਹਾਨੂੰ ਲੱਗਦਾ ਨਹੀਂ ਕਿ ਨਾਮ ਚੇਂਜ ਕਰਨ ਦੇ ਨਾਲ ਜੋ ਤੁਸੀਂ ਕੰਮ ਪਹਿਲੇ ਕਰ ਚੁੱਕੇ ਹੋ ਉਹ ਕਦੀ ਨਹੀਂ ਹਟਣਗੇ, ਕਦੀ ਨਹੀਂ ਮਿਟਣਗੇ? ਜਿਸ ਤਰ੍ਹਾਂ ਹੁਣ ਤੁਸੀਂ ਅਗਰ ਕਿਸੇ ਨੂੰ ਟਾਰਗੇਟ ਕਰ ਰਹੇ ਹੋ, ਚਾਹੇ ਉਹ ਸਿੱਧੂ ਮੂਸੇਵਾਲਾ, ਚਾਹੇ ਉਹ ਆਰਟਿਸਟ ਨੇ ਜੋ ਪੰਜਾਬ ਨੂੰ ਸਿੱਧੇ ਰਾਹ ਨਹੀਂ ਪਾ ਰਹੇ, ਕੀ ਪਤਾ 2-3 ਸਾਲ ਬਾਅਦ ਉਹ ਵੀ ਤੁਹਾਡੇ ਰਾਹ ਤੇ, ਜਦੋਂ ਤੁਸੀਂ ਮੁੜ ਕੇ ਜਿਸ ਰਾਹ ਤੇ ਤੁਰ ਪਏ ਉਸੇ ਰਾਹ ਤੇ ਤੁਰ ਪੈਣ। ਤੇ ਵਧੀਆ ਗੱਲ ਹੈ ਨਾ ਮੈਡਮ। ਇਫ ਸਮਬਡੀ ਫੋਲੋਜ਼ ਅਸ ਐਂਡ ਇਫ ਦੇ ਚੇਂਜ देयर ਵੇਜ਼ ਆਫ ਡੂਇੰਗ ਥਿੰਗਸ, ਇਟ ਮੀਨਸ ਵੀ ਸਟਾਰਟਡ ਇਟ। ਐਂਦਾ ਲੋਕੀ ਕਹਿਣਗੇ ਸਰਦਾਰ ਬੰਦਾ ਸਿੰਘ ਬਹਾਦਰ ਜੀ ਵੀ ਪਹਿਲਾਂ ਡਾਕੇ ਮਾਰਦੇ ਸੀ, ਬਟ देयर ਕਮਸ ਅ ਟਰਾਂਸਫਾਰਮੇਸ਼ਨ। ਸਭ 'ਚ ਬਦਲਾਅ ਆਉਂਦਾ ਤੇ ਆਉਣਾ ਵੀ ਚਾਹੀਦਾ। ਇਟ ਕਮਸ ਵਿਦ ਟਾਈਮ, ਇਟ ਕਮਸ ਵਿਦ ਏਜ, ਇਟ ਕਮਸ ਵਿਦ ਐਕਸਪੀਰੀਅੰਸ। ਐਂਡ ਮੋਰ ਓਵਰ ਜਿਹੜਾ ਤੁਸੀਂ ਚੰਡੀਗੜ੍ਹ ਰੱਖਿਆ ਫਲੈਟ ਦੀ ਗੱਲ ਕੀਤੀ ਹੈ ਮੈਡਮ, ਜਿਹੜਾ ਯੂਥ ਹੈ ਨਾ, ਦੇਖੋ ਉਹਨੂੰ ਸਹਿੰਦਾ ਆਪਣੀ ਉਮਰ ਦਾ ਇੱਕ ਐਂਟਰਟੇਨਮੈਂਟ ਚਾਹੀਦਾ ਹੁੰਦਾ। ਜਿਵੇਂ ਗੁਰਦਾਸ ਮਾਨ ਨੇ ਗਾਇਆ ਵੀ ਜਦ ਜੋ ਬਣਦੀ ਹੀਰੋ ਤੇ ਆਵੇ, ਮੁੰਡਾ ਕੁੜੀ ਨੂੰ ਸੈਨ ਤਾਂ ਮਾਰੇ, ਆਜਾ ਹੁਸਨ ਦੀਏ ਸਰਕਾਰੇ। ਗਾਇਆ ਕਿ ਨਹੀਂ ਗਾਇਆ? ਤਾਂ ਉਹ ਉਸ ਟਾਈਮ ਤੇ ਉਹ ਗੁਰਦਾਸ ਮਾਨ ਦੀ ਏਜ ਸੀ ਤੇ ਉਹਨਾਂ ਨੇ ਗਾਇਆ। ਤੇ ਨਾਲੇ ਜਦ ਤੱਕ ਤੁਸੀਂ ਜੋ ਆਡੀਅנס, ਜਿਹੜਾ ਦੇਖੋ ਆਪਾਂ ਸੁਧਾਰਨਾ ਕਿਹਨੂੰ, ਮਿਊਜ਼ਿਕ ਜ਼ਿਆਦਾਤਰ ਸੁਣਨਾ ਕਿਹਨੇ ਹੈ? ਉਹ ਹੈਗਾ ਯੂਥ। ਜਦੋਂ ਬੰਦਾ 50 ਟੱਪ ਜਾਂਦਾ, ਹੌਲੀ ਹੌਲੀ ਗੁਰੂ ਘਰ ਗੁਰਬਾਣੀ ਵੱਲ ਜਾਣਾ ਸ਼ੁਰੂ ਹੋ ਜਾਂਦਾ ਤੇ ਵਿਆਹਾਂ ਸ਼ਾਦੀਆਂ ਤੇ ਉਦੋਂ ਹੀ ਕੋਈ ਤੱਤੇ ਗੀਤ ਸੁਣਦਾ, ਰਾਈਟ? ਵੀ ਇੱਕ ਜਗ੍ਹਾ ਤੇ ਇੱਕ ਤੁਹਾਡੇ ਦੇਖੋ ਸਾਡੇ ਚ ਦੋ, ਹਰ ਬੰਦੇ ਚ ਇੱਕ ਯੈਸ ਤੇ ਨੋ ਇਹ ਚੱਲਦਾ ਰਹਿੰਦਾ। ਜਿਵੇਂ ਚੰਡੀਗੜ੍ਹ ਰੱਖਿਆ ਫਲੈਟ ਹੈ, ਮੈਨੂੰ ਲੱਗਦਾ ਯਾਰ ਮੈਂ ਯੂਥ ਨੂੰ ਆਪਣੇ ਤੋਂ ਦੂਰ ਕਰ ਲਿਆ ਵੀ ਕੱਲੀਆਂ ਮੱਤਾਂ ਦੇਣ ਨਾਲ ਤੁਸੀਂ ਬਾਬੇ ਬਣ ਜਾਂਦੇ ਹੋ ਤੇ ਤੁਹਾਨੂੰ ਸਿਆਣਾ ਜਾਂ ਸਮਝਣ ਲੱਗ ਪੈਂਦੇ ਆ ਲੋਕ ਜਾਂ ਯੂਥ। ਜਦ ਤੱਕ ਤੁਸੀਂ ਕੁਝ ਉਹਨਾਂ ਦੀ ਪਸੰਦ ਦਾ ਦੇਈ ਜਾਓਗੇ ਲੋਕਾਂ ਨੂੰ, ਦੇ ਕਮ ਟੂ ਯੂ। ਐਂਡ ਅਗਰ ਤੁਸੀਂ, ਤੁਹਾਡਾ ਬਜ਼ੁਰਗ ਵੀ ਆ ਕੋਈ ਘਰੇ, ਅਗਰ ਉਹ ਸਿਰਫ ਤੁਹਾਨੂੰ ਬੁਲਾ ਕੇ ਕਹਿਣ ਲੱਗ ਜੇ ਪੁੱਤ ਆਹ ਸੁਣ, ਮੈਂ ਤੈਨੂੰ ਦੱਸਦਾ ਏਦਾਂ ਹੋਇਆ ਸੀ, ਓਦਾਂ ਹੋਇਆ ਸੀ, ਉਹ ਕਹਿੰਦਾ ਬਾਪੂ ਬਸ ਕਰ ਯਾਰ, ਉਹ 2 ਮਿੰਟ ਸੁਣੂਗਾ, ਉਹ ਕਹੂਗਾ ਬਾਪੂ ਨੇ ਫੇਰ ਬੁਲਾ ਲਿਆ, ਹੁਣ ਫੇਰ ਲੰਬਾ ਸਾਰਾ ਲੈਕਚਰ ਦਊਗਾ। ਉਹਦੇ ਚ ਕੀ ਹੈ, ਉਹ ਬੱਚੇ ਦੇ ਵਿੱਚ ਤੇ ਉਸ ਬੰਦੇ ਦੇ ਵਿੱਚ ਦੂਰੀ ਪੈ ਜਾਂਦੀ ਹੈ। The youth starts running away from you, and if you want to come near to the youth, ਤਾਂ ਤੁਹਾਨੂੰ ਉਹਨਾਂ ਦੇ ਪਸੰਦ ਦੀ ਗੱਲ ਕਹਿਣੀ ਪਊਗੀ। ਚੰਡੀਗੜ੍ਹ ਰੱਖਿਆ ਫਲੈਟ ਜਾਂ ਹੋਰ ਜੋ ਵੀ ਅੱਜ ਕੱਲ ਥੋੜਾ ਬਹੁਤਾ ਕਿਸੇ ਤੱਕ ਹੱਦ ਤੱਕ ਦੁਨੀਆ ਗਾਉਂਦੀ ਆ, ਉਹ ਤੁਹਾਨੂੰ ਕਹਿਣੀ ਪਊਗੀ ਕਿਉਂਕਿ ਉਹ ਉਦਾਂ ਦਾ ਮਿਊਜ਼ਿਕ ਸੁਣਦੇ ਆ। ਬਟ ਜਦੋਂ ਕਿਤੇ ਅਤੀ ਹੋ ਜੂਗੀ, ਜਦੋਂ ਇਹ ਹਰ ਚੀਜ਼ ਦੀ ਇੱਕ ਲਿਮਿਟ ਹੈ, ਰਾਈਟ? ਜਦੋਂ ਕਿਤੇ ਅਤੀ ਹੋ ਜੂਗੀ ਤਾਂ somebody has to speak ਵੀ ਆਹ ਤਾਂ ਗਲਤ ਹੋ ਗਿਆ, ਆਹ ਤਾਂ ਬਹੁਤ ਜ਼ਿਆਦਾ ਗਲਤ ਹੋ ਗਿਆ।
ਤਾਂ ਹੁਣ ਜਿਹੜਾ ਚੱਲਦਾ ਪਿਆ ਤੁਹਾਨੂੰ ਪਤਾ ਹੀ ਹੈ, ਹਥਿਆਰ ਗੰਡਾਸੇ ਤੇ ਰੱਖ ਕੇ ਰੋਟੀ ਖਾਣ ਤੋਂ ਘੱਟ ਤਾਂ ਕੋਈ ਗੱਲ ਹੀ ਨਹੀਂ ਕਰਦਾ। ਕੋਈ ਕਹਿੰਦਾ ਮੈਂ 47 ਚਲਾਉਣਾ, ਕੋਈ ਤਾਂ ਚਲਾਈ ਵੀ ਜਾਂਦੇ ਅਸਲ 'ਚ ਤੇ ਬਾਅਦ 'ਚ ਟੌਏ ਗਨ ਬਣਾ ਦਿੰਦੇ ਆ। ਤੇ ਕਈ ਗੱਲਾਂ ਜਿਹੜੀਆਂ ਐਸੀਆਂ ਹੈਗੀਆਂ ਮੈਡਮ, ਉਹ ਯੂਥ ਨੂੰ ਗਲਤ ਪਾਸੇ ਲੈ ਕੇ ਜਾਂਦੀਆਂ ਨੇ, ਤੇ ਉੱਥੇ ਜਾ ਕੇ ਕਿਸੇ ਨਾ ਕਿਸੇ ਨੂੰ ਬੋਲਣਾ ਪਊਗਾ ਵੀ ਕਮ ਔਨ, ਡੋਂਟ ਕ੍ਰਾਸ ਦਾ ਲਿਮਿਟ, देयर इज अ लिमिट ऑलवेज। ਜੱਸੀ ਜੀ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਜੋ ਗਾਣੇ ਹੈ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਗਲਤ ਰਾਹ ਤੇ ਲੈ ਕੇ ਜਾਂਦੇ ਆ, ਬਹੁਤ ਸਾਰੇ ਬੁੱਧੀਜੀਵ ਅਜਿਹੇ ਹੈ ਕਿ ਟਾਈਮ ਤੇ ਜਿਹੜੀ ਹੈ ਆਵਾਜ਼ ਚੱਕਦੇ ਆ। ਹੁਣ ਤੇ ਬਹੁਤ ਸਾਰੇ ਆਰਟਿਸਟ ਦੇ ਕੇਸਿਸ ਵੀ ਹੋਣ ਲੱਗ ਪਏ ਕਿ ਤੁਸੀਂ ਹਥਿਆਰਾਂ ਤੇ ਜਿਹੜੇ ਗੀਤ ਨਹੀਂ ਗਾਉਣੇ ਜਾਂ ਲੱਚਰ ਗਾਇਕੀ ਨਹੀਂ ਕਰਨੀ ਹੈ। ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਉਹ ਇਦਾਂ ਦੇ ਗੀਤ ਗਾਉਂਦੇ, ਉਹਨਾਂ ਨੂੰ ਬਣਾਉਣ ਵਾਲੇ ਵੀ ਤਾਂ ਲੋਕ ਹੀ ਹੈ। ਮੈਡਮ ਮੈਂ ਤਾਂ ਬਰਾਬਰ ਦਾ, ਅਗਰ ਤੁਸੀਂ ਪੁਰਾਣੀ ਇੰਟਰਵਿਊ ਕੋਈ ਮੇਰੀ ਸੁਣੀ ਆ, ਮੈਂ ਉਹਦੇ ਵਿੱਚ ਕਿਹਾ ਆ ਵੀ ਡੋਂਟ ਓਨਲੀ ਬਲੇਮ ਦਾ ਆਰਟਿਸਟ, ਤੁਹਾਡਾ ਆਪਣਾ ਕਸੂਰ ਵੀ ਹੈ ਯਾਰ। ਤੁਸੀਂ ਦੇਖੋ, ਜਦੋਂ ਤੁਸੀਂ ਕ੍ਰਿਕਟ ਨੂੰ ਇੰਨੇ ਸਪਾਂਸਰ ਦੋਗੇ, ਕ੍ਰਿਕਟ ਦੇ ਕੱਲੇ ਸਟਾਰ, ਜਿਹੜਾ ਵਿਚਾਰਾ ਐਕਸਟਰਾ 'ਚ ਵੀ ਬੈਠਿਆ ਹੁੰਦਾ ਨਾ ਕ੍ਰਿਕਟ ਦਾ, ਜਿਹੜਾ ਖੇਡਦਾ ਵੀ ਨਹੀਂ ਮੈਦਾਨ 'ਚ, ਉਹ ਵੀ ਬੰਦਾ ਇੱਕ ਹਾਕੀ ਦੇ ਕੈਪਟਨ ਤੇ ਪੂਰੀ ਟੀਮ ਨਾਲੋਂ ਜ਼ਿਆਦਾ ਪੈਸਾ ਕਮਾ ਜਾਂਦਾ। ਜਿਹੜਾ ਐਕਸਟਰਾ 'ਚ ਬੈਠਿਆ ਹੁੰਦਾ, ਜਿਹੜਾ ਬੱਲੇ ਨੂੰ ਹੱਥ ਨਹੀਂ ਲਾਉਂਦਾ, ਬਾਲ ਨਹੀਂ ਹੱਥ ਨਹੀਂ ਲਾਉਂਦਾ, ਸਿਰਫ ਵਿਚਾਰਾ ਨਾ ਜਦੋਂ ਪਲੇਅਰ ਜਿਹੜਾ ਬੈਟਿੰਗ ਕਰਦਾ ਜਦੋਂ ਥੱਕ ਜਾਂਦਾ ਪਾਣੀ ਦੀ ਬੋਤਲ ਦੇਣ ਆਉਂਦਾ, ਉਹ ਬੰਦਾ ਵੀ ਮੈਡਮ ਹਾਕੀ ਦੇ ਪੂਰੀ ਟੀਮ ਤੋਂ ਜ਼ਿਆਦਾ ਪੈਸੇ ਕਮਾਉਂਦਾ। ਤੇ ਨੈਸ਼ਨਲ ਗੇਮ ਸਾਡੇ ਦੇਸ਼ ਦੀ ਹਾਕੀ ਹੈ, ਤੇ ਜਦੋਂ ਉਹ ਖੂੰਜੇ ਲੱਗ ਕੇ ਹਾਕੀ ਲਾਈ ਰੱਖੋਗੇ, ਇੱਕ ਚੀਜ਼ ਨੂੰ ਪ੍ਰਮੋਟ ਕਰੀ ਜਾਓਗੇ ਜਿਹੜੇ ਗੋਰੇ ਖੇਡਦੇ ਆ, ਤੇ ਉਹ ਚੀਜ਼ ਨੂੰ ਮੈਡਮ ਸਾਡੀ ਆਪਣੀ ਨੈਸ਼ਨਲ ਗੇਮ ਮਰਦੀ ਆ। ਸਾਡੇ ਲੋਕਾਂ ਦਾ ਆਪਣਾ ਜਿਹੜਾ ਪੰਜਾਬ ਪਿੱਛੇ ਕਿਉਂ ਰਹਿ ਗਿਆ? 골ਡ ਮੈਡਲ ਸਭ ਤੋਂ ਜ਼ਿਆਦਾ ਪੰਜਾਬ ਲੈ ਕੇ ਆਇਆ, ਸਾਡੀ ਇੰਡੀਅਨ ਟੀਮ ਲੈ ਕੇ ਆਈ 올림픽ਸ ਦੇ ਵਿੱਚ। ਵੇਅਰ ਇਜ਼ ਦਾ 골ਡ ਮੈਡਲ ਨਾਓ? ਵਾਈ ਹਾਕੀ ਇਜ਼ ਨਾਟ ਫਲਰਿਸ਼ਿੰਗ ਲਾਈਕ ਬਿਫੋਰ? ਬਿਕੋਜ਼ ਉਹ ਲੇਮ ਲੰਗੜੀ ਕਰ ਦਿੱਤੀ ਗਈ। ਕਦੀ KPS ਗਿੱਲ ਵਰਗਿਆਂ ਦੇ ਘਮੰਡ 'ਚ ਰੁਲ ਗਈ, ਤੇ ਕਦੀ ਕਿਸੇ ਹੋਰ ਵਜ੍ਹਾ ਕਰਕੇ ਰੁਲ ਗਈ। ਉਵੇਂ ਹੀ ਜਿਹੜੀ ਚੰਗੀ ਗਾਇਕੀ ਹੈ ਮੈਡਮ, ਜਦ ਉਹਨੂੰ ਕੋਈ ਲੋਕ ਪੈਸੇ ਦੇਣਗੇ ਹੀ ਨਹੀਂ, ਚੰਗੇ ਗਾਇਕਾਂ ਨੂੰ ਉਹ ਰੋਜੀ ਰੋਟੀ ਤੋਂ ਵੀ ਮੁਹਤਾਜ ਕਰ ਦੇਣਗੇ, ਤਾਂ ਵਾਈ ਡੂ ਐਕਸਪੈਕਟ? ਵੇ ਇਹ ਸਮਾਜ ਐਕਸਪੈਕਟ ਕਿਉਂ ਕਰਦਾ ਕਿ ਕਲਾਕਾਰ ਚੰਗਾ ਗਾਉਣ? ਇਹ ਸਮਾਜ ਬਰਾਬਰ ਦਾ ਦੋਸ਼ੀ ਹੈ, ਇਕੱਲੇ ਕਲਾਕਾਰ ਨਹੀਂ। ਪਰ ਯੈਸ, ਕਲਾਕਾਰਾਂ ਨੂੰ ਕਿਤੇ ਨਾ ਕਿਤੇ ਆਪਣੇ ਆਪ ਤੇ ਲਗਾਮ ਲਗਾਉਣੀ ਪਊਗੀ, ਦੈਟ ਯੂ ਹੈਵ ਟੂ measure the limits, that ਕਿਹੜੀਆਂ ਲਿਮਿਟਸ ਜ਼ਿਆਦਾ ਕ੍ਰਾਸ ਕਰ ਰਹੇ ਆ। ਪਰ ਜਿਸ ਤਰ੍ਹਾਂ ਤੁਸੀਂ ਹੈ ਨਾ ਕਿਹਾ ਕਿ ਜੋ ਲੋਕੀ ਜ਼ਿਆਦਾ ਦੇਖਦੇ ਹੈ, ਓਬਵੀਅਸਲੀ ਉਹੀ ਚੀਜ਼ ਚੱਲਦੀ ਹੈ, ਔਰ ਉਹੀ ਚੀਜ਼ ਨੂੰ ਹਰ ਕੋਈ ਜਿਹੜਾ ਹੈ ਪਸੰਦ ਕਰਦਾ ਹੈ। ਫਿਰ ਵਧੋ-ਵਧੀ ਜਿਹੜੇ ਬੰਦੇ ਬਣਾ ਰਹੇ ਹੁੰਦੇ ਚੀਜ਼ਾਂ, ਉਹਨਾਂ ਨੂੰ ਹੋਰ ਬਣਾਉਣੀਆਂ ਪੈਂਦੀਆਂ ਕਿ ਸਾਡੀ ਤਾਂ ਰੋਜ਼ੀ ਰੋਟੀ ਇੱਥੋਂ ਚੱਲਣੀ ਹੈ। ਬਹੁਤ ਸਾਰੇ ਜਿਹੜੇ ਆਰਟਿਸਟ ਹੈ ਰੋਂਦੇ ਇਸ ਚੀਜ਼ ਨੂੰ ਕਿ ਸਾਨੂੰ ਕਮਰਸ਼ੀਅਲ ਮਜਬੂਰੀ ਦੇ ਨਾਲ ਕਰਨਾ ਪੈਂਦਾ, ਕਿਉਂਕਿ ਲੋਕੀ ਉਹ ਸੁਣਦੇ ਹੈ। ਤੁਸੀਂ ਵੀ ਸਟਾਰਟਿੰਗ ਵਿੱਚ ਕਮਰਸ਼ੀਅਲ ਸ਼ੁਰੂ ਕੀਤਾ, ਬਟ ਤੁਸੀਂ ਫਿਰ ਮੁੜ ਕੇ ਆਪਣਾ ਜਿਹੜਾ ਟਰੈਕ ਚੇਂਜ ਕਰ ਲਿਆ। ਕਮਰਸ਼ੀਅਲ ਗਾਣੇ ਗਾਉਣੇ ਬੰਦ ਕਰਨ ਤੋਂ ਬਾਅਦ ਤੁਹਾਨੂੰ ਕਿੰਨਾ ਨੁਕਸਾਨ ਹੋਇਆ ਜੱਸੀ ਜੀ? ਬਹੁਤ ਨੁਕਸਾਨ ਹੋਇਆ ਜੀ, ਅੱਜ ਤੱਕ ਨੁਕਸਾਨ ਹੋ ਰਿਹਾ। ਉਹਦੇ ਨਾਲ ਕੀ ਹੈ, ਤੁਹਾਨੂੰ ਦੇਖੋ ਜਿਹੜੇ ਵਿਆਹਾਂ ਦੇ ਸ਼ੋਅ ਮਿਲਨੇ ਆ, ਉਹ ਬੰਦਾ ਕਹਿੰਦਾ ਬਾਈ ਕਿਹੜਾ ਤੱਤੇ ਲਾਉਂਦਾ ਤੇ ਕਿਹੜਾ ਹਥਿਆਰਾਂ ਵਾਲੇ ਗੀਤ ਗਾਉਂਦਾ ਹੈ ਨਾ। ਪਹਿਲਾਂ ਮਾਪਦੰਡ ਹੀ ਲੋਕਾਂ ਦਾ ਇਹ ਬਣ ਗਿਆ, ਤੇ ਵੀ ਦਾਰੂ ਤੇ ਹਥਿਆਰ ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਬਸ, ਤਾਂ ਹੀ ਉਹ ਬੰਦੇ ਨੂੰ ਵਿਆਹ ਤੇ ਪ੍ਰੋਗਰਾਮ ਮਿਲੇ। ਹੁਣ ਤੇਜ਼ਾਬ 1984 ਅਸੀਂ ਕੀਤਾ, 17 ਮਿੰਟ ਦਾ ਗੀਤ, ਲੋਕੀ ਰੋਏ। ਯੂਥ ਜਿਹੜਾ ਸੀਗਾ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਸਾਡੇ ਨਾਲ ਇੰਨਾ ਕੁਝ ਮਾੜਾ ਵਾਪਰਿਆ ਯਾਰ। ਤੇ even not only the Sikhs, even the Hindus, Christians, Muslims, Jain, Bodhi, Parsis, each community commented positively that oh my God, we never knew that this has happened. ਵੀ ਇਹ ਚੀਜ਼ ਇੱਥੇ ਹੋਈ ਹੈ। ਤੇ ਮੈਡਮ ਉਹ ਚੀਜ਼ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ, ਤੇ ਪਿੱਛੋਂ ਮਿਲਦਾ ਕੀ ਹੈ? ਸ਼ਾਬਾਸ਼ ਬੇਟੇ, ਬਹੁਤ ਅੱਛਾ ਕੰਮ ਕੀਤਾ। ਗੁਰਦੁਆਰੇ 'ਚ ਬੁਲਾ ਕੇ ਸਰੋਪਾ ਪਾ ਦੇਣਗੇ। ਉਹ ਬਾਈ ਕੱਲਾ ਸੋਨਾ ਗੁਰਦੁਆਰਿਆਂ ਦੇ ਗੁੰਬਤਾਂ ਤੇ ਨਹੀਂ ਲਾਉਣਾ ਆਪਾਂ ਨੇ, ਮੰਦਿਰਾਂ ਤੇ ਨਹੀਂ ਲਾਉਣਾ। ਉੱਥੇ ਪੁਜਾਰੀ ਬਾਦ ਬੈਠਾ, ਉਹ ਪੁਜਾਰੀ ਸੱਚ ਨੂੰ ਸੱਚ ਕਹਿਣ ਨਹੀਂ ਦਿੰਦਾ, ਰੱਬ ਦਾ ਡਰ ਦਿਖਾ ਕੇ ਲੋਕਾਂ ਨੂੰ ਲੁੱਟਦਾ ਵੀ ਹੈ। ਨਾਟ ਐਵਰੀ ਪੁਜਾਰੀ, ਬਟ ਯੈਸ ਮੋਸਟ ਆਫ them। ਸੋ ਬਾਈ ਜੀ, ਤੁਸੀਂ ਜਦ ਤੱਕ ਚੰਗੀ ਸਿੱਖਿਆ, ਚੰਗਾ ਸੰਗੀਤ ਲੋਕਾਂ ਨੂੰ ਨਹੀਂ ਦਿਓਗੇ, ਬਿਕੋਜ਼ ਜਿਹੜਾ ਟੀਵੀ ਦੇ ਜਰੀਏ, ਜਿਹੜਾ ਫੋਨ ਦੇ ਜਰੀਏ ਲੋਕਾਂ ਕੋਲ ਜਾ ਰਿਹਾ, ਤਾਂ ਉਹ ਚੰਗਾ ਸੰਗੀਤ ਜਦ ਤੱਕ ਨਹੀਂ ਜਾਊਗਾ, ਉਦੋਂ ਤੱਕ ਸਾਡੇ ਜਿਹੜਾ ਯੂਥ ਹੈ ਉਹਦਾ ਉਧਾਰ ਨਹੀਂ ਹੋਊਗਾ। ਤੇ ਪੰਜਾਬ ਸਾਡੇ ਪੰਜਾਬ ਨਾਲ ਤਾਂ ਮਤਰੇਈ ਮਾਂ ਵਾਲਾ ਸਲੂਕ ਹਮੇਸ਼ਾ ਹੁੰਦਾ ਰਿਹਾ। ਸੈਂਟਰ ਵੱਲੋਂ ਵੀ, ਇਧਰੋਂ ਉਧਰ ਵੀ। ਕਿਹੜੀ ਇੰਡਸਟਰੀ ਆ ਸਾਡੇ ਇੱਕ ਪਾਸੇ ਬਾਰਡਰ ਲੱਗਦਾ ਪੰਜਾਬ ਪਾਕਿਸਤਾਨ ਦਾ, ਉੱਥੇ ਅਸੀਂ ਜਾ ਨਹੀਂ ਸਕਦੇ, ਉਹਨੂੰ ਸਾਨੂੰ ਸਾਡਾ ਕੱਟੜ ਦੁਸ਼ਮਣ ਬਣਾਤਾ, ਕੋਈ ਵਪਾਰ ਨਹੀਂ। ਇੱਥੇ ਕੈਨੇਡਾ ਤੇ ਅਮਰੀਕਾ, 2 ਕੰਟਰੀਜ਼ ਨੇ, ਦੋਨਾਂ ਦੇ ਵਿੱਚੋਂ ਬਾਈ ਜੀ ਇੱਕ ਦੂਜੇ ਦੇ ਕੋਲ ਜਦੋਂ ਮਰਜ਼ੀ ਚੱਲ ਜਾਂਦੇ ਆ ਲੋਕ। ਦੋਨਾਂ ਦਾ ਵਪਾਰ ਚੱਲਦਾ, ਦੋਨੋਂ ਦੇਸ਼ ਪ੍ਰਫੁੱਲਿਤ ਨੇ, ਦੋਨੋਂ ਦੇਸ਼ ਪੀਸਫੁਲੀ ਰਹਿੰਦੇ ਆ, ਕਦੀ ਨਹੀਂ ਬੰਦੂਕ ਚੱਕਦੇ ਇੱਕ ਦੂਜੇ ਵੱਲ।
ਸਾਡੇ ਕੀ ਆ, ਸੈਂਟਰ ਵੱਲੋਂ ਕੋਈ ਨੀਤੀਆਂ ਐਸੀਆਂ ਨੇ ਵੀ ਪੰਜਾਬ ਉਧਰੋਂ ਤਾਂ ਮਾਰ ਹੀ ਦੋ, ਇੱਕ ਕੋਨਾ ਜਿਹੜਾ ਸਾਡਾ ਪਾਕਿਸਤਾਨ ਨਾਲ ਲੱਗਦਾ ਉਧਰੋਂ ਤਾਂ ਸਾਨੂੰ ਲੰਗੜਾ ਕਰ ਹੀ ਦਿੱਤਾ ਗਿਆ। ਪੰਜਾਬ ਦਾ ਪਾਣੀ ਪੰਜਾਬੀਆਂ ਕੋਲ ਨਹੀਂ, ਪੰਜਾਬ ਦੇ ਪਾਣੀ ਦੀ ਕੋਈ ਕੀਮਤ ਨਹੀਂ ਮਿਲ ਰਹੀ, ਪੰਜਾਬੀਆਂ ਦੀ ਇੰਡਸਟਰੀ ਕਿਤੇ ਕੋਈ ਪ੍ਰਫੁੱਲਿਤ ਨਹੀਂ, ਪੰਜਾਬੀਆਂ ਨੂੰ ਕੋਈ ਫਸਲ ਦੇ ਚੰਗੇ ਮੁੱਲ ਨਹੀਂ, ਜੇ ਮਿਲਦੇ ਆ ਤਾਂ ਲਟਕਾ ਕੇ ਵੇਅਰ ਫਰੋਮ ਪੰਜਾਬ ਇਜ਼ ਫਲਰਿਸ਼। ਅਗਰ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਦੁਬਈ, ਕਤਰ, ਇੰਗਲੈਂਡ, ਯੂਰਪ ਅਗਰ ਸਾਨੂੰ ਰੋਟੀ ਨਾ ਦਿੰਦਾ, ਅਗਰ ਇਹ ਪੰਜਾਬੀ ਇੱਥੋਂ ਉੱਡ ਕੇ ਬਾਹਰ ਨਾ ਆਉਂਦੇ, ਮੈਂ ਕਹਿੰਦਾ ਦੰਦੀਆਂ ਵੱਢ ਕੇ ਖਾ ਜਾਂਦੇ ਪੰਜਾਬੀ ਇੱਕ ਦੂਜੇ ਨੂੰ, ਜੇ ਸਾਰਿਆਂ ਨੂੰ ਉੱਥੇ ਹੀ ਰੋਟੀ ਖਾਣੀ ਪੈਂਦੀ। ਜਸੀ, ਤੁਹਾਡੇ ਲਈ ਸਵਾਲ ਬਹੁਤ ਸਾਰੇ ਆ ਰਹੇ ਆ ਔਰ ਇੱਕ ਸੰਦੀਪ ਜੀ ਦਾ ਸਵਾਲ ਹੈ ਕਿ ਲੋਕ ਸਭਾ ਚੋਣਾਂ, ਥੋੜਾ ਪੋਲੀਟੀਕਲ ਕਿਉਂਕਿ ਤੁਸੀਂ ਰਾਜਨੀਤੀ ਵਿੱਚ ਵੀ ਰਹੇ ਹੋ, ਲੋਕ ਸਭਾ ਚੋਣਾਂ 2014 ਵਿੱਚ ਆਮ ਆਦਮੀ ਪਾਰਟੀ ਵੱਲੋਂ ਤੁਸੀਂ ਲੜੇ ਬਠਿੰਡੇ ਤੋਂ, ਉੱਥੇ ਤੁਹਾਨੂੰ ਹਾਰ ਦਾ ਸਾਹਮਣਾ ਜਿਹੜਾ ਕਰਨਾ ਪਿਆ। ਉਸ ਤੋਂ ਬਾਅਦ ਲੋਕ ਸਭਾ ਚੋਣਾਂ 2019 ਵਿੱਚ ਪੰਜਾਬ ਡੈਮੋਕ੍ਰੈਟਿਕ ਗੱਠਜੋੜ ਵੱਲੋਂ ਤੁਸੀਂ ਲੜੇ ਸੰਗਰੂਰ ਤੋਂ, ਉੱਥੇ ਵੀ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹਨਾਂ ਦਾ ਕਹਿਣਾ ਹੈ ਕਿ ਜਿੱਤਣਾ ਤਾਂ ਦੂਰ ਦੀ ਗੱਲ, ਜ਼ਮਾਨਤ ਵੀ ਤੁਹਾਡੇ ਤੋਂ ਜ਼ਬਤ ਨਹੀਂ ਹੋ ਸਕੀ। ਇਸ ਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਡਮ ਦੇਖੋ, ਪਹਿਲੀ ਗੱਲ ਤਾਂ ਜਿਹਨੇ ਸਵਾਲ ਕੀਤਾ ਨਾ ਉਹਨੂੰ ਕਹਿ, ਜਦੋਂ 2014 ਸੀ ਉਦੋਂ ਬਾਈ ਜੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਸਰਕਾਰ ਸੀ ਤੇ ਲੜੇ ਕਿਹਦੇ ਵਿਰੁੱਧ ਸੀ? ਹਰਸਿਮਰਤ ਬਾਦਲ ਉਹਨਾਂ ਦੀ ਨੂੰਹ ਦੇ ਖਿਲਾਫ, ਬਾਦਲ ਪਰਿਵਾਰ ਦੀ, ਤੇ ਵਿਕਰਮ ਮਜੀਠੀਆ ਦੀ ਸਗੀ ਭੈਣ ਦੇ ਖਿਲਾਫ, ਤੇ ਮਨਪ੍ਰੀਤ ਬਾਦਲ ਵਿਰੁੱਧ। ਤੇ ਮੇਰਾ ਇਲਾਕਾ ਹੈਗਾ ਜੀ ਆਨੰਦਪੁਰ ਸਾਹਿਬ। ਆਨੰਦਪੁਰ ਸਾਹਿਬ ਤੋਂ ਉੱਠ ਕੇ ਇੱਕ ਬੰਦੇ ਨੂੰ ਕਿਹਾ ਜਾਂਦਾ ਬਠਿੰਡੇ ਲੜ, ਉਹ ਵੀ 20 ਦਿਨ ਪਹਿਲਾਂ। ਉਹ ਇੰਨੀ ਕਾਕਾ ਹਿੰਮਤ ਦੇਖ ਕਿ ਜਿਹੜਾ ਬੰਦਾ ਪੱਟ ਤੇ ਥਾਪੀ ਮਾਰ ਕੇ, ਇਹਨੂੰ ਆ ਜਿਹੜਾ ਇੱਕ ਮਾਰਦਾ ਨਾ ਸਟੇਜਾਂ ਤੇ ਥਾਪੀ, ਉਹਨੂੰ ਕਹ ਸਟੇਜਾਂ ਤੇ ਨਹੀਂ, ਅਸੀਂ ਸਿਰ ਉੱਚਾ ਕਰਕੇ ਬਠਿੰਡੇ ਗਏ ਆ ਤੇ ਉੱਥੇ ਲੜ ਕੇ ਆਏ ਆ ਇਲੈਕਸ਼ਨ। ਹਾਰ ਜਿੱਤ ਮੈਟਰ ਨਹੀਂ ਕਰਦੀ, ਤੁਸੀਂ ਲੜੇ ਕਿਹਦੇ ਵਿਰੁੱਧ, ਦੈਟ ਮੈਟਰਸ। ਦੂਜੀ ਗੱਲ 2019 ਦੇ ਵਿੱਚ ਵੀ ਜੇ ਅਸੀਂ ਉੱਥੇ ਲੜੇ ਆ ਸੰਗਰੂਰ ਦੇ ਵਿੱਚ, ਤਾਂ ਸਾਨੂੰ ਪਤਾ ਵੀ ਸਾਡੇ 2014, 15, 16, 17, 18, 19 ਤੱਕ ਕਿਸ ਬੰਦੇ ਨੇ ਪੰਜਾਬ ਨਾਲ ਗੱਦਾਰੀ ਕੀਤੀ, ਕਿਉਂਕਿ ਯਾਰ ਰਾਹ ਪਿਆ ਜਾਣੇ ਆ, ਵਾਹ ਪਿਆ ਜਾਣੇ। ਉਸ ਬੰਦੇ ਦਾ ਘਮੰਡ ਤੋੜਨਾ ਜ਼ਰੂਰੀ ਸੀ, ਉਹਦੇ ਬੁੱਲਾਂ ਤੇ ਇੱਕ ਵਾਰੀ ਸਿੱਕੜੀ ਲਿਆਉਣੀ ਜ਼ਰੂਰੀ ਸੀ। ਸੋ ਵੀ ਵਰ ਹੈਪੀ ਵਿਦ ਦੈਟ। ਬਟ ਯੈਸ, ਕਈ ਚੀਜ਼ਾਂ ਜਿਹੜੇ ਸਾਨੂੰ ਮੈਂ ਕਈ ਚੀਜ਼ਾਂ ਹਲੇ ਨਹੀਂ ਦੱਸੂਗਾ ਵੀ ਜਿਨ੍ਹਾਂ ਨੂੰ ਲੋਕ ਸੰਤ ਸਾਧ ਸਮਝਦੇ ਆ, ਉਹਨਾਂ ਦਾ ਵੀ ਜਦੋਂ ਕੋਲੋਂ ਤਜਰਬਾ ਦੇਖਿਆ ਤਾਂ ਕੁਝ ਹੋਰ ਸੀ। ਬਟ ਆਈ ਵੋਂਟ ਗੋ ਇਨਟੂ ਦੋਜ਼ ਡਿਟੇਲਸ ਰਾਈਟ ਨਾਓ, ਬਿਕੋਜ਼ ਨੈਸ਼ਨਲ ਵਿਲੇਜਰ 2, Musa the film, that is the main priority at this moment, and people will get to know after watching the film on 18th September 2012। ਤਾਂ ਮੈਂ ਇਹਨਾਂ ਨੂੰ ਇਹੀ ਕਹੂੰਗਾ ਵੀ ਬਾਈ ਹਾਲੇ ਤੁਸੀਂ ਨੈਗੇਟਿਵਿਟੀ ਇਕੱਠੀ ਕਰ ਲਓ ਜਿੰਨੀ ਕਰਨੀ ਹੈ। It doesn't matter, it doesn't bother me. I am smiling, I was smiling, and I will be smiling till death. I will be smiling. Nothing can take away this smile from my face। ਕੁਲਦੀਪ ਜੀ ਦਾ ਇੱਕ ਬਹੁਤ ਤਿੱਖਾ ਜਿਹਾ ਸਵਾਲ ਹੈ, ਮੈਂ ਥੋੜਾ ਜਿਹਾ ਪੜ੍ਹ ਕੇ ਤੁਹਾਨੂੰ ਸੁਣਾਉਂਗੀ। ਉਹਨਾਂ ਦਾ ਕਿਸੇ ਇਨਸੀਡੈਂਟ ਦਾ ਉਹਨਾਂ ਨੇ ਇੱਥੇ ਜ਼ਿਕਰ ਕੀਤਾ ਹੈ। 2016 ਵਿੱਚ ਕੋਈ ਇਨਸੀਡੈਂਟ ਹੋਇਆ, ਉਹਨਾਂ ਨੇ ਇਹ ਪੁੱਛਿਆ ਕਿ ਤੁਹਾਡੀ 2016 ਦੇ ਵਿੱਚ ਅਣਖ ਕਿੱਥੇ ਸੀ? ਬਾਈ ਜੀ ਅਣਖ ਤਾਂ ਉੱਥੇ ਹੀ ਸੀ, ਪੰਜਾਬ ਪ੍ਰਾਇੋਰਟੀ ਸੀ। ਛੋਟੇ ਵੀਰ, ਉਹ ਮੇਰੇ ਪੱਪੂ, ਧਿਆਨ ਨਾਲ ਸੁਣ। ਦਰਬਾਰ ਸਾਹਿਬ ਤੋਂ ਜਦੋਂ ਕੋਈ ਬੰਦਾ ਬੋਲਦਾ ਨਾ, ਦਰਬਾਰ ਸਾਹਿਬ ਦੀ ਗਰਿਮਾ, ਉੱਥੇ ਜਾ ਕੇ ਜੇ ਕੋਈ ਮੁੱਖ ਮੰਤਰੀ ਕੇਜਰੀਵਾਲ ਦਾ ਹੱਥ ਫੜ ਕੇ ਉਹਨੂੰ ਕਹਿੰਦਾ ਵੀ ਕਿਉਂ ਕੱਢਿਆ ਪਾਰਟੀ ਚੋਂ, ਅਗਲਾ ਜਵਾਬ ਨਹੀਂ ਦਿੰਦਾ ਬਾਈ ਜੀ। ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਆਫਰ ਆਉਂਦੀ ਹੈ, ਇੱਧਰ ਆ ਜਾ, ਸੀਟ ਦਿੰਨੇ ਆ, ਇੰਨੇ ਆ ਦਿੰਨੇ ਆ। ਫਿਰ ਉਧਰੋਂ ਅਕਾਲੀਆਂ ਵੱਲੋਂ ਆਫਰ ਆਉਂਦੀ ਹੈ, ਜਾਂਦੇ ਨਹੀਂ। ਇੱਥੇ ਨਾ ਠੁਮਕੇ ਲਾਉਣ ਲੱਗ ਪੈਂਦੇ ਨੇ, ਮੁਜਰਾ ਸ਼ੁਰੂ ਹੋ ਜਾਂਦਾ ਜੇ ਕਿਤੇ ਪੈਸਿਆਂ ਦੀ ਬਰਸਾਤ ਕਰਦੇ ਕੋਈ। ਸੋ ਬੇਟੇ ਕਈ ਗੱਲਾਂ ਹਾਲੇ ਤੁਹਾਡੇ ਪੱਲੇ ਨਹੀਂ ਹੈਗੀਆਂ, ਕਿਉਂਕਿ ਤੁਸੀਂ ਸਿਰਫ ਹਾਲੇ ਉੱਪਰੋਂ ਫੇਸਬੁੱਕ ਤੋਂ ਸਾਰੇ ਕਮੈਂਟ ਪੜ੍ਹ ਕੇ, ਹੁਣ ਜਿਵੇਂ ਨਾ ਮੈਡਮ ਤੁਹਾਡੇ, ਮੈਨੂੰ ਨਹੀਂ ਪਤਾ, ਮੈਂ ਤਾਂ ਬਿਕੋਜ਼ ਆਈ ਕਾਂਟ ਰੀਡ ਦਾ ਕਮੈਂਟਸ ਐਟ ਦਿਸ ਮੋਮੈਂਟ। ਜਦੋਂ ਥੱਲੇ ਤੁਸੀਂ ਕਮੈਂਟਸ ਦੇਖੋਗੇ, ਇੱਕ ਪ੍ਰੋਪਰ ਇੱਕ ਟੀਮ ਆਉਂਦੀ ਹੈ, ਇਹ ਸਾਰੀਆਂ ਪਾਰਟੀਆਂ ਦੀ ਟੀਮ ਹੈ। ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਤੇ ਪਹਿਲਾਂ ਤੋਂ ਹੀ ਬੜੀ ਸਟਰੋਂਗ ਰਹੀ ਹੈ। ਉਹਨਾਂ ਨੇ ਕੀ ਆ, ਪੂਰੇ ਵਰਲਡ ਚੋਂ ਆਪਣੇ ਬੰਦਿਆਂ ਦੀਆਂ ਟੀਮਾਂ ਲਾਤੀਆਂ ਕਿ ਤੁਸੀਂ ਲੋਕਾਂ ਦੀ ਰਾਏ ਬਣਾ ਦਿਓ, ਕਹਿ ਕੇ ਕੀ ਗੱਦਾਰ ਇਹਨੇ ਜੀ ਉਹਦੇ ਫਲਾਣਾ ਇਹ ਕਰ ਲਿਆ ਜੀ, ਉਹ ਕਰ ਲਿਆ। ਲੋਕਾਂ ਦੀ ਨਾ ਪ੍ਰੋਬਲਮ ਇਹ ਹੈ, ਆਪਣੀ ਰਾਏ ਨਹੀਂ ਹੁੰਦੀ। ਜੇ ਲੋਕਾਂ ਦੀ ਆਪਣੇ ਰਾਏ ਹੁੰਦੀ ਤਾਂ ਮੈਡਮ ਆਹੀ ਪਾਰਟੀਆਂ ਜਿਹੜੀਆਂ ਵਾਰੋ-ਵਾਰੀ ਲੁੱਟਦੀਆਂ ਨੇ, ਤਾਂ ਲੋਕੀ ਕੋਈ ਤੀਜਾ ਪਿੜ ਨਾ ਲੱਭਦੇ। ਜਦੋਂ ਤੀਜਾ ਪਿੜ ਲੱਭਿਆ ਤੇ ਤੀਜੇ ਪਿੜ ਨੇ ਵੀ ਜਿਹੜੇ ਨੈਗੇਟਿਵ ਕਮੈਂਟਸ ਵਾਲੇ ਨੇ, ਗਾਲਾਂ ਕੱਢਣ ਵਾਲੇ ਨੇ, ਜਿਹੜੇ ਲੋਕਾਂ ਦੇ ਉੱਤੇ ਰਾਏ ਥੋਪ ਦਿੰਦੇ ਆ, ਤੇ ਮੋਸਟ ਆਫ ਦਾ ਪੀਪਲ ਦੇ ਰੀਡ ਦਾ ਕਮੈਂਟਸ ਡਾਊਨ। ਜਦੋਂ ਕਮੈਂਟਸ ਪੜ੍ਹਦੇ ਆ, ਉਹ ਬੰਦੇ ਕਹਿੰਦੇ ਲਾਈਕ ਕਰਕੇ ਉਹ ਕਮੈਂਟ ਆਪਾਂ ਨੈਗੇਟਿਵ ਕਮੈਂਟ ਉੱਤੇ ਰੱਖਣੇ ਆ।
ਜਦੋਂ ਨੈਗੇਟਿਵ ਕਮੈਂਟ ਉੱਤੇ ਰਹਿੰਦੇ ਆ ਤਾਂ ਕਈ ਬੰਦੇ ਜਿਹੜੇ ਹਲੇ ਜਿਨ੍ਹਾਂ ਨੂੰ ਇੰਨਾ ਉਹ ਨਹੀਂ ਹੁੰਦਾ, ਉਹ ਵਿਚਾਰੇ ਉੱਪਰਲੇ ਕਮੈਂਟ ਪੜ੍ਹ ਕੇ ਕਹਿੰਦੇ ਬਈ ਬੜੀ ਗਾਲ ਵਾਰੀ ਆ ਉਹਨੂੰ, ਹਾਂ ਯਾਰ ਇਹ ਬੰਦਾ ਹੀ ਮਾੜਾ। ਉਹਨਾਂ ਦੀ ਆਪਣੇ ਰਾਏ ਨਹੀਂ ਹੁੰਦੀ ਵਿਚਾਰੇ ਦੀ। ਹਵਾ 'ਚ ਜਿਵੇਂ ਇੱਕ ਵੋਟ ਹੁੰਦੀ ਨਾ ਹਵਾ 'ਚ, ਉਹ ਵਿਚਾਰੇ ਉਦਾਂ ਦੇ ਹੁੰਦੇ ਆ, ਕਿਉਂਕਿ ਕਈਆਂ ਨੇ ਕਰਜ਼ੇ ਲਏ ਆ, ਕਾਰਾਂ ਦੇ, ਘਰਾਂ ਦੇ, ਬੱਚਿਆਂ ਦੀ ਰੋਜੀ ਰੋਟੀ, ਫਿਰ ਟਿਊਸ਼ਨ ਫੀਸ, ਫਿਰ ਦੁੱਧ ਵਾਲੇ ਦਾ ਖਰਚਾ, ਮੋਬਾਈਲ ਦਾ ਖਰਚਾ, ਠੀਕ ਆ, ਬੱਚਿਆਂ ਨੂੰ ਕੱਪੜੇ ਵੀ ਲੈ ਕੇ ਦੇਣੇ, ਫਿਰ ਦੀਵਾਲੀ ਆ ਗਈ, ਦੀਵਾਲੀ ਤੇ ਖਰਚਾ। ਉਹ ਵਿਚਾਰੇ ਕਦੀ ਕਦੀ ਅੱਖਾਂ ਚੱਕਦੇ ਆ ਵੀ ਦੇਖੀਏ ਕੀ ਹੈ, ਫਿਰ ਜੋ ਦੇਖਦੇ ਆ ਵੀ ਜਿੱਧਰ ਦੀ ਹਵਾ ਚੱਲਦੀ ਉੱਧਰ ਦੀ ਉਹ ਗੱਲ ਕਰ ਦਿੰਦੇ ਆ, ਹਾਂ ਬਈ ਮੁਰਦਾਬਾਦ, ਜੱਸੀ ਬਈ ਮੁਰਦਾਬਾਦ। ਨੈਵਰ ਮਾਈਂਡ ਮੈਮ, ਵੀ you have to be psychologically as well as intellectually above the audience, ਜਿਹੜੀ ਆਮ ਆਡੀਅנס ਹੈ। ਅਗਰ ਐਡੀਸਨ ਜਿਨ੍ਹਾਂ ਨੇ ਬਲਬ ਦੀ ਇਜਾਦ ਕੀਤੀ, ਅਗਰ ਉਦੋਂ ਦੇ ਲੋਕ ਜਿਹੜੇ ਦੀਵਿਆਂ 'ਚ ਰਹਿੰਦੇ ਸੀ, ਜਿਨ੍ਹਾਂ ਕੋਲ ਅੱਗ ਵੀ ਨਹੀਂ ਸੀ, ਜੇ ਐਡੀਸਨ ਉਹਨਾਂ ਲੋਕਾਂ ਦੀਆਂ ਗੱਲਾਂ ਸੁਣਦਾ, ਫਿਰ ਬਲਬ ਦੀ ਇਜਾਦ ਕਦੀ ਨਾ ਹੁੰਦੀ। You have to have the self-confidence, you ought to have the guts to stand against the atrocities। ਜੇ ਜ਼ੁਲਮ ਦੇ ਖਿਲਾਫ ਖੜਨ ਦੀ ਦਾਤੇ ਨੇ, ਧੰਨ ਗੁਰੂ ਗੋਬਿੰਦ ਸਿੰਘ ਨੇ, ਸਾਡੇ ਗੁਰੂਆਂ ਪੀਰਾਂ ਨੇ, ਸਾਡੇ ਪੰਜਾਬ ਦੀ ਧਰਤੀ ਨੇ, ਸਾਡੇ ਸ਼ਹੀਦਾਂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਤੇ ਮੈਡਮ ਉਹਦਾ ਥੋੜਾ ਜਿਹਾ ਪੋਰਟਰੇਲ ਅਸੀਂ ਕੋਸ਼ਿਸ਼ ਕਰੀਦੀ ਵੀ ਉਹਨਾਂ ਦੇ ਪੈਰਾਂ ਦੀ ਧੂੜ ਬਣ ਕੇ ਕੁਛ ਤਾਂ ਕਰੀਏ। ਪਰ ਮੈਡਮ ਟਾਈਮ ਦੇ ਉੱਤੇ ਕਿਹਨੇ ਵੱਡੇ ਵੱਡੇ ਪੀਰਾਂ ਫਕੀਰਾਂ ਦੀ, ਗੁਰੂਆਂ ਦੀ, ਉਦੋਂ ਵੀ ਕਿਹੜਾ ਸਾਰੀ ਦੁਨੀਆ ਨੇ ਸੁਣ ਲਈ। ਅਗਰ ਧੰਨ ਗੁਰੂ ਨਾਨਕ ਸਾਹਿਬ ਦੀ ਗੱਲ ਵੀ ਏਤੀ ਮਾਰ ਪਈ ਕੁਰਲਾਣਾ ਤੈਂ ਕੀ ਦਰਦ ਨਾ ਆਇਆ, ਅੱਜ ਦੇਖੋ ਸਭ ਨੂੰ ਐ ਲੱਗਦੀ ਹੈ ਗੱਲ ਵੀ ਬਾਬੇ ਨੇ ਸਾਡੇ ਨੇ ਆਵਾਜ਼ ਚੱਕੀ ਸੀ ਜੀ, ਤੇ ਮੈਡਮ ਉਹਨਾਂ ਨੇ ਤਾਂ ਆਵਾਜ਼ ਉਦੋਂ ਚੱਕੀ ਸੀ ਤੇ ਸਾਰੇ ਲੋਕਾਂ ਨੇ ਕਿਉਂ ਨਹੀਂ ਚੱਕੀ? ਅਬਦਾਲੀ ਦੀ ਕੀ ਔਕਾਤ, ਜਾਂ ਅੱਜ ਦੇ ਅਬਦਾਲੀਆਂ ਦੀ ਕੀ ਔਕਾਤ ਲੋਕਾਂ ਦਾ ਸ਼ੋਸ਼ਣ ਕਰ ਜਾਣ? ਆਵਾਜ਼ ਚੱਕਣ ਵਾਲਿਆਂ ਦਾ ਜਿਹੜਾ ਮੈਡਮ ਉਹ ਹੈ ਨਾ, ਉਹਨਾਂ ਨੂੰ ਜਿਹੜਾ ਇਨਾਮ ਮਿਲਦਾ ਮਰਨ ਤੋਂ ਬਾਅਦ, ਸ਼ਹੀਦ ਹੋਣ ਤੋਂ ਬਾਅਦ ਮਿਲਦਾ। ਜਦੋਂ ਆਹੀ ਫੌਜੀ ਜਦੋਂ ਤਬੂਤਾਂ 'ਚ ਵਾਪਸ ਆਉਂਦੇ ਨੇ ਨਾ ਬਾਰਡਰ ਤੋਂ, ਉਦੋਂ ਜੀ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ, ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ, ਬੜੀ ਬਹਾਦਰੀ ਨਾਲ ਲੜਿਆ। ਜਦੋਂ ਫੌਜੀ ਵੈਸੇ ਪਿੰਡ ਆਉਂਦਾ ਤੇ ਮੈਨੂੰ ਸਿੱਧੇ ਮੂੰਹ ਕੋਈ ਗੱਲ ਨਹੀਂ ਕਰਦਾ। ਸੋ ਦਿਸ ਇਜ਼ ਦਾ ਕੈਰੈਕਟਰ ਆਫ ਆਰ ਪੀਪਲ। ਜਗਦੀਪ ਜੀ ਦਾ ਇੱਥੇ ਪੁੱਛਣਾ ਹੈ ਕਿ ਤੁਹਾਡਾ ਪਾਵਾ ਕਿੱਥੇ, ਕਿ ਪਾਵਾ ਟੁੱਟ ਗਿਆ ਹੁਣ? ਨਹੀਂ ਵੀਰੇ, ਪਾਵਾ ਤੂੰ ਹੈ ਯਾਰ, ਤੂੰ ਟੁੱਟ ਜਾਏਗਾ ਕਦੀ? ਤੇਰੇ ਤੇ ਇੰਨਾ ਮਾਣ ਹੈ ਮੈਨੂੰ ਭਾਈ, ਤੂੰ ਕਿੱਥੋਂ ਟੁੱਟ ਜਾਏਗਾ? ਤੂੰ ਬਹਾਦਰ ਮਾਂ ਦਾ ਜੰਮਿਆ ਹੋਇਆ ਬਹਾਦਰ ਦਲੇਰ ਪੁੱਤ ਹੈ, ਤੂੰ ਹੈ ਪਾਵਾ, ਪੰਜਾਬ ਦਾ ਪਾਵਾ, ਮੇਰਾ ਨਹੀਂ, ਅਣਖ ਦਾ, ਇਨਸਾਨੀਅਤ ਦਾ ਪਾਵਾ। ਆਪਣੇ ਆਪ ਨੂੰ ਘੱਟ ਨਹੀਂ ਆਕਣਾ ਬੇਟੇ। ਇੰਨੇ ਇੱਕ ਤਾਂ ਤੁਸੀਂ, ਮੈਂ ਜ਼ਰੂਰ ਪੁੱਛੂੰਗੀ, ਬਹੁਤ ਟਾਈਮ ਬਾਅਦ ਤੁਸੀਂ ਸੋਸ਼ਲ ਮੀਡੀਆ ਤੇ ਤੁਸੀਂ ਐਕਟਿਵ ਥੋੜੇ ਜਿਹੇ ਹੋਏ, ਬਹੁਤ ਟਾਈਮ ਬਾਅਦ ਲਾਈਵ ਹੋਏ ਸੀ, ਇੰਨਾ ਟਾਈਮ ਜੱਸੀ ਜਸਰਾਜ ਕਿੱਥੇ ਸੀਗੇ? ਮੈਮ ਦੇਖੋ, ਮੈਂ ਕਬੀਲਦਾਰ ਆਦਮੀ ਹੈ, ਤੇ ਆਪਣੇ 2014 ਆਪਣੇ 9 ਜਨਵਰੀ 2014 ਤੋਂ ਬਾਅਦ ਲਗਾਤਾਰ ਇਹਨਾਂ ਬੇਰੁਜ਼ਗਾਰ ਵੀ ਚੱਲੇ ਆ, ਪਰ ਘਰ ਦੇ ਖਰਚੇ ਵੀ ਚਲਾਉਣੇ ਹੁੰਦੇ ਆ, ਆਪਣੇ ਕੋਰਟ ਕੇਸਿਸ ਵੀ ਲੜਨੇ ਹੁੰਦੇ ਆ, ਕਦੀ ਕਿਸੇ ਲੀਡਰ ਦਾ ਅਹਿਸਾਨ ਨਹੀਂ ਲਿਆ, ਜਾਣਦੇ ਬਥੇਰੇ ਨੇ, ਤੇ ਕੱਲੇ ਲੜੀ ਦਾ। ਖਰੜ ਦੀਆਂ ਕਚਹਿਰੀਆਂ 'ਚ ਕੱਲੀ ਦੁਕਾਨ, ਜਿਹੜੇ ਕੋਈ ਫੋਟੋ ਸਟੇਟ ਵਾਲੇ ਆ, ਜਿਹੜੇ ਕੋਈ ਪਾਰਕਿੰਗ ਦੀ ਟਿਕਟ ਕੱਟਦੇ ਆ, ਖਰੜ ਦੀ ਕੋਰਟ ਦੇ ਵਿੱਚ ਅਹਿਲਮਤ ਤੋਂ ਲੈ ਕੇ ਕਿਸੇ ਨੂੰ ਪੁੱਛ ਲਿਓ ਵੀ ਜੱਸੀ ਨੇ ਕਦੀ ਕਿਸੇ ਤੋਂ ਅਹਿਸਾਨ ਲਿਆ ਹੋਵੇ। ਸਭ ਨੂੰ ਪਿਆਰ ਨਾਲ ਜਾਈਦਾ, ਕੱਲੇ ਜਾਈਦਾ, ਕੋਈ 10 ਗੁੰਡਿਆਂ ਦੀ ਟੀਮ ਨਹੀਂ ਲੈ ਕੇ ਜਾਂਦਾ, AK-47 ਨਹੀਂ ਲੈ ਕੇ ਜਾਂਦਾ। ਮੇਰਾ ਧੱਕਾ ਵੀ ਨਹੀਂ ਚੱਲਦਾ ਮੈਡਮ, ਧੱਕਾ ਨਹੀਂ ਚੱਲਦਾ ਸਾਡਾ। ਆਪਣੇ ਕੋਰਟ ਕੇਸ ਵੀ ਆਪ ਲੜੀ ਦੇ ਹਾਈ ਕੋਰਟ ਤੱਕ, ਸਾਰੇ ਵਕੀਲਾਂ ਨੂੰ ਹਾਈ ਕੋਰਟ 'ਚ ਪੁੱਛ ਲਿਓ, ਮੋਹਾਲੀ ਸੈਸ਼ਨ ਕੋਰਟ 'ਚ ਪੁੱਛ ਲਿਓ, ਕਹਿਣਗੇ ਇੱਥੇ ਹੀ ਰੁਲਦਾ ਫਿਰਦਾ ਹੁੰਦਾ ਵਿਚਾਰਾ। ਆਪਣੀ ਲੜਾਈ ਆਪ ਲੜੀ ਦੀ, ਕਿਸੇ ਤੋਂ ਉਮੀਦ ਨਹੀਂ ਰੱਖੀ ਕਦੀ। ਜ਼ਿਆਦਾ ਸੋਸ਼ਲ ਮੀਡੀਆ ਤੇ ਐਕਟਿਵ ਨਾ ਹੋਣ ਦਾ ਕੋਈ ਖਾਸ ਕਾਰਨ ਹੈ, ਜਾਂ ਖੁਦ ਨਹੀਂ ਜੱਸੀ ਹੁੰਦੇ, ਜਾਂ ਫਿਰ ਘਰ ਦੇ ਰਜੇਵੇਂ ਇੰਨੇ ਹੈ ਕਿ ਤੁਹਾਨੂੰ ਟਾਈਮ ਹੀ ਨਹੀਂ ਲੱਗਦਾ, ਜਾਂ ਫਿਰ ਜਦੋਂ ਤੁਸੀਂ ਐਕਟਿਵ ਹੁੰਦੇ ਹੋ ਤਾਂ ਦੇਖਦੇ ਆ ਕਿ ਨੀਚੇ ਨੈਗੇਟਿਵ ਕਮੈਂਟਸ ਬਹੁਤ ਆ ਜਾਂਦੇ ਆ? ਲੈ ਨੈਗੇਟਿਵ ਕਮੈਂਟਾਂ ਦੀ ਮੈਡਮ ਫਿਕਰ ਕਰਦਾ ਹੁੰਦਾ ਨਾ, ਤੇ ਫਿਰ ਆਹ ਪੰਗਾ ਦੇਖ ਲਓ ਕਿੱਡਾ ਆਇਆ ਹੁਣ ਨੈਸ਼ਨਲ ਵਿਲੇਜਰ 2, ਠੀਕ ਹੈ? ਤੁਹਾਡੇ ਇੱਥੇ ਕਮੈਂਟ ਦੇਖ ਲਓ, 85% ਆਈ ਅਸ਼ੋਰ ਯੂ ਦੈਟ ਥੀਸ ਆਰ ਨੈਗੇਟਿਵ ਕਮੈਂਟਸ ਪ੍ਰੋਵਾਈਡਿੰਗ। ਮੈਂ ਹਾਲਾਂਕਿ ਰੀਡ ਨਹੀਂ ਕਰ ਪਾ ਰਿਹਾ ਕੋਈ ਵੀ ਕਮੈਂਟ, ਬਿਕੋਜ਼ ਮੇਰੀ ਸਿੱਧੀ ਬਿਰਤੀ ਤੁਹਾਡੇ ਨਾਲ ਲੱਗੀ ਹੋਈ ਹੈ ਗੱਲਾਂ ਬਾਤਾਂ 'ਚ, ਬਟ ਆਈ ਡੋਂਟ ਕੇਅਰ ਅਬਾਊਟ ਆਲ ਥੀਸ ਥਿੰਗਸ। ਅਗਰ ਜਿਹੜੇ ਨੈਗੇਟਿਵ ਕਮੈਂਟਸ ਦੀ, ਅਗਰ ਮੈਂ ਤਾਂ ਤੁਹਾਨੂੰ ਵੀ ਕਹੂੰਗਾ ਇਹ ਤੋਂ ਮੈਸੇਜ ਲਓ। ਜਿਹੜੇ ਨੈਗੇਟਿਵ ਕਮੈਂਟ ਕਰਦੇ ਹੋ ਬਾਈ ਜੀ, ਮੇਰੇ ਤੋਂ ਕੁਝ ਨਹੀਂ ਹੁੰਦਾ, ਤੁਸੀਂ ਗਾਲ ਕੱਢ ਕੇ ਜਾਓ, ਪਰ ਤੁਸੀਂ ਸਿੱਖ ਕੇ ਜਾਓ ਕਿ ਯਾਰ ਇਹ ਬੰਦਾ ਐਡੇ ਕੌਨਫੀਡੈਂਸ 'ਚ ਕਿਵੇਂ ਆ। 2 ਵਾਰ ਇਲੈਕਸ਼ਨ ਹਾਰ ਗਿਆ ਤੁਸੀਂ ਕਹਿੰਦੇ ਹੋ, ਪਰ ਮੈਂ ਨਹੀਂ ਹਾਰਿਆ, ਰਾਈਟ? ਇਲੈਕਸ਼ਨ ਹਾਰ ਜਾਣਾ ਮੈਡਮ ਜ਼ਿੰਦਗੀ ਹਾਰ ਜਾਣਾ ਨਹੀਂ, ਪੇਪਰ 'ਚੋਂ ਫੇਲ ਹੋ ਜਾਣਾ ਜ਼ਿੰਦਗੀ 'ਚੋਂ ਫੇਲ ਹੋ ਜਾਣਾ ਨਹੀਂ ਹੁੰਦਾ। ਸੋ ਇਸ ਤੋਂ ਵੀ ਸਬਕ ਲਓ ਕਿ 2019 ਦੇ ਵਿੱਚ ਮੈਂ ਇਲੈਕਸ਼ਨ ਲੜਿਆ, 2019 ਦੇ ਵਿੱਚ ਹੀ ਫਾਈਟਰ ਗਾਣਾ ਕੱਢਿਆ, ਪੋਜ਼ਿਟਿਵਿਟੀ ਦੇਣ ਵਾਲਾ, ਡਿੱਗਦੇ ਬੰਦਿਆਂ ਨੂੰ ਉੱਪਰ ਚੱਕਣ ਵਾਲਾ। ਤੁਸੀਂ ਇਹ ਸੋਚੋ ਵੀ ਯਾਰ ਇੰਨਾ ਕੁਝ ਹਾਰ ਕੇ
ਇੰਨਾ ਕਰ ਮੈਂ ਆਪਣਾ ਗੱਲਾਂ ਛੱਡ ਕੇ ਭੱਜ ਗਿਆ ਆਪਣੀ ਦੁਕਾਨ ਜਿਹੜੀ ਬਿੱਕਰ ਬਾਈ ਸੈਂਟੀਮੈਂਟਲ ਤੋਂ ਬਾਅਦ ਮੇਰੀਆਂ ਹੋਰ ਫਿਲਮਾਂ ਆਉਣੀਆਂ ਸੀ, ਮੇਰੇ ਤੋਂ ਬਾਅਦ ਕਿੰਨੇ ਹੀ ਬੰਦੇ ਆ ਕੇ ਸਟਾਰ ਬਣ ਗਏ, ਸੁਪਰਸਟਾਰ ਬਣ ਗਏ, ਦੇ ਆਰ ਅਰਨਿੰਗ ਕਰੋੜਸ ਆਫ ਰੁਪੀਸ। ਜਿਹੜਾ ਬੰਦਾ ਆਪਣੀ ਕਲਾਕਾਰੀ ਛੱਡ ਕੇ ਆਮ ਰੁਲ ਗਿਆ ਜਾ ਕੇ ਕੇਜਰੀਵਾਲ ਦੇ ਨਾਲ ਵਾਰਾਣਸੀ ਤੱਕ ਗਲਾ ਪਾੜ ਲਿਆ, ਜਿਹੜਾ ਗਲਾ ਮੇਰੀ ਫੈਕਟਰੀ ਸੀ ਇਹਦਾ ਸੱਤਿਆਨਾਸ਼ ਕਰਤਾ, ਇਸ ਬੰਦੇ ਨੇ ਆਪਣੇ ਘਰ-ਬਾਰ ਆਪਣੇ ਬੱਚੇ ਰੋਲਤੇ। ਤੇ ਫਿਰ ਵੀ if he talks positive even then, learn from me because I learn from you, I learn from my past, I learn from my experiences। तो ਤੁਸੀਂ ਵੀ ਸਿੱਖੋ ਕਿ ਯਾਰ ਇੰਨਾ ਬੁਲੰਦ ਕਿਵੇਂ ਰਿਹਾ ਜਾ ਸਕਦਾ ਫੇਲ ਹੋਣ ਦੇ ਬਾਅਦ, ਉਹ ਕੌਣ ਇਲੈਕਸ਼ਨ ਹਾਰਨ ਦੇ ਬਾਅਦ। ਜੀ here in the learning process, let's learn from each other। ਕਈਆਂ ਦਾ ਇਹ ਕਹਿਣਾ ਹੈ ਕਿ ਹੁਣ ਇਲੈਕਸ਼ਨਸ ਆਉਣ ਵਾਲੇ ਹੈ ਤਾਂ ਜੱਸੀ ਜਸਰਾਜ ਜੋ ਹੈ ਬਾਹਰ ਆਏ ਹੈ। ਨੇਹਾ ਜੀ ਮੰਦ ਤਾਂ ਤੁਸੀਂ ਵੀ ਮੁਸਕਰਾ ਰਹੇ ਹੋ ਕੁਐਸਚਨ ਪੜ ਕੇ। ਜੱਸੀ ਜਸਰਾਜ ਬਣ ਤੇ ਇਲੈਕਸ਼ਨ ਦੇਖੋ ਨੇਹਾ ਜੀ, ਤੁਸੀਂ ਮੈਂ ਬੈਠੇ ਆ ਰਾਈਟ, ਸੱਚ ਦੱਸਿਓ ਤੁਸੀਂ ਮੈਂ ਹੁਣ ਜਿਉਂਦੇ ਆ 5 ਮਿੰਟ ਬਾਅਦ ਗਾਰੰਟੀ ਲੈਣੇ ਹੋ ਵੀ ਨੇਹਾ ਤੇ ਮੈਂ ਜਿਉਂਦੇ ਹੋਵਾਂਗੇ? ਨਹੀਂ ਦੱਸੋ ਮੈਨੂੰ ਤੁਸੀਂ ਆਪਣੀ ਗੱਲ ਮੈਨੂੰ ਰਿਪੀਟ ਕਰੋਗੇ, ਮੈਨੂੰ ਆਵਾਜ਼ ਨਹੀਂ ਆ ਰਹੀ ਪ੍ਰੋਪਰ ਤੁਹਾਡੀ। ਮੈਂ ਤੁਹਾਨੂੰ ਪੁੱਛ ਰਿਹਾ ਕਿ ਤੁਸੀਂ ਤਾਂ ਮੈਂ ਹੁਣ ਤਾਂ ਇੱਕ ਦੂਜੇ ਨਾਲ ਜਿਉਂਦੇ ਆ ਨਾ, ਹੱਸ ਰਹੇ ਆ, ਤੁਸੀਂ ਸਵਾਲ ਪੁੱਛ ਕੇ ਹੱਸ ਰਹੇ, ਮੈਂ ਜਵਾਬ ਦੇ ਕੇ ਹੱਸ ਰਿਹਾ। ਤੁਸੀਂ 5 ਮਿੰਟ ਬਾਅਦ ਗਾਰੰਟੀ ਲੈਂਦੇ ਹੋ ਕਿ ਨੇਹਾ ਜਿਉਂਦੀ ਹੋਊਗੀ ਤੇ ਜੱਸੀ ਜਸਰਾਜ ਜਿਉਂਦਾ ਹੋਊਗਾ? ਦੇਖੋ ਇਹ ਤਾਂ ਲੋਕਾਂ ਦੇ ਸਵਾਲ ਹੈ ਜੋ ਉਹ ਕਰ ਰਹੇ ਹੈ। ਹੁਣ ਅਸੀਂ ਪਹਿਲੇ ਵੀ ਇੱਕ ਵਾਰ ਇੰਟਰਵਿਊ ਜੱਸੀ ਜਸਰਾਜ ਜੀ ਕੀਤੀ ਹੋਈ ਹੈ ਨਾ, ਮੈਨੂੰ ਅਦੋਂ ਤੁਸੀਂ ਮਿਲੇ ਹੋ, ਮੈਨੂੰ ਪਤਾ ਹੈ ਤੁਹਾਡਾ ਕੀ ਸੁਭਾਅ ਹੈ, ਜਾਂ ਅਸੀਂ ਜਿੰਨੀ ਸਾਡੀ ਗੱਲਬਾਤ ਉਦੋਂ ਹੋ ਪਾਈ ਸੀ। ਪਰ ਲੋਕੀ ਜੀ ਜਵਾਬ ਲਓ, ਅਸੀਂ ਪ੍ਰਿਡਿਕਟ ਨਹੀਂ ਕਰ ਸਕਦੇ, ਸਾਨੂੰ ਅਗਲੇ ਸਵਾਸ ਦਾ ਨਹੀਂ ਪਤਾ ਕਿ ਆਉਣਾ ਕਿ ਨਹੀਂ ਆਉਣਾ, ਉੱਪਰੋਂ ਇੱਧਰ ਕਰੋਨਾ ਚੱਲਦਾ, ਤਾਂ ਜਿਹੜਾ ਤੁਹਾਨੂੰ ਅਗਲੇ ਸਵਾਸ ਦਾ ਨਹੀਂ ਪਤਾ ਤੇ ਅਗਲੀਆਂ ਇਲੈਕਸ਼ਨਾਂ ਤੱਕ ਕਿਹਨੇ ਜਿਉਂਦੇ ਰਹਿਣਾ। ਕਿਹੜੀ ਇਲੈਕਸ਼ਨ ਤਾਂ ਹੁਣ ਵੀ ਚੱਲ ਰਹੀ ਹੈ ਦੋਸਤੋ, ਆ ਵੀ ਇਲੈਕਸ਼ਨ ਚੱਲ ਰਹੀ ਹੈ। ਤੁਸੀਂ ਤੱਕੜੀ ਤੋਲਦੇ ਹੋ, ਤੁਹਾਨੂੰ ਤੱਕੜੀ 'ਚ ਉਹ ਜਿਹੜੇ ਗੁੰਡਾਗਰਦੀ ਵਾਲੇ ਗੀਤ ਗਾਉਂਦੇ ਨੇ ਉਹ ਤੁਹਾਨੂੰ ਲੱਗਦਾ ਵੀ ਉਹ ਭਾਰ ਉਹਨਾਂ ਦਾ ਜ਼ਿਆਦਾ। ਕੋਈ ਗੱਲ ਨਹੀਂ, ਕਈ ਵਾਰੀ ਸੱਚਾਈ ਦਾ ਅਣਖ ਦਾ ਕੱਲਾ ਇੱਕ ਖੰਭ ਜਿੰਨਾ ਵੀ ਹੋਵੇ ਨਾ ਭਾਰ, ਚੱਕ ਕੇ ਪਟਕਾ ਕੇ ਮਾਰਦਾ। ਮੇਰਾ ਗੀਤ ਸੀ ਮੈਡਮ ਨੈਸ਼ਨਲ ਵਿਲੇਜਰ 1, ਉਹਦੇ 'ਚ ਉਹਦੀਆਂ 2 ਲਾਈਨਾਂ ਸੁਣਾਉਂਗਾ ਤੁਹਾਨੂੰ। ਉਹ ਗੁੱਡੀ ਚੜ੍ਹਦੀ ਦਾ ਮਾਣ ਵੀ ਨਾ ਕਰੀਏ, ਪੈਰ ਪੈਰੇ ਉੱਤੇ ਰੱਬ ਕੋਲੋਂ ਡਰੀਏ, ਬਖਸ਼ੇ ਰੱਬ ਬਖਸ਼ੇ, ਰੱਬ ਬਖਸ਼ੇ ਜੇ ਮਿਹਨਤਾਂ ਨੂੰ ਰਹਿਮਤਾਂ, ਫਿਰ ਕਰਕੇ ਵਿਖਾਈਏ ਬਹੁਤੀ ਚੌੜਨਾ, ਜੱਸੀ ਦੀ ਯਾਰੀ ਜੱਸੀ ਦੀ, ਹਾਂ ਯਾਰੀ ਜੱਸੀ ਦੀ, ਉਹ ਵਿਕਦੀ ਬਾਜ਼ਾਰ ਨਾ, ਨਹੀਂ ਤੇ ਜਾਗੀ ਉੱਤੇ ਮੂਸਿਆਂ ਦੀ, ਆਏ ਆਏ ਜਾਗੀ ਉੱਤੇ ਦੱਲਿਆਂ ਦੀ ਥੋੜਨਾ, ਜਾਗੀ ਉੱਤੇ ਦੱਲਿਆਂ ਦੀ ਥੋੜਨਾ। ਸੰਗੀਤ ਨੂੰ ਬਣਾ ਕੇ ਢਾਲ ਦੁਨੀਆ ਨੀ ਚਾਰੀ ਦੀ, ਮੀਸਣਾ ਜਾਂ ਬਣ ਗੋਲੀ ਪਿੱਠ ਤੇ ਨਹੀਂ ਮਾਰੀ ਦੀ, ਉਹ ਓਨੀ ਛੇਤੀ ਲੈਂਦਾ ਜਿਹੜਾ ਜਿੰਨੀ ਛੇਤੀ ਚੜਦਾ, ਖੋਆ ਤਦ ਹੀ ਬਣੇਂਦਾ ਜਦੋਂ ਚੋਖਾ ਦੁੱਧ ਰੜਦਾ, ਸ਼ਬਦਾਂ ਦਾ ਮੁੱਲ ਜਿਹੜਾ ਲੇਖਕਾਂ ਦੇ ਪੱਲੇ ਕੱਲੀ ਗਨ ਗੁਣ 47 ਸੰਤੂਲੀ ਕਿੰਨੀ ਦੇਰ ਚੱਲੇ, ਇੱਥੇ ਗੱਲ ਵਿਕਦੀ ਏ ਕੱਲਾ ਰੌਲਾ ਨਹੀਂ ਉਹ ਵਿਕਦਾ, ਲੱਗੇ ਇੱਥੇ ਗੱਲ ਵਿਕਦੀ ਏ ਕੱਲਾ ਰੌਲਾ ਨਹੀਂ ਉਹ ਵਿਕਦਾ, ਰੱਖੇ ਜੋ ਮਿਠਾਸ ਉਹ ਜ਼ਿਆਦਾ ਦੇਰ ਟਿਕਦਾ, ਲੱਗੇ ਤੈਨੂੰ ਤੇਰੇ ਬਿਨਾ ਹੋਣਾ ਨਹੀਂ ਗੁਜ਼ਾਰਾ, ਓਏ ਕਦੇ ਕਦੇ ਝੋਟਾ ਪੈਂਦਾ 10 ਸ਼ੇਰਾਂ ਉੱਤੇ ਭਾਰਾ, ਕਾਕਾ ਵੇਖੀ ਜਾ ਕੇ ਮਿੱਤਰਾਂ ਦਾ ਟਰੈਕ ਰਿਕਾਰਡ, ਤੇਰੇ ਜਿਹੇ ਗੋਲੂ ਮੋਲੂ ਕਹਿੰਦੇ ਓ ਮਾਈ ਗੋਡ, ਤੱਤੀ ਚੀਜ਼ ਜੱਗ ਉੱਤੇ ਜ਼ਰਾ ਵਿਕਦੀ ਏ ਛੇਤੀ, ਕਾਕਾ ਪੰਜਾਬ ਨੂੰ ਲੁਟਾਉਂਦੇ ਸਦਾ ਘਰ ਦੇ ਹੀ ਭੇਤੀ, ਐਸਾ ਰੋਗ ਨਹੀਂ ਕੋਈ ਜਿਹਦੀ ਹੈ ਨਹੀਂ ਦਵਾ, ਉਹਨੂੰ ਧੂ ਭਜਾਈਏ ਜਿਹੜਾ ਬਣੇ ਫੰਨੇ ਖਾਂ, ਜਿਹਦੇ ਜਿਗਰ ਚ ਜਿਹਦੀ ਕਲਮ ਚ ਜਾਨ ਉਹੀ ਬਣਦਾ ਤੂਫਾਨ, ਲੁੱਕ ਫਕੀਰਾਂ ਵਾਲੀ ਸਾਡੀ ਪਰ ਰਾਜਿਆਂ ਦੀ ਸ਼ਾਨ, ਟਾਣੀ ਥੋੜੀ ਜਿੰਨੀ ਵੀ ਜੇ ਕਿਤੇ ਜੁੜੀ ਰਹੇ ਜ਼ਮੀਨ ਨਾਲ, ਛੇਤੀ ਕਦੀ ਸੁੱਕਦੀ ਨਹੀਂ ਹੋਏ, ਤੇਰੀ ਇੱਕੋ ਗੱਲ ਮਾੜੀ ਤੈਨੂੰ ਲੱਗੂਗੀ ਕਰਾਰੀ, ਅੜੇ ਗੰਨ ਤੇ ਗਰਾਰੀ, ਤੇਰੀ ਮੈਂ ਮੁੱਕਦੀ ਨਹੀਂ। ਓਏ ਜਿਹੜਾ ਮੈਂ ਕਰਦਾ ਨਾ ਕਿ ਮੈਂ ਉਹ ਰੇਂਜ ਤੇ ਮੈਂ ਇਹ ਤੇ ਅੱਧਾ ਸਭ ਨੈਸ਼ਨਲ ਵਿਲੇਜਰ 2 ਚ ਕੱਲਾ ਤੂੰ ਨਹੀਂ, ਟਾਰਗੇਟ ਤੇ ਤੋਂ ਬਹੁਤ ਉੱਤੇ ਆ ਜਿਹੜੀਆਂ I will say the haters, provided they are my haters, never mind. After watching National Villager 2 Musa the film, you have to decide ਕਿ ਗੱਲ ਕਿੱਥੋਂ ਸ਼ੁਰੂ ਕੀਤੀ ਸੀ, ਗੱਲ ਕਹੀ ਕਿੱਥੇ ਹੈ। ਇਸ ਬੰਦੇ ਦਾ ਕੌਨਫੀਡੈਂਸ ਐਸਾ ਕਿਉਂ ਹੈ? ਕਿਉਂਕਿ ਮੈਨੂੰ ਤੁਸੀਂ ਕਹਿੰਦੇ ਹੋ ਨਾ ਪਿੱਛੇ ਤੁਸੀਂ ਕੁਝ ਬੋਲੇ ਨਹੀਂ ਸੀ, ਚੁੱਪ ਕਿਉਂ ਰਹੇ?
ਕਿਉਂਕਿ ਬੋਲਣ ਨੂੰ ਹੋਵੇ ਵੀ ਤਾਂ ਕੁਝ ਪਹਿਲਾਂ ਬੜਾ ਬੋਲੀ ਦਾ ਲਾਈਵ ਹੋ ਕੇ, ਜਦੋਂ ਤੁਸੀਂ ਲਾਈਵ ਹੋ ਕੇ ਬੋਲਦੇ ਹੋ ਨਾ ਸਾਰਾ ਕੁਝ ਤਾਂ ਤੁਸੀਂ ਲੋਕਾਂ ਨੂੰ ਲਾਈਵ 'ਚ ਦੇ ਦਿੰਦੇ ਹੋ, ਗਾਣਿਆਂ 'ਚ ਕੀ ਰਹਿ ਗਿਆ? ਤੇ ਫਿਰ ਕੀ ਹੈ ਉਹ ਉਹਦੀ ਕਦਰ ਨਹੀਂ ਪੈਂਦੀ। ਪਰ ਜਦੋਂ ਇੱਥੇ ਲੋਕਾਂ ਨੂੰ ਆਦਤ ਹੈ ਕਿ ਇੱਧਰ ਆਵੇ ਬੰਦਾ, ਉਹ ਨਾ ਵੱਡੀ ਜੀ ਕਾਰ 'ਚੋਂ ਉਤਰੇ ਤੇ ਉਧਰ ਕੋਈ ਕੁੜੀ ਛੇੜਦਾ ਹੋਵੇ, ਹੀਰੋ ਤੁਰਿਆ ਆਵੇ ਤੇ ਆ ਕੇ ਵੀ ਗੁੰਡਿਆਂ ਦੇ ਥੱਪੜ ਮਾਰੇ ਤੇ ਉਹ ਡਿੱਗਣ, ਇਹ ਲੋਕਾਂ ਨੂੰ ਇਹਨਾਂ ਦੀ ਆਦਤ ਪੈ ਗਈ। ਲੋਕਾਂ ਨੂੰ ਆਦਤ ਪੈ ਗਈ ਫਿਲਮੀ ਹੀਰੋਆਂ ਦੀ, ਗਾਣੇ ਵਾਲੇ ਹੀਰੋਆਂ ਦੀ। ਲੋਕੀ ਅਸਲੀ ਹੀਰੋਆਂ ਨੂੰ ਨਹੀਂ ਪੁੱਛਦੇ ਮੈਡਮ, ਇੱਥੇ ਫੌਜੀਆਂ ਨੂੰ ਨਹੀਂ ਪੁੱਛਦੇ ਜਿਹੜੇ ਸ਼ਹੀਦ ਹੋ ਕੇ ਆਉਂਦੇ ਆ ਤਬੂਤਾਂ 'ਚ, ਉਹਨਾਂ ਦੇ ਪਰਿਵਾਰ। ਹੁਣੀ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਹੈ, ਇੱਕ ਕਾਰਗਿਲ ਦੇ ਸ਼ਹੀਦ ਦੀ ਮਾਂ ਦਿਹਾੜੀ ਕਰਦੀ ਆ, ਦਿਹਾੜੀ ਇਹ ਜਿਹੜੇ ਪਿੰਡ 'ਚ ਦਿਹਾੜੀ ਕਰਦੀ ਆ, ਤੁਸੀਂ ਆਪਣੇ ਪਿੰਡਾਂ ਵਿੱਚ ਝਾਤੀ ਮਾਰ ਕਿੰਨੇ ਫੌਜੀਆਂ ਉਹ ਮੈਡਮ ਉਹ ਦਿਹਾੜੀ ਕਰਦੀ ਰੋਂਦੀ ਸੀ, ਆਪਣੇ ਉਹਦੇ ਪੁੱਤ ਦਾ ਬੁੱਤ ਲੱਗਿਆ, ਬੁੱਤ ਦੇ ਉੱਤੋਂ ਧੂਲ ਮਿੱਟੀ ਸਾਫ਼ ਕਰਦੀ ਸਟੋਰੀ ਹੈ ਇੱਕ। ਮੇਰੀਆਂ ਅੱਖਾਂ 'ਚੋਂ ਪਾਣੀ ਆ ਗਿਆ ਵੀ ਕਿੱਥੇ ਗਈ ਇਨਸਾਨੀਅਤ ਹੋਏ ਜਦੋਂ ਤੁਸੀਂ ਜਿਹੜੇ ਸ਼ਹੀਦ ਤੁਹਾਡੇ ਦੇਸ਼ ਲਈ, ਤੁਹਾਡੀ ਜ਼ਿੰਦਗੀ ਬਚਾਉਣ ਲਈ, ਤੁਹਾਨੂੰ ਚੰਗੀ ਆਬੋ ਹਵਾ ਦੇਣ ਲਈ ਆਪਣੀ ਜਾਨ ਕੁਰਬਾਨ ਕਰਕੇ, ਜੇ ਉਹਨਾਂ ਦੀਆਂ ਮਾਵਾਂ ਨੂੰ ਨਹੀਂ ਪੁੱਛਿਆ ਤੁਸੀਂ ਮੈਨੂੰ ਪੁੱਛੋਗੇ? ਹੋਏ ਮੈਂ ਤੇ ਕੁਝ ਵੀ ਨਹੀਂ, ਉਹਨਾਂ ਫੌਜੀਆਂ ਦੇ ਪੈਰਾਂ ਵੀ ਨਹੀਂ। ਜੱਸੀ ਜੀ, ਕੀ ਤੁਹਾਨੂੰ ਲੱਗਦਾ ਹੈ ਜਦੋਂ ਇੰਟਰਨੈਸ਼ਨਲ ਵਿਲੇਜਰ ਜਿਹੜੀ 2 ਹੈ ਜਦੋਂ ਇਹ ਆਏਗੀ ਸਭ ਦੇ ਸਾਹਮਣੇ ਔਰ ਜਦੋਂ ਇਹ ਸਭ ਦੇਖਣਗੇ, ਇਸ ਨੂੰ ਸੁਣਨਗੇ, ਉਸ ਤੋਂ ਬਾਅਦ ਜਿਹਨੇ ਹੁਣ ਨੈਗੇਟਿਵ ਕਮੈਂਟ ਆ ਰਹੇ ਕਿ ਉਹ ਪੋਜ਼ਿਟਿਵ ਵਿੱਚ ਬਦਲਣਗੇ, ਜਾਂ ਫਿਰ ਜਿਸ ਦੇ ਬਾਰੇ ਤੁਸੀਂ ਇਸ ਦੇ ਵਿੱਚ ਗੱਲ ਕੀਤੀ ਹੈ ਉਹਦੇ ਕਰਕੇ ਤੁਹਾਨੂੰ ਹੋਰ ਜਿਹੜੀਆਂ ਨੈਗੇਟਿਵ ਜਿਹੜੀ ਚੀਜ਼ਾਂ ਸੁਣਨੀਆਂ ਪੈਣੀਆਂ ਜਾਂ ਦੇਖਣੀਆਂ ਪੈਣੀਆਂ? ਮੈਡਮ ਕੋਈ ਗੱਲ ਨਹੀਂ ਜੀ, ਤੁਸੀਂ ਐਂ ਦੱਸੋ, ਆਪਾਂ ਪਿਛਲੀ ਇੰਟਰਵਿਊ ਤੇ ਮਿਲੇ ਸੀ, ਹੱਸਦਾ ਸੀ ਮੈਂ, ਇਸ ਇੰਟਰਵਿਊ ਤੇ ਫਿਰ ਹੱਸਦਾ। ਮੈਡਮ ਆਪਣਾ ਇੱਕ ਨਾ ਮਾਲੀ ਦਾ ਕੰਮ ਫਲ ਫੁੱਲ ਲਾਉਣਾ, ਭਰ ਮੁਸ਼ਕਾਂ ਲਾਵੇ, ਹੈਨਾ, ਵੀ ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਵੀ ਉਹਦਾ ਜੇ ਫਰੂਟ ਲਾਉਣਾ ਹੋਇਆ ਤਾਂ ਉਹ ਲਾ ਦੂਗਾ। ਮੈਨੂੰ ਐਗਜ਼ੈਕਟਲੀ ਇਸ ਟਾਈਮ ਯਾਦ ਨਹੀਂ ਆ ਰਿਹਾ ਕਿਉਂਕਿ ਗੱਲਾਂ ਬਹੁਤ ਨੇ, ਮੈਨੂੰ ਨੈਸ਼ਨਲ ਵਿਲੇਜਰ 2 ਦੇ ਲਈ ਮੈਨੂੰ ਬਹੁਤ ਟਾਈਮ ਚਾਹੀਦਾ। ਵੀ ਉਹ ਦਾਤੇ ਤੇ ਹੈ, ਇਹ ਕੌਣ ਹੈ ਨੈਗੇਟਿਵ ਕਮੈਂਟ ਕਰਨ ਵਾਲੇ? ਪਹਿਲਾਂ ਉਹਨਾਂ ਕੋਲ ਜੱਸੀ ਜਸਰਾਜ ਤੱਕ ਆਓ ਤਾਂ ਸਹੀ, ਉਸ ਲੈਵਲ ਤੱਕ ਆਓ ਤਾਂ ਸਹੀ, ਕਮੈਂਟ ਤਾਂ ਤੁਹਾਡਾ ਮੈਟਰ ਕਰਦਾ। ਪਹਿਲਾਂ ਉਸ ਇੰਟੈਲੈਕਚੁਅਲ ਉਸ ਬਿਰਤੀ ਦੇ ਲੈਵਲ ਤੱਕ, ਇਹ ਨਹੀਂ ਕਿ ਯਾਰ ਫੇਮ ਫੂਮ ਨੇ ਸੋਚੋ ਵੀ ਫੇਮ ਭਾਈ ਤੈਨੂੰ ਘਮੰਡ ਹੈ ਨਾ, ਪਹਿਲਾਂ ਇਸ ਦਿਮਾਗੀ ਪੱਧਰ ਤੇ ਇੰਨੇ ਉੱਤੇ ਆਓ ਕਿ ਤੁਹਾਨੂੰ ਫਿਕਰ ਹੋਵੇ ਕਿ ਪੰਜਾਬ, ਤੁਹਾਡਾ ਯੂਥ, ਤੁਹਾਡਾ ਕਿਸਾਨ ਮਰ ਕਿਉਂ ਰਿਹਾ, ਤੁਹਾਡੇ ਨਾਲ ਦੇ ਕਿੰਨੇ ਬੰਦੇ ਯਾਰ ਵਿਚਾਰੇ ਨਸ਼ਿਆਂ 'ਚ ਪੈ ਕਿਉਂ ਰਹੇ ਆ। ਜਦ ਤੁਹਾਨੂੰ ਉਹਨਾਂ ਦੀ ਫਿਕਰ ਨਹੀਂ, ਤੁਸੀਂ ਮੇਰੀ ਕੀ ਫਿਕਰ ਕਰੋਗੇ? ਤੁਹਾਤੋਂ ਮੈਂ ਉਮੀਦ ਨਹੀਂ ਰੱਖਦਾ ਯਾਰ, ਮੈਨੂੰ ਤੁਹਾਡੇ ਤੇ ਤਰਸ ਹੀ ਆਉਂਦਾ ਜਿਹੜੇ ਤੁਸੀਂ ਕੀ ਆ, ਤੁਹਾਡੇ ਕੋਲ ਇੰਨਾ ਟਾਈਮ ਹੈ ਕਿ ਤੁਸੀਂ ਸਿੰਗਰਾਂ ਲਈ ਨੈਗੇਟਿਵ ਤੇ ਟੀਮਾਂ ਬਣਾ ਲੜੋ। ਇਟ ਮੀਨਸ ਤੁਸੀਂ ਵਿਹਲੇ ਹੋ ਵੀਰੇ, ਤੁਸੀਂ ਬੇਰੁਜ਼ਗਾਰ ਹੋ, ਮੈਨੂੰ ਤਰਸ ਆਉਂਦਾ ਤੁਹਾਡੇ ਤੇ। ਯੈਸ, ਚੰਗੀ ਚੀਜ਼ ਨੂੰ ਦੇਖੋ, ਕੁਝ ਸਿੱਖੋ ਯਾਰ, ਆਪਣੇ ਮਾਂ-ਬਾਪ ਤੋਂ ਸਿੱਖੋ, ਬਹੁਤ ਔਖੇ ਮਿਹਨਤਾਂ ਕਰ ਪੈਸੇ ਕਮਾਉਂਦੇ, ਤੁਸੀਂ ਤਾਂ ਮਿੰਟ 'ਚ ਕਹਿੰਦੇ ਹੋ ਬਾਪੂ ਫਲਾਣੇ ਨੇ ਬੁਲਟ ਲੈ ਲਿਆ ਮੈਂ ਵੀ ਲੈਣਾ। ਉਹ ਬਾਪੂ ਕਹਿੰਦਾ ਪੁੱਤ ਮੈਂ ਧੀਆਂ ਵੀ ਵਿਆਹੁਣੀਆਂ ਤੇ ਮੈਂ ਹੋਰ ਬੜੇ ਕੰਮ ਕਰਨੇ ਆ, 1.5 ਲੱਖ ਦਾ ਬੁਲਟ ਆਉਂਦਾ ਪੁੱਤ, ਮੈਂ ਕਿੱਥੋਂ ਨਾ ਗਲ 'ਚ ਗੂਠਾ ਦੇ ਦਿੰਦੇ ਹੋ। ਬਹੁਤ ਕੁਝ ਹੈ ਯਾਰ, ਮੈਂ ਇੰਨਾ ਕੁਝ ਦੇਖਿਆ ਜ਼ਿੰਦਗੀ 'ਚ ਕਿ ਤੁਹਾਨੂੰ ਸਮਝਾਉਣਾ ਚਾਹੁੰਦਾ। ਜੇ ਸਮਝ ਆ ਗਈ ਤਾਂ ਨੈਸ਼ਨਲ ਵਿਲੇਜਰ 2 ਤੁਹਾਡੇ ਅੰਦਰੋਂ ਲੀਰੋ ਲੀਰ ਕਰ ਦੂਗਾ। ਜੇ ਤੁਹਾਡੇ ਅੰਦਰ ਇਨਸਾਨੀਅਤ ਹੋਈ ਤੇ ਤੁਸੀਂ ਜਾਗਦੇ ਹੋਏ ਉਸ ਲੈਵਲ ਤੱਕ, ਵੱਡੇ ਤੋਂ ਵੱਡੇ ਬੰਦਾ, ਸਾਡਾ 2.5 ਲੱਖ ਰੁਪਇਆ ਕੀਮਤ ਹੈ ਇੱਕ ਵਾਰੀ ਗਾਣਾ ਸੁਣਨ ਦੀ, 2.5 ਲੱਖ ਰੁਪਇਆ। ਇਹ ਨੈਸ਼ਨਲ ਵਿਲੇਜਰ 2 ਮੂਸਾ, ਇਹ ਪੂਰਾ ਜੋ ਸਾਡਾ ਬਣਿਆ ਨਾ ਫਿਲਮ, ਇਹ 2.5 ਲੱਖ ਰੁਪਇਆ ਕੀਮਤ ਹੈ ਇੱਕ ਵਾਰੀ ਸੁਣਨ ਦੀ। ਜਿਹਨੂੰ ਪਸੰਦ ਆ ਗਿਆ, ਚਾਹੇ ਬਾਈ ਤੁਸੀਂ 100 ਰੁਪਇਆ ਕਮਾਉਨੇ ਹੋ ਦਿਹਾੜੀ ਦਾ, 2.5 ਰੁਪਏ ਕੱਢ ਕੇ ਜੱਸੀ ਦੇ ਇੱਕ ਪਾਸੇ ਰੱਖ ਦਿਓ ਜੇ ਪਸੰਦ ਆ ਗਿਆ, ਜੇ ਨਹੀਂ ਪਸੰਦ ਆਇਆ ਫ੍ਰੀ ਹੈ। ਤੇ ਜਿਨ੍ਹਾਂ ਕੋਲ ਅਰਬਾਂ ਕਰੋੜਾਂ ਪਿਆ, ਤੁਸੀਂ ਜੇ ਤੁਹਾਨੂੰ ਜੱਚ ਗਿਆ ਵੀ ਯਾਰ ਮੁੰਡੇ ਨੇ ਬਹੁਤ ਸਿਆਣੀ ਗੱਲ ਕੀਤੀ ਆ, ਤਾਂ ਬਾਈ ਜੀ ਫਿਰ 2.5 ਲੱਖ ਰੁਪਇਆ ਮੇਰਾ ਕੱਢ ਕੇ ਇੱਕ ਪਾਸੇ ਰੱਖ ਦਿਓ। ਫ੍ਰੀ ਕੁਛ ਨਹੀਂ ਹੈ। ਜਿਹੜੀ ਆਪਾਂ ਤੁਸੀਂ ਕਹਿੰਦੇ ਹੋ ਨਾ ਵੀ ਤੁਸੀਂ ਲਾਈਵ ਨਹੀਂ ਹੁੰਦੇ, ਮੈਡਮ ਇਹ ਫ੍ਰੀ 'ਚ ਗੱਲਾਂ ਕਰਕੇ ਨਾ ਨੋਬਡੀ ਕੇਅਰਸ। ਕੁਛ ਇੱਕ ਲੋਕ ਆ ਵਿਚਾਰੇ ਜਿਹੜੇ ਤੁਹਾਡੇ ਬਾਰੇ ਬੋਲ ਜਾਂਦੇ ਆ ਤੇ ਉਦੋਂ ਵੀ ਆਪਣੇ ਦੂਜੀ ਜਿਹੜੀ ਦੁਨੀਆ ਹੈ ਉਹ ਵਿਚਾਰੀ ਜਿਹੜੀ ਗੁੰਮਰਾਹ ਹੋਈ ਆ, ਉਹਨਾਂ ਨੇ ਆ ਕੇ ਤੇਰੀ ਭੈਣ ਦੀ ਤੇਰੀ ਮਾਂ ਦੀ ਕਰ ਜਾਣਾ। ਸੋ ਅਸੀਂ ਲੀਰ ਸਹੀ ਫਕੀਰ ਸਹੀ, ਕਈ ਕਹਿੰਦੇ ਜੱਸੀ ਲੀਰ ਹੈ, ਉੜਦਾ ਤੀਰ, ਪਤਾ ਨਹੀਂ ਕੀ ਗੱਲਾਂ ਕਰਦੇ ਨੇ। ਅਸੀਂ ਲੀਰ ਸਹੀ ਫਕੀਰ ਸਹੀ, ਅਸੀਂ ਖੁੰਡੀ ਜਿਹੀ ਸ਼ਮਸ਼ੀਰ। ਹੁਣ ਸ਼ਮਸ਼ੀਰ ਦਾ ਮਤਲਬ ਵੀ ਤੁਹਾਨੂੰ ਦੱਸਦਾ, ਤਲਵਾਰ ਹੁੰਦਾ। ਅਸੀਂ ਲੀਰ ਸਹੀ ਫਕੀਰ ਸਹੀ, ਅਸੀਂ ਖੁੰਡੀ ਜਿਹੀ ਸ਼ਮਸ਼ੀਰ ਸਹੀ। ਚਲੋ ਤੁਹਾਡੀ ਗੱਲ ਉੱਚੀ ਕਰਦੇ ਆਂ, ਅਸੀਂ ਨਿਸ਼ਾਨਿਓਂ ਖੁੰਝੇ ਤੀਰ ਸਹੀ। ਇਲੈਕਸ਼ਨ ਨਾਲ ਨਹੀਂ ਨਾ ਜਿੱਤਿਆ, ਐ ਕਹਿ ਲੋ। ਚਲੋ ਤੁਹਾਡੀ ਗੱਲ ਵੱਡੀ ਕਰਦੇ ਆਂ ਦੋਸਤੋ, ਅਸੀਂ ਨਿਸ਼ਾਨਿਓਂ ਖੁੰਝੇ ਤੀਰ ਸਹੀ, ਪਰ ਦਾਤੇ ਨੇ ਸਦਾ ਫਕੀਰਾਂ ਤੋਂ ਸਟਾਰ ਸੁਪਰਸਟਾਰ ਰਾਜੇ ਮਹਾਰਾਜੇ ਤੇ ਮੁੱਖ ਮੰਤਰੀ ਚੀਫ ਮਿਨਿਸਟਰ ਫਰਸ਼ੋਂ ਚੱਕ ਕੇ ਅਰਸ਼ਾਂ ਤੱਕ ਬਹਾਏ ਨੇ। ਫਕੀਰਾਂ ਨੇ ਬਹਾਏ ਨੇ, ਯਾਦ ਰੱਖ ਲਿਓ, ਆਦਿ ਕਾਲ ਤੋਂ ਚੱਲਦੀ ਆਉਂਦੀ ਹੈ ਗੱਲ। ਫਰਸ਼ੋਂ ਚੱਕ ਅਰਸ਼ਾਂ ਤੱਕ ਬਹਾਏ ਨੇ,
ਉਹ ਕੀ ਹੋਇਆ, ਇਲੈਕਸ਼ਨ ਹਾਰ ਗਏ, ਪਰ ਚਿਰਾਂ ਤੋਂ ਸੁੰਨੀਆਂ ਪਈਆਂ ਬੰਜਰ ਜ਼ਮੀਨਾਂ ਤੇ ਕੁਝ ਇੱਕ ਇਨਕਲਾਬ ਦੇ ਬੂਟੇ ਤਾਂ ਲਾਏ ਨੇ। ਇਸ ਗੱਲ ਦਾ ਤਾਂ ਸਾਨੂੰ ਹੈ ਕਿ ਇਨਕਲਾਬ ਦੇ ਬੂਟੇ ਤਾਂ ਲਾਏ ਨੇ। ਉਹ 20 ਸਾਲ ਇੰਡਸਟਰੀ 'ਚ ਰਹਿਣਾ ਸੌਖਾ ਨਹੀਂ, ਹਲਕੇ ਕੁੱਤਿਆਂ ਦੇ ਬੂਥਿਆਂ ਨੂੰ ਪੈਣਾ ਸੌਖਾ ਨਹੀਂ। ਇਸ ਵਾਰ ਵੀ ਨਵੇਂ ਛੋਟੂਆ ਤੇ ਤੇਰੀਆਂ ਭੇਡਾਂ ਨੂੰ ਇੰਨੀ ਗੱਲ ਦਾ ਚੈਲੰਜ ਹੈ ਕਿ ਗੱਲ ਧੁਰੰਦਰ ਤੱਕ ਲਾ ਦਾਂਗੇ। ਰੱਬ ਦਾਤਾ ਡਾਢਾ ਖੈਰ ਕਰੇ, ਹਲਕੇ ਪਿੱਟ ਬੁੱਲਾਂ ਨੂੰ ਵੀ ਦੰਦਲ ਪਾ ਦਾਂਗੇ, ਹਲਕੇ ਪਿੱਟ ਬੁੱਲਾਂ ਨੂੰ ਵੀ ਦੰਦਲ ਪਾ ਦਾਂਗੇ। 18/9/2020 ਨੂੰ ਵੇਖਿਓ, ਫੁੱਲ ਖਿਲਾਰੇ ਪਾ ਦਾਂਗੇ, ਫੁੱਲੋ ਫੁੱਲ ਖਿਲਾਰੇ ਪਾ ਦਾਂਗੇ। ਧੰਨ ਗੁਰੂ ਗੋਬਿੰਦ ਸਿੰਘ ਜੀ, ਉੱਚਾ ਲਫ਼ਜ਼ ਨਾ ਲਾਜ ਰੱਖਿਓ ਇਸ ਦਿਮਾਗ ਦੀ, ਇਸ ਪੱਗ ਦੀ, ਤੁਹਾਡੇ ਆਸ ਰਹੀ ਹੈ ਜੀ। ਜੈਸੇ ਜੀ ਇੱਕ ਗੱਲ ਹੋਰ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਜਿੱਥੇ ਦੇਖਦੇ ਹਾਂ ਕਿ ਕਲਾਕਾਰ ਇੱਕ ਦੂਸਰੇ ਨੂੰ ਰਿਪਲਾਈ ਦਿੰਦੇ ਆ ਸੋਸ਼ਲ ਮੀਡੀਆ ਤੇ ਆ ਕੇ, ਚਾਹੇ ਗਾਣਿਆਂ ਵਿੱਚ ਦੇ ਰਿਹਾ ਹੈ, ਚਾਹੇ ਇੱਕ ਦੂਸਰੇ ਨੂੰ ਲਾਈਵ ਹੋ ਕੇ ਗੱਲ ਕਹਿ ਰਹੇ ਹੁੰਦੇ ਆ, ਉੱਥੇ ਅੱਜ ਕੱਲ ਸਪੋਰਟਰਸ ਵੀ ਇੱਕ ਦੂਸਰੇ ਨੂੰ ਇੱਕ ਬੰਦੇ ਦਾ ਸਪੋਰਟਰ ਹੈ ਤੇ ਦੂਸਰੇ ਬੰਦੇ ਦੇ ਸਪੋਰਟਰ ਨੂੰ ਗਾਲਾਂ ਕੱਢਦਾ ਹੈ, ਕਮੈਂਟਸ ਵਿੱਚ ਗਾਲੋ ਗਾਲੀ ਹੋਈ, ਮਤਲਬ ਇੰਨੀ ਕੁ ਗਾਲ ਲਿਖਦੇ ਹੈ ਕਿ ਕਈ ਵਾਰ ਤਾਂ ਪੜਿਆ ਵੀ ਨਹੀਂ ਜਾਂਦਾ, ਇੰਨਾ ਬੁਰਾ ਹਾਲ ਹੈ। ਇਸ ਚੀਜ਼ ਬਾਰੇ ਤੁਸੀਂ ਕੀ ਕਹੋਗੇ ਕਿ ਅਗਰ ਇੱਕ ਬੰਦੇ ਦਾ ਕੋਈ ਸਪੋਰਟਰ ਹੈ ਔਰ ਅਗਰ ਉਹ ਕੁਝ ਨੈਗੇਟਿਵ ਬੋਲ ਰਿਹਾ ਹੈ ਤੇ ਬਜਾਏ ਉਹਦੇ ਕਿ ਹਾਂ ਇਸ ਗੱਲ ਨੂੰ ਉੱਥੇ ਖਤਮ ਕੀਤਾ ਜਾਵੇ, ਉੱਥੇ ਹੋਰ ਇਸ ਨੂੰ ਅੱਗ ਜਿਹੜੀ ਹੈ ਹੋਰ ਜਿਹੜਾ ਚਿਣਕ ਜੀ ਲਾ ਦਿੱਤੀ ਜਾਂਦੀ ਹੈ। ਤੇ ਜਦੋਂ ਕੋਈ ਕਲਾਕਾਰ ਲਾਈਵ ਹੋ ਕੇ ਇੰਨੀ ਗੱਲ ਕਹਿ ਸਕਦਾ ਹੈ ਕਿ ਹਾਂ ਮੈਨੂੰ ਫਲਾਣੇ ਜਿਹੜੇ ਕਲਾਕਾਰ ਨੇ ਇਦਾਂ ਕੀਤਾ ਉੱਦਾਂ ਕੀਤਾ, ਤੇ ਲਾਈਵ ਹੋ ਕੇ ਜਦੋਂ ਉਹ ਦੇਖਦਾ ਹੈ ਕਿ ਇੰਨੀ ਅੱਗੇ ਚੀਜ਼ ਵੱਧ ਚੁੱਕੀ ਹੈ, ਇੰਨੀ ਅੱਗੇ ਲੜਾਈ ਵੱਧ ਚੁੱਕੀ ਹੈ, ਤੇ ਲਾਈਵ ਹੋ ਕੇ ਉੱਥੇ ਖਤਮ ਵੀ ਤਾਂ ਕਰ ਸਕਦਾ ਹੈ। ਬਿਲਕੁਲ ਕਰ ਸਕਦਾ ਜੀ। ਮੈਂ ਤਾਂ ਹੁਣ ਵੀ ਕਹਿਣਾ ਵੀ ਬਾਈ ਜੀ ਗੱਲ ਸੁਣ ਲਓ ਮੇਰੀ। ਦੇਖੋ, ਜਦ ਤੱਕ ਤੁਸੀਂ ਤਰਕ ਨਾਲ ਗੱਲ ਨਹੀਂ ਕਰੋਗੇ, ਜਦ ਦੇਖੋ ਤੁਸੀਂ, ਮੈਂ ਕਹਿੰਦਾ ਡਿਬੇਟ ਕਰੋ ਤੁਸੀਂ ਅਲੱਗ-ਅਲੱਗ, ਜਿਵੇਂ ਸੁਖਬੀਰ ਬਾਦਲ ਦੇ ਫੈਨ, ਕੈਪਟਨ ਦੇ ਫੈਨ ਹੈ ਨਾ, ਇਹ ਤੁਸੀਂ ਦੇਖਦੇ ਆ ਰਹੇ ਹੋ ਨਾ ਮੇਰੇ ਦੋਸਤੋ, ਧਿਆਨ ਨਾਲ ਸੁਣੋ ਮੇਰੀ ਗੱਲ। ਇਹ ਅਕਾਲੀ ਦਲ, ਕਾਂਗਰਸ, ਅਕਾਲੀ ਦਲ, ਬੀਜੇਪੀ, ਆਪਣੇ ਕਾਂਗਰਸ, ਇਹ ਚੱਲਦਾ ਆ ਰਿਹਾ ਨਾ। ਅਸੀਂ ਪਿੰਡ 'ਚ ਆਪਸ 'ਚ ਲੜੀ ਜਾਂਦੇ ਆ ਬਾਈ ਜੀ। ਉਹ ਦੋਨੋਂ ਇੱਕ ਨਾ ਇੱਕ ਦਿਨ ਉਹਨਾਂ ਲੋਕਾਂ ਨੇ ਫਿਰ ਜੱਫੀ ਪਾ ਲੈਣੀ ਹੈ। ਜਿਹੜੇ ਕਲਾਕਾਰਾਂ ਪਿੱਛੇ ਲੜਦੇ ਹੋ, ਜਿੱਦਣ ਉਹਨਾਂ ਦੇ ਆਪਣੇ ਆਪਸੀ ਵਖਰੇਵੇਂ ਦੂਰ ਹੋ ਗਏ, ਹੋ ਸਕਦਾ ਉਹ ਵੀ ਨੇੜੇ ਹੋ ਜਾਣ। ਪਰ ਬਾਈ ਜੀ ਜਿਹੜੀਆਂ ਤੁਸੀਂ ਇੱਕ ਦੂਜੇ ਨੂੰ ਗਾਲਾਂ ਕੱਢ ਦੇਣੀਆਂ ਨੇ, ਉਹ ਗਾਲਾਂ ਕਦੀ ਮੁੜਨੀਆਂ ਨੇ। ਕਮਾਨ ਚੋਂ ਨਿਕਲਿਆ ਤੀਰ ਤੇ ਮੂੰਹ ਚੋਂ ਨਿਕਲੀ ਗਾਲ ਵਾਪਸ ਨਹੀਂ ਆਉਂਦੀ। ਦੇਖੋ, ਅਸੀਂ ਤੁਹਾਨੂੰ ਇਹ ਕਹਾਂਗੇ ਤਰਕ ਨਾਲ ਗੱਲ ਕਰੋ। ਯੈਸ, ਡਿਬੇਟ ਕਰੋ। ਤੁਸੀਂ ਆਪਣੇ ਆਰਟਿਸਟ ਨੂੰ ਜਾਂ ਤੁਸੀਂ ਆਪਣੀ ਪਾਰਟੀ ਨੂੰ ਡਿਫੈਂਡ ਕਰਦੇ ਹੋ, ਪੰਜਾਬ ਨੂੰ ਮੱਦੇ ਨਜ਼ਰ ਰੱਖਦੇ ਹੋਏ ਤਰਕ ਨਾਲ ਗੱਲ ਕਰੋ। ਗਾਲ ਕੱਢਣ ਦਾ ਕੀ ਮਤਲਬ ਹੈ ਯਾਰ? ਗਾਲ ਕੱਢਣ ਨਾਲ ਜਾਂ ਉੱਚੀ ਆਵਾਜ਼ ਬੋਲਣ ਨਾਲ ਡੂ ਯੂ ਥਿੰਕ ਦੈਟ ਕਿ ਤੁਹਾਡੀ ਗੱਲ ਦਾ ਵਜਨ ਜ਼ਿਆਦਾ ਹੋ ਜਾਊਗਾ? ਤਰਕ ਨਾਲ ਗੱਲ ਕਰੋ। ਅਗਰ ਕਿਸੇ ਨੇ ਕੋਈ ਚੰਗੀ ਗੱਲ ਕੀਤੀ ਹੈ, ਸਪੋਜ਼ ਕਰੋ ਮੇਰਾ ਕੋਈ ਵਿਰੋਧੀ ਚੰਗੀ ਗੱਲ ਕਰਦਾ, ਰਾਈਟ ਜੀ, ਤੇ ਉਹ ਮੈਡਮ ਉਹ ਵਿਰੋਧੀ ਦੀ ਵੀ ਸੁਣ ਲਓ ਯਾਰ। ਸਮਟਾਈਮਸ ਜਿਹਦਾ ਤੁਸੀਂ ਨਾਂ ਲੈਂਦੇ ਹੋ, ਉਹ ਕਈ ਗਾਣੇ ਉਹਨਾਂ ਦੇ ਵਧੀਆ ਹੁੰਦੇ ਨੇ ਤੇ ਯਾਰ ਉੱਥੇ ਕੋਈ ਕਿੰਤੂ ਪਰੰਤੂ ਨਹੀਂ ਹੈ। ਪਰ ਜਦੋਂ ਬਹੁਤਾਤ ਦੇਖਦੇ ਆ, ਜਦੋਂ ਤੱਕੜੀ 'ਚ ਤੋਲਦੇ ਆ, ਤਾਂ ਜਦੋਂ ਬਹੁਤਾਤ ਪੁੱਠੇ ਪਾਸੇ ਨੂੰ ਜਾਂਦੀ ਤਾਂ ਬੰਦਾ ਕਹਿੰਦਾ ਯਾਰ ਇਹਦਾ ਅਸਰ ਮਾੜਾ ਪੈਂਦਾ ਹੋਊਗਾ। ਫਿਰ ਅਸੀਂ ਜਿਹੜੀ ਗੱਲ ਕਰਨੀ ਹੈ ਨੈਸ਼ਨਲ ਵਿਲੇਜਰ 2 ਦੇ ਵਿੱਚ, ਇਹ ਉਈਓ ਹਵਾ 'ਚ ਗੱਲ ਨਹੀਂ ਹੋਊਗੀ, ਤਰਕ ਨਾਲ ਗੱਲ ਹੈ। ਇੱਕ ਲਫ਼ਜ਼ ਤੁਹਾਨੂੰ ਤਰਕ ਨਾਲ ਮਿਲੂਗਾ। ਹੁਣ ਉਹ ਐਡਾਮੈਂਟ ਹੋ, ਤੁਸੀਂ ਜਿੱਦੀ ਹੋ, ਤੁਸੀਂ ਘਮੰਡੀ ਹੋ, ਜਾਂ ਤੁਸੀਂ ਇੰਨੇ ਜ਼ਿਆਦਾ ਅੰਨੇ ਭਗਤੀ ਬਣ ਗਏ ਕਿਸੇ ਦੇ ਕਿ ਤੁਸੀਂ ਉਹ ਗੱਲ ਸੁਣਨੀ ਹੋਈ ਨਹੀਂ, ਫਿਰ ਅਲੱਗ ਗੱਲ ਹੈ। ਪਰ ਜੇ ਤੁਸੀਂ ਦਿਮਾਗ ਦੀ ਰੋਸ਼ਨੀ ਨਾਲ ਇਕੱਲੇ ਬਹਿ ਕੇ ਸੁਣੋਗੇ, ਮੈਨੂੰ ਵੀ ਭੁੱਲ ਜਾਓ, ਉਹਨਾਂ ਨੂੰ ਵੀ ਭੁੱਲ ਜਾਓ ਜਿਨ੍ਹਾਂ ਬਾਰੇ ਗੱਲ ਹੋਊਗੀ, ਲੀਡਰਾਂ ਨੂੰ ਜਾਂ ਜਿਹੜੇ ਵੀ ਆਰਟਿਸਟਾਂ ਦੀ ਗੱਲ ਉਹਦੇ 'ਚ ਹੋਊਗੀ ਨੈਸ਼ਨਲ ਵਿਲੇਜਰ 2 ਦੇ ਵਿੱਚ, ਇੰਡੀਆ ਪਾਕਿਸਤਾਨ ਦੀ ਜਿਹੜੀ ਗੱਲ ਹੋਊਗੀ, ਚਾਹੇ ਕੋਈ ਪਾਕਿਸਤਾਨੀ ਵੀ ਕਿਉਂ ਨਾ ਸੁਣਦੇ ਹੋਣ, ਪਰ ਜਦੋਂ ਤੁਸੀਂ ਪੂਰੇ ਤਰਕ ਨਾਲ ਉਸ ਗੱਲ ਨੂੰ ਸੁਣੋਗੇ, ਵੇਖੋਗੇ, ਤੇ ਬਾਈ ਜੀ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਆ ਕਿਹੜੇ ਪਾਸੋਂ ਖਿੜਕੀ ਖੋਲਤੀ ਜੱਸੀ ਨੇ। ਤੁਸੀਂ ਸਮਝਦੇ ਹੋ ਕਿ ਸਾਡੀ ਜਿਹੜੀ ਆਡੀਅנס ਹੈ, ਸਾਡੇ ਦਰਸ਼ਕ ਨੇ, ਬਹੁਤ ਭੋਲੇ ਨੇ, ਉਹ ਫਸ ਜਾਂਦੇ ਨੇ ਛੇਤੀ ਗੱਲਾਂ ਦੇ ਵਿੱਚ, ਗੱਲਾਂ ਵਿੱਚ ਛੇਤੀ ਆ ਜਾਂਦੇ ਨੇ? ਮੈਡਮ ਵਿਹਲੇ ਨੇ, ਭੋਲੇ ਤਾਂ ਹੈ ਹੀ ਨੇ, ਇਹ ਵਿਹਲੇ ਨੇ ਵਿਚਾਰੇ, ਬੇਰੁਜ਼ਗਾਰ ਨੇ, ਇਹਨਾਂ ਕੋਲ ਰੁਜ਼ਗਾਰ ਨਹੀਂ, ਫਿਰ ਕਰਨ ਕੀ? ਇੱਕੋ ਹੀ ਮਾਧਿਅਮ ਰਹਿ ਗਿਆ ਐਂਟਰਟੇਨਮੈਂਟ ਦਾ। ਧੌਣਾ ਬਿੰਗੀਆਂ ਹੋ ਗਈਆਂ, ਕੁੱਬੇ ਹੋ ਗਏ ਸਾਡੇ ਜਵਾਕ ਆ ਪਬਜੀ ਤੇ ਆਪਣੇ ਨੈਟ ਦੇਖ ਕੇ ਨਾ, ਪੁੱਠੀਆਂ ਚੀਜ਼ਾਂ ਦੇਖ ਕੇ। ਇਹਨਾਂ ਦਾ ਕਸੂਰ ਕੋਈ ਨਹੀਂ। ਜੇ ਰੁਜ਼ਗਾਰ ਹੁੰਦਾ ਮੈਡਮ, ਇੱਥੇ ਬਾਹਰਲੇ ਮੁਲਕਾਂ 'ਚ ਸਾਰੇ ਬੰਦੇ ਸਵੇਰ ਤੋਂ ਕੋਈ 3 ਵਜੇ ਉੱਠ ਕੇ ਦਿਹਾੜੀ ਚੱਲ ਜਾਂਦਾ, ਤੇ 2 ਘੰਟੇ ਦੀ ਡਰਾਈਵ ਹੁੰਦੀ ਹੈ, ਫਿਰ ਦਿਹਾੜੀ ਲਾ ਕੇ ਆਉਣੀ, ਫਿਰ 2 ਘੰਟੇ ਵਾਪਸ ਆਉਣਾ। ਉਹਦੇ ਵਿੱਚ ਮੈਮ ਨੈਟ ਨੂਟ ਦਾ ਇੰਨਾ ਜ਼ਿਆਦਾ ਟਾਈਮ ਹੀ ਨਹੀਂ ਮਿਲਦਾ, ਠੀਕ ਹੈ। ਹੱਡੀਆਂ ਬੰਦੇ ਦਾ ਨਾ ਵੀ ਹੋਰ ਗਰੋਸਰੀ ਲਿਆਉਣੀ ਹੈ, ਆਹ ਕਿਸ਼ਤ ਦੇਣੀ ਹੈ, ਦੁੱਧ ਦਾ ਖਰਚਾ ਦੇਣਾ, ਉਹ ਕਈ ਚੀਜ਼ਾਂ ਦੇ ਵਿੱਚ ਵਿਚਾਰਾ ਉਲਝਿਆ ਰਹਿੰਦਾ। ਇੰਸ਼ੋਰੈਂਸ ਦੇਣੀ ਹੈ, ਗੱਡੀ ਦੀ ਇੰਸ਼ੋਰੈਂਸ ਦੇਣੀ ਹੈ, ਘਰ ਦਾ ਟੈਕਸ ਦੇਣਾ। ਜਦੋਂ ਬੰਦਾ ਵਿਹਲਾ ਹੋਊਗਾ ਤਾਂ ਉਦੋਂ ਮੈਡਮ ਉਹ ਵਿਚਾਰਾ ਕਰੇ ਕੀ? ਉਹ ਫਿਰ ਕਿਸੇ ਲਈ ਲੜਨ ਦਾ ਬਹਾਨਾ ਭਾਲੂਗਾ।
ਜਿਹੜਾ ਕਹਿੰਦੇ ਨਾ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਮੈਨੂੰ ਤਰਸ ਆਉਂਦਾ ਇਹਨਾਂ ਤੇ ਵੀ ਇਹਨਾਂ ਨਾਲ ਮੈਂ ਗੁੱਸਾ ਵੀ ਨਹੀਂ ਕਰਦਾ। ਤੁਸੀਂ ਦੇਖੋ ਵੀ ਇਹਨਾਂ ਨੇ ਮਾੜਾ ਚੰਗਾ ਬੋਲਿਆ, ਗਾਲਾਂ ਕੱਢਣਗੇ, ਬਟ ਮੈਨੂੰ ਆਈ ਪਿਟੀ ਕਿ ਵੀਰ ਮੈਂ ਤੁਹਾਡਾ ਹਮਦਰਦ ਹਾਂ, ਕੋਈ ਗੱਲ ਨਹੀਂ ਵੀਰ, ਤੁਹਾਨੂੰ ਨਹੀਂ ਸਮਝ ਆ ਰਹੀ, ਮੇਰਾ ਕਸੂਰ ਨਹੀਂ ਹੈ, ਤੁਹਾਨੂੰ ਸਰਕਾਰਾਂ ਨੇ ਲੁੱਟਿਆ, ਤੁਹਾਡਾ ਗੁੱਸਾ ਕਲਾਕਾਰਾਂ ਤੇ ਨਿਕਲੂਗਾ, ਤੁਹਾਡਾ ਗੁੱਸਾ ਮੇਰੇ ਤੇ ਨਿਕਲ ਰਿਹਾ, ਕੱਢ ਲਓ। ਕਈ ਵਾਰੀ ਕਹਿੰਦੇ ਹੁੰਦੇ ਨਾ ਵੀ ਜੇ ਕਿਤੇ ਮਰਗਤ ਹੋ ਜੇ ਤੇ ਬੰਦਾ ਕਹਿੰਦਾ ਇਹਨੂੰ ਰਵਾ ਦਿਓ। ਮੈਂ ਕਹਿੰਦਾ ਜੇ ਮੈਨੂੰ ਗਾਲ ਕੱਢ ਕੇ ਤੁਹਾਡਾ ਗੁਬਾਰ ਨਿਕਲਦਾ, ਮੈਂ ਤੇ ਆਪਣੇ ਆਪ ਨੂੰ ਲੱਕੀ ਸਮਝਦਾ ਕਿ ਐਟਲੀਸਟ ਵੀ ਤੁਸੀਂ ਕਿਤੇ ਤਾਂ ਆਪਣਾ ਗੁੱਸਾ ਕੱਢਿਆ ਏ, ਨਹੀਂ ਤਾਂ ਤੁਸੀਂ ਹੋਰ ਪੁੱਠੇ ਰਾਹ ਜਾਣਾ ਸੀ। ਬਾਈ ਜੀ, ਹਾਰ ਕੇ ਨਸ਼ਿਆਂ 'ਚ ਨਾ ਪਿਓ, ਹਾਰ ਕੇ ਖੁਦਕੁਸ਼ੀ ਦਾ ਰਾਹ ਨਾ ਚੁਣਿਓ, ਹਾਰ ਕੇ ਕਿਸੇ ਨੂੰ ਵੀ ਆਪਣੇ ਮਾਂ-ਬਾਪ ਦੀ ਗੁੱਤ ਨਾ ਫੜਿਓ, ਰਾਈਟ? ਬਾਪੂ ਦੀ ਦਾੜੀ ਨਾ ਪੱਟਿਓ। ਬਾਪੂ ਪਹਿਲਾਂ ਹੀ ਵਿਚਾਰਾ, ਜੇ ਤੁਸੀਂ ਹਾਰ ਗਏ ਇਹਦਾ ਮਤਲਬ ਬਾਪੂ ਇੰਨਾ ਸਮਰੱਥ ਨਹੀਂ ਸੀ ਕਿ ਤੁਹਾਡੀਆਂ ਡਿਮਾਂਡਾਂ ਪੂਰੀਆਂ ਕਰ ਸਕਦਾ। ਸੋ ਬਹੁਤ ਗੱਲਾਂ ਨੇ ਕਿ these are above the mindset of many of the new youth, those who can't understand. ਜੀ ਸੋ ਮੈਨੂੰ ਲੱਗਦਾ ਤੁਹਾਡੀ ਬੇਟੀ ਆਈ ਸੀ ਛੋਟੀ ਜੀ। ਬੱਚੇ ਵੱਡੇ ਹੋ ਰਹੇ ਹੁਣ ਜੱਸੀ ਜੀ, ਜਦੋਂ ਤੁਸੀਂ ਓਬਵੀਅਸਲੀ ਸੋਸ਼ਲ ਮੀਡੀਆ ਹਰ ਕੋਈ ਯੂਜ਼ ਕਰਦਾ ਹੈ ਅੱਜ ਕੱਲ। ਤੁਹਾਡੀ ਮੈਨੂੰ ਲੱਗਦਾ ਦੋ ਬੇਟੀਆਂ ਹੈ ਕਿ ਇੱਕ ਬੇਟਾ ਬੇਟੀ ਹੈ? ਜਦੋਂ ਉਹ ਸੋਸ਼ਲ ਮੀਡੀਆ ਯੂਜ਼ ਕਰਦੇ ਆ ਔਰ ਜਦੋਂ ਆਪਣੇ ਫਾਦਰ ਸਾਹਿਬ ਲਈ ਇੰਨੀ ਨੈਗੇਟਿਵਿਟੀ ਦੇਖਦੇ ਆ, ਤੁਹਾਨੂੰ ਪੁੱਛਦੇ ਆ, ਸਵਾਲ ਕਰਦੇ ਆ ਉਹ ਕਿ ਪਾਪਾ ਇਦਾਂ ਕਿਉਂ ਤੁਹਾਨੂੰ ਕਿਹਾ ਜਾ ਰਿਹਾ ਹੈ? ਉਹ ਹਾਲੇ ਐਡੇ ਵੱਡੇ ਨਹੀਂ ਹੋਏ ਜੀ, ਤੇ ਮੈਂ ਦੂਰ ਰੱਖਿਆ ਹੋਇਆ ਥੋੜਾ ਉਹਨਾਂ ਨੂੰ ਸੋਸ਼ਲ ਮੀਡੀਆ ਜਾਂ ਮੋਬਾਈਲ ਗੇਮਾਂ ਤੋਂ ਵੀ। ਕੋਸ਼ਿਸ਼ ਕਰੀਦੀ ਹੈ ਵੀ ਉਹਨਾਂ ਨਾਲ ਟਾਈਮ ਪਾਸ ਕਰੀਏ। ਜੱਸੀ ਜੀ ਸਾਡੇ ਨਾਲ ਦੁਬਾਰਾ ਜਿਹੜਾ ਹੈ ਜੁੜਨਗੇ, ਗੱਲਬਾਤ ਕਰਾਂਗੇ। ਥੋੜੇ ਜਿਹੇ ਇਮੋਸ਼ਨਲ ਹੋ ਗਏ ਇਸ ਵੇਲੇ, ਕਿਉਂਕਿ ਸਕਰੀਨ ਤੇ ਚਾਹੇ ਬੰਦਾ ਕੁਝ ਵੀ ਹੋਵੇ ਪਰ ਨਿੱਜੀ ਜ਼ਿੰਦਗੀ ਵਿੱਚ ਉਸਦੇ ਬਹੁਤ ਸਾਰੇ ਚੀਜ਼ਾਂ ਨਾਲ ਉਹਦੇ ਜੁੜੀਆਂ ਹੁੰਦੀਆਂ ਔਰ ਬਹੁਤ ਕੁਝ ਹੁੰਦਾ ਹੈ ਨਿੱਜੀ ਜ਼ਿੰਦਗੀ ਦੇ ਵਿੱਚ। ਔਰ ਚਾਹੇ ਅਸੀਂ ਸੌਖਾ ਜਿਹਾ ਮਤਲਬ ਕੁਝ ਨਾ ਕੁਝ ਆਪਣੀ ਮਰਜ਼ੀ ਨਾਲ ਜੋ ਅਸੀਂ ਲਿਖ ਦਿੰਦੇ ਆ, ਉਹਦਾ ਪ੍ਰਭਾਵ ਸਾਨੂੰ ਨਹੀਂ ਪਤਾ ਹੁੰਦਾ ਕਿ ਅਗਲੇ ਬੰਦੇ ਤੇ ਕਿਸ ਤਰ੍ਹਾਂ ਪੈਂਦਾ ਹੈ, ਜਾਂ ਫਿਰ ਅਗਲੇ ਬੰਦੇ ਤੇ ਉਸਦੀ ਪਰਸਨਲ ਲਾਈਫ ਤੇ ਕੀ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੁੰਦੀਆਂ, ਕੀ ਬੀਤ ਰਿਹਾ ਹੁੰਦਾ। ਸੋ ਜੱਸੀ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ ਜੱਸੀ ਜੀ? ਜੀ ਅਸੀਂ ਗੱਲ ਕਰ ਸਕਦੇ ਹਾਂ, ਤੁਸੀਂ ਹੋ ਉਸ ਸਿਚੁਏਸ਼ਨ ਦੇ ਵਿੱਚ? ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ ਜੀ। ਹਾਂਜੀ, ਮੈਨੂੰ ਲੱਗਦਾ ਛੋਟੀ ਬੇਟੀ ਤੁਹਾਡੇ ਕੋਲ ਆਈ, ਤੁਸੀਂ ਇੱਕਦਮ ਇਮੋਸ਼ਨਲ ਹੋ ਗਏ। ਬਿਲਕੁਲ ਸਾਨੂੰ ਨਹੀਂ ਪਤਾ ਹੁੰਦਾ ਕਿ ਹੈ ਨਾ ਨਿੱਜੀ ਜ਼ਿੰਦਗੀ ਵਿੱਚ ਇਨਸਾਨ ਦੇ ਕੀ ਚੱਲ ਰਿਹਾ ਹੁੰਦਾ, ਕੀ ਬੀਤ ਰਿਹਾ ਹੁੰਦਾ, ਕਿਸ ਤਰ੍ਹਾਂ ਉਹ ਚੀਜ਼ਾਂ ਨੂੰ ਸੋਚਦਾ ਹੈ। ਸਕਰੀਨ ਤੇ ਕਈ ਵਾਰ ਅਸੀਂ ਬਹੁਤ ਬੋਲਡ ਹੋ ਜਾਂਦੇ ਆ, ਹੈ ਨਾ, ਪਰ ਨਿੱਜੀ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਕਮਜ਼ੋਰ ਹੁੰਦੇ ਆ। ਮੈਂ ਪੁੱਛੂੰਗੀ ਕਿ ਜੱਸੀ ਜਸਰਾਜ ਕਹਿੰਦੇ ਕਿ ਆਪਣਾ ਪਾਵਾ ਲੈ ਕੇ ਨਾਲ ਘੁੰਮਦੇ ਹੁੰਦੇ ਸੀ ਔਰ ਕਹਿੰਦੇ ਸੀ ਕਿ ਹਾਂ ਮਜ਼ਬੂਤ ਪਾਵਾ ਹੈ, ਕਿ ਇਹ ਪਾਵਾ ਅੰਦਰੋਂ ਮਤਲਬ ਕਮਜ਼ੋਰ ਵੀ ਹੈ? ਨਹੀਂ ਮੈਡਮ, ਆਪਣੇ ਅੱਖਾਂ ਚੋਂ ਹੰਝੂ ਆ ਜਾਣੇ ਕਮਜ਼ੋਰੀ ਨਹੀਂ ਹੁੰਦਾ, ਇਹ ਤਾਕਤ ਹੈ। ਜੇ ਤੁਸੀਂ ਦੇਖੋ ਨੇਚਰ ਹੈ, ਅਗਰ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ ਤੇ ਠੰਡੀ ਹਵਾ ਵੀ ਚੱਲਦੀ ਹੈ, ਨੇਚਰ ਹੈ, ਤੇ ਫਿਰ ਬੱਦਲ ਵੀ ਆਉਂਦੇ ਨੇ, ਨੇਚਰ ਹੈ, ਜਦੋਂ ਬਰਸਾਤ ਵੀ ਆਉਂਦੀ ਹੈ, ਨੇਚਰ ਹੈ। ਉਹਨੂੰ ਹਰ ਚੀਜ਼ ਦਾ ਆਨੰਦ ਲੈਣਾ ਚਾਹੀਦਾ। ਤੋ ਇਹ ਹੰਝੂ ਕਮਜ਼ੋਰੀ ਨਹੀਂ ਹੁੰਦੇ, ਹੰਝੂ ਤਾਕਤ ਹੁੰਦੇ। ਤੁਸੀਂ ਉਹ ਹੰਝੂਆਂ ਨੂੰ ਕਿਉਂ ਆਏ, ਉਹਦੇ ਪਿੱਛੇ ਰੀਜ਼ਨਸ ਹੁੰਦੀਆਂ ਨੇ, ਬਟ ਯੈਸ ਤੁਸੀਂ ਉਹਨਾਂ ਨੂੰ ਵੀ ਤਾਕਤ ਬਣਾਓ। ਇਸ ਮੌਸਮ ਦਾ ਆਨੰਦ ਲਓ। ਜਿਹੜੇ ਕਹਿੰਦੇ ਵੀ ਮਰਦ ਕਦੀ ਰੋਂਦੇ ਨਹੀਂ, ਮੈਂ ਕਹਿੰਦਾ ਫਿਰ ਉਹ ਮੂਰਖ ਨੇ, ਫਿਰ ਉਹ ਪੱਥਰ ਨੇ। ਜੇ ਤੁਹਾਡੇ ਤੁਸੀਂ ਮੌਸਮ ਦਾ ਆਨੰਦ ਹੀ ਨਹੀਂ ਲਿਆ, ਜੇ ਦਾਤੀ ਨੇ ਇਹ ਮੈਂ ਥੋੜੀ ਨਾ ਬਣਾਏ ਨੇ ਹੰਝੂ, ਇਹ ਉਹ ਰੱਬ ਨੇ ਸਾਡੇ ਅੰਦਰ ਫਿੱਟ ਕਰਕੇ ਭੇਜੇ ਨੇ। ਸੋ ਜੀ, ਇਟਸ ਬਟ ਆਬਵੀਅਸ ਆਈ ਲਵ ਮਾਈ ਡਾਟਰਸ। ਅਗਰ ਮੈਂ ਆਪਣੀਆਂ ਬੱਚੀਆਂ ਨੂੰ ਇੰਨਾ ਪਿਆਰ ਕਰਦਾ, ਤੁਸੀਂ ਇਹ ਸੋਚੋ ਵੀ ਜਿਨ੍ਹਾਂ ਪਿੱਛੇ 5 ਸਾਲ 6 ਸਾਲ ਮੈਂ ਆਪਣਾ ਬਿੱਕਰ ਬਾਈ ਤੋਂ ਬਾਅਦ ਫਿਲਮਾਂ ਛੱਡ ਕੇ, ਆਪਣੇ ਗਾਣੇ ਛੱਡ ਕੇ ਜਿਨ੍ਹਾਂ ਪਿੱਛੇ ਲੜਨ ਗਿਆ ਸੀ,
ਅਗਰ ਉਹਨਾਂ ਦੀਆਂ ਅੱਜ ਵੀ ਗਾਲਾਂ ਪੈਂਦੀਆਂ ਨੇ ਤੇ ਮੈਡਮ ਮੈਂ ਕਮਜ਼ੋਰ ਹੋਇਆ ਕਿ ਉਹ ਕਮਜ਼ੋਰ ਹੋਏ, ਕਿ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਕਿੱਥੇ ਹੈ, ਪਛਾਣ ਕਿੱਥੇ ਹੈ। ਆਈ ਨੈਵਰ ਬੀ, ਆਈ ਵਿਲ ਨੈਵਰ ਬੀ ਵੀ। ਕਦੀ ਰਿਗਰੈਟ ਹੋਇਆ ਜੋ ਵੀ ਮਤਲਬ ਤੁਸੀਂ ਡਿਸੀਜਨਸ ਲਏ ਆਪਣੀ ਲਾਈਫ ਦੇ, ਕਦੀ ਰਿਗਰੈਟ ਹੋਇਆ ਕਿ ਮੈਂ ਮੇਰਾ ਇਹ ਡਿਸੀਜਨ ਗਲਤ ਗਿਆ ਜਾਂ ਮੈਨੂੰ ਇਹ ਡਿਸੀਜਨ ਲੈਣਾ ਨਹੀਂ ਚਾਹੀਦਾ ਸੀ? ਨਹੀਂ ਮੈਡਮ, ਵੀ ਜੋ ਕਰਾਇਆ ਉਹਦੇ ਭਾਣੇ 'ਚ ਹੈ, ਤੇਰਾ ਭਾਣਾ ਮਿੱਠਾ ਚਾਹੇ ਲੱਗ ਜਿੰਨਾ ਗਿਆ। ਮਰਜ਼ੀ ਸਫਰ ਹੋਣਾ ਪਿਆ ਹੋ ਤੁਹਾਨੂੰ? ਮੈਡਮ ਰਿਗਰੈਟ ਸਿਰਫ ਇਹ ਹੈ ਵੀ ਜਿਹੜੀ ਆ ਬੇਟੀ ਆਈ ਸੀ, ਇਹ ਇਹਨਾਂ ਦਾ ਬਚਪਨ ਨਹੀਂ ਮੇਰੇ ਨਾਲ ਬੀਤਿਆ, ਤੇ ਇਸ ਕਰਕੇ ਰਿਗਰੈਟ ਹੈ। ਹੋਰ ਜਿਹੜੇ ਡਿਸੀਜਨ ਲਏ ਉਹ ਭਾਣੇ 'ਚ ਸੀਗੇ, ਇਹ ਵੀ ਇਹਨਾਂ ਦੀ ਦੂਰੀ ਤੇ ਉਹ ਵੀ ਭਾਣੇ 'ਚ ਹੈ, ਪਰ ਉਹ ਔਖਾ ਲੱਗਦਾ ਉਹਨੂੰ ਮੰਨਣਾ। ਬਟ ਐਨੀਵੇਜ਼ ਵੀ ਦਿਸ ਮੇਕਸ ਮੀ ਸਟਰੋਂਗ, ਮਾਈ ਡਾਟਰਸ ਆਰ ਮਾਈ ਸਟਰੈਂਥ। ਤੇ ਜਦੋਂ ਇਹ ਪੈਦਾ ਹੋਈ ਸੀ ਇੱਥੇ ਜੀ ਕੈਨੇਡਾ 'ਚ ਵਿਨੀਪੈਗ ਦੇ ਵਿੱਚ, ਤੇ ਮੈਂ ਉਦੋਂ ਵੀ ਲਾਈਵ ਹੋਇਆ ਸੀਗਾ, ਤੇ ਪੈਦਾ ਹੋਣ ਤੋਂ ਬਾਅਦ ਅਸੀਂ ਹਸਪੀਟਲ ਤੋਂ ਲਾਈਵ ਕੀਤਾ ਸੀਗਾ। ਤੇ ਮੈਂ ਕਿਹਾ ਸੀ ਲੋਕਾਂ ਨੂੰ, ਪੈਦਾ ਹੋਣ ਤੋਂ ਪਹਿਲਾਂ ਵੀ ਲਾਈਵ ਹੋਏ ਸੀ ਮੈਂ ਤੇ ਮੇਰੀ ਵਾਈਫ, ਅਸੀਂ ਉਦੋਂ ਕਿਹਾ ਸੀਗਾ ਵੀ ਆਪਣੇ ਵੀ ਦੇਖੋ ਸਾਨੂੰ ਪਤਾ ਹੈ, ਕਿਉਂਕਿ ਇੱਥੇ ਦੱਸ ਦਿੰਦੇ ਆ ਵੀ ਮਾਂ ਦੀ ਕੁੜੀ ਹੈ, ਇੱਕ ਮੁੰਡਾ, ਸਾਨੂੰ ਪਤਾ ਸੀ। ਸਾਡੇ ਕੋਲ ਇੱਕ ਬੇਟੀ ਹੈਗੀ ਹੈ, ਦੂਜੀ ਉਹਨਾਂ ਨੇ ਕਿਹਾ ਕੁੜੀ ਹੈ। ਮੈਂ ਕਿਹਾ ਕੋਈ ਗੱਲ ਨਹੀਂ। ਤੋ ਮੈਨੂੰ ਲੋਕ ਫੋਲੋ ਕਰਦੇ ਸੀ, ਉਦੋਂ ਮੈਂ ਸਿਆਸਤ ਵਿੱਚ ਨਹੀਂ ਸੀ, ਨਹੀਂ ਉਦੋਂ ਸਿਆਸਤ ਵਿੱਚ ਤਾਂ ਸੀਗਾ, ਇੱਕ ਇਲੈਕਸ਼ਨ ਤਾਂ ਲੜ ਚੁੱਕਿਆ ਸੀ, ਬਟ ਉਦੋਂ ਮੈਂ ਕਿਹਾ ਜਿਸ ਵੀ ਸਾਨੂੰ ਲੋਕ ਫੋਲੋ ਕਰਦੇ ਆ, ਤੇ ਉਦੋਂ ਪੂਰੇ ਵਰਲਡ ਦੇ ਵਿੱਚ ਲੋਕ ਸੁਣਦੇ ਸੀ, ਇੱਕੋ ਦਿਨ 'ਚ 3-3 ਲੱਖ ਵਿਊ ਹੋ ਜਾਂਦੇ ਸੀ ਜਦੋਂ ਲਾਈਵ ਹੁੰਦੇ ਸੀ। ਤਾਂ ਮੈਂ ਕਿਹਾ ਲੈਟਸ ਗਿਵ ਅ ਪੋਜ਼ਿਟਿਵਿਟੀ, ਵੀ ਕਈ ਬੰਦੇ ਕੁੱਖਾਂ 'ਚ ਧੀਆਂ ਮਾਰਨੀਆਂ ਛੱਡ ਦੇਣਗੇ। ਮੈਂ ਤੇ ਮੇਰੀ ਵਾਈਫ ਲਾਈਵ ਹੋ ਕੇ ਦੱਸਿਆ ਕਿ ਸਾਨੂੰ ਪਤਾ ਸਾਡੇ ਕੋਲ ਇੱਕ ਬੇਟੀ ਹੈ, ਦੂਜੀ ਵੀ ਕੁੱਖ 'ਚ ਬੇਟੀ ਹੈ, ਪਰ ਅਸੀਂ ਕੋਈ ਇਹਦਾ ਭਰੂਣ ਹੱਤਿਆ ਨਹੀਂ ਕਰ ਰਹੇ। ਲੋਕੀ ਕੀ ਹੈ, ਪਹਿਲਾਂ ਹੀ ਕਿਆਸ ਰਾਈਆਂ ਲਾ ਕੇ ਇਹ ਵੱਡੀ ਹੋਊਗੀ, ਇਹ ਜਵਾਨ ਹੋਊਗੀ, ਇਹਦਾ ਏਦਾਂ ਨਾ ਹੋ ਜਾਏ, ਉਹਦਾ ਪਹਿਲਾਂ ਹੀ ਵਿਚਾਰੀ ਦਾ ਫਿਊਚਰ 20 ਸਾਲ 18 ਸਾਲ 15 ਸਾਲ ਤੋਂ ਬਾਅਦ ਦਾ ਲਿਖ ਦਿੰਦੇ ਆ ਵੀ ਸਾਡਾ ਵੀ ਕਲੰਕ ਲੱਗ ਜੂਗਾ, ਤੇ ਉਹ ਭਰੂਣ ਹੱਤਿਆ ਕਰ ਦਿੰਦੇ ਆ। ਮੈਡਮ ਮੈਂ ਉਦੋਂ ਵੀ ਲੋਕਾਂ ਨੂੰ ਪੋਜ਼ਿਟਿਵਿਟੀ ਦਿੱਤੀ ਸੀ ਕਿ ਨਹੀਂ, ਧੀ ਨਹੀਂ ਮਾਰਨੀ ਯਾਰ, ਰੱਬ ਨੇ ਜੋ ਦਿੱਤਾ ਉਹਨੂੰ ਮਨਜ਼ੂਰ ਮੰਨੋ, ਕਿਹੜੇ ਹੋ ਕੇ ਕਹੋ ਮੇਰੀ ਧੀ ਮੇਰੀ ਤਾਕਤ ਹੈ। ਤੇ ਫਿਰ ਉਸ ਤੋਂ ਬਾਅਦ ਜਦੋਂ ਪੈਦਾ ਹੋ ਗਈ, ਅਸੀਂ ਉਦੋਂ ਵੀ ਹਸਪੀਟਲ ਤੋਂ ਲਾਈਵ ਹੋਏ, ਤੇ ਤੁਸੀਂ ਮੰਨੋਗੇ ਮੈਂ ਪੂਰੇ ਵਿਨੀਪੈਗ ਦੇ ਵਿੱਚ ਇੱਥੇ ਨਗਰ ਕੀਰਤਨ ਨਿਕਲਦਾ ਜੀ, ਅਸੀਂ ਮਿਲਾਦਾ 3 ਤੋਂ 5 ਕੁਇੰਟਲ ਲੱਡੂ ਬਣੇ ਹੋਣੇ, ਮੈਨੂੰ ਕੁਇੰਟਲਾਂ 'ਚ ਤੋਲੇ ਤਾਂ ਹੈ ਨਹੀਂ ਜੀ। ਕੋਸ਼ਿਸ਼ ਕੀਤੀ ਸੀ ਵੀ ਜਿੰਨੇ ਲੋਕ ਉੱਥੇ ਆਉਣਗੇ ਉਹਨਾਂ ਸਭ ਨੂੰ ਲੱਡੂ ਖਵਾਉਣੇ, ਤੇ ਵਿਨੀਪੈਗ ਦੇ ਇੱਕ ਗੁਰੂ ਘਰ ਦੇ ਵਿੱਚ ਲੱਡੂ ਬਣਾ ਕੇ, ਜਿੱਥੇ ਸਾਡੇ ਸਹਿਯੋਗੀਆਂ ਨੇ ਗੁਰੂ ਘਰ ਨੇ ਸਾਥ ਦਿੱਤਾ, ਤੇ ਅਸੀਂ ਆਪਣਾ ਦਸਵੰਧ ਕੱਢਿਆ, ਤੇ ਕੱਢ ਕੇ ਮੈਡਮ ਪੂਰੇ ਵਿਨੀਪੈਗ 'ਚ ਲੱਡੂ ਵੰਡੇ ਸੀ ਵੀ ਹਰ ਕਿਸੇ ਨੂੰ, ਸੋ ਦੈਟ ਹਰ ਉਦੋਂ ਕਈ ਬੰਦਿਆਂ ਦੇ ਸਾਨੂੰ ਮੈਸੇਜ ਆਏ ਕਿ ਮੈਂ ਉਦੋਂ ਪੇਜ ਵੀ ਸੀਗਾ ਪ੍ਰਾਊਡ ਟੂ ਹੈਵ ਅ ਡਾਟਰ, ਤੇ ਕਈ ਲੋਕਾਂ ਨੇ ਕਿਹਾ ਬਾਈ ਜੀ ਅਸੀਂ ਧੀ ਦਾ ਕਤਲ ਕਰਨ ਚੱਲੇ ਸੀ, ਤੇ ਕੋਈ ਲੇਡੀ ਕਹਿੰਦੀ ਵੀਰੇ ਵੀ ਤੇਰੇ ਵੀਡੀਓ ਨੇ ਮੈਨੂੰ ਅਡਿੱਗ ਕੀਤਾ ਵੀ ਡਰਨਾ ਨਹੀਂ, ਨਾ ਸੱਸ ਤੋਂ ਨਾ ਪਤੀ ਤੋਂ, ਮੈਂ ਧੀ ਜੰਮਣੀ ਹੈ ਤਾਂ ਧੀ ਜੰਮਣੀ ਹੈ, ਜੇ ਹੋਊਗੀ ਤਾਂ ਹੋਊਗੀ। ਤਾਂ ਉਦੋਂ ਆਪਣੇ ਜਿਹੜੇ ਕਈਆਂ ਨੂੰ ਕਹਿੰਦੀਆਂ ਸੀਗੀਆਂ ਸੱਸਾਂ ਵੀ ਤੇਰਾ ਟੈਸਟ ਕਰਾਉਣਾ ਆ, ਉਹ ਕਹਿੰਦੀ ਮੈਂ ਕਹਿਤਾ ਵੀ ਨਹੀਂ ਮੈਂ ਨਹੀਂ ਕਰਾਉਣਾ, ਜੋ ਹੋਊਗਾ ਰੱਬ ਦੇ ਭਾਣੇ 'ਚ ਹੋਊਗਾ, ਵੀ ਸੱਸ ਮੇਰੀ ਮੁੰਡਾ ਮੰਗਦੀ ਸੀ। ਸੋ ਇਹ ਬਹੁਤ ਵੱਡੀਆਂ ਗੱਲਾਂ ਨੇ, ਲੋਕਾਂ ਨੂੰ ਵਿਚਾਰੇ ਜਿਹੜੇ ਅੱਜ ਦਾ ਯੂਥ ਹੈ ਜਿਹੜਾ ਗਾਲਾਂ ਕੱਢਦਾ, ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਇਹ ਵਿਚਾਰੇ ਇਹਨਾਂ ਪਤਾ ਕੀ ਹੈ, ਇਹ ਪਾਣੀ ਉੱਤੇ ਤੇਲ ਤੈਰਦਾ ਨਾ, ਇਹ ਉਦਾਂ ਤੈਰਦੇ ਰਹਿੰਦੇ ਆ, ਇਹਨਾਂ ਨੂੰ ਵਿਚਾਰਿਆਂ ਨੂੰ ਅੰਦਰ ਜਾ ਕੇ ਪਤਾ ਨਹੀਂ ਲੱਗਦਾ। ਸੋ ਇਹਨਾਂ ਨਾਲ ਗੁੱਸਾ ਕਾਹਦਾ। ਜੱਸੀ ਜੀ ਆਖਿਰ ਦੇ ਵਿੱਚ ਤਾਂ ਮੈਂ ਇਹ ਕਹੂੰਗੀ ਕਿ ਇੰਟਰਨੈਸ਼ਨਲ ਵਿਲੇਜਰ 2 ਜਿਹੜੀ ਹੈ ਰਿਲੀਜ਼ ਹੋਣ ਵਾਲੀ ਆ, ਬਹੁਤ ਤਿੱਖੀਆਂ ਗੱਲਾਂ ਓਬਵੀਅਸਲੀ ਤੁਸੀਂ ਉਹਦੇ ਵਿੱਚ ਕੀਤੀਆਂ ਹੋਣਗੀਆਂ, ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਜਾਂਦੇ ਜਾਂਦੇ ਉਸ ਚੀਜ਼ ਦੇ ਲਈ? ਦੇਖੋ ਤੁਹਾਨੂੰ ਇਹ ਕਹੂੰਗਾ ਵੀ ਜਦੋਂ ਤੱਕ ਕੋਈ ਚੀਜ਼ ਦੇਖ ਨਹੀਂ ਲੈਂਦੇ ਉਸ ਤੋਂ ਪਹਿਲਾਂ ਆਪਣੀ ਰਾਏ ਨਾ ਬਣਾਇਆ ਕਰੋ, ਪਹਿਲੀ ਗੱਲ, ਠੀਕ ਹੈ। ਜੇ ਤੁਸੀਂ ਪਹਿਲਾਂ ਰਾਏ ਬਣਾ ਲਓਗੇ, ਜੇ ਬਾਅਦ 'ਚ ਤੁਹਾਨੂੰ ਚੰਗੀ ਲੱਗ ਗਈ ਤਾਂ ਤੁਹਾਡੇ ਹੱਥ ਤੋਂ ਲਿਖੀ ਹੋਈ ਮੂੰਹ ਤੋਂ ਨਿਕਲੀ ਗਾਲ ਉਹ ਵਾਪਸ ਹੋ ਜੂਗੀ। ਫਿਰ ਪਿਛਲੀ ਵਾਰ ਵੀ ਨੈਸ਼ਨਲ ਵਿਲੇਜਰ ਜਦੋਂ ਆਇਆ ਸੀ ਬਹੁਤ ਗਾਲਾਂ ਆਈਆਂ ਸੀ, ਤੇ ਬਾਅਦ 'ਚ ਲੋਕਾਂ ਨੇ ਦਾਰੂਆਂ ਪੀ ਮਾਫੀਆਂ ਮੰਗੀਆਂ ਵੀ ਯਾਰ ਬਾਈ ਤੈਨੂੰ ਮਾੜਾ ਕਹਿ ਹੋ ਗਿਆ ਯਾਰ, ਤੂੰ ਤਾਂ ਪੰਜਾਬ ਦਾ ਭਲਾ ਮੰਗਦਾ ਸੀ। ਕਈ ਬੰਦਿਆਂ ਨੇ ਫਿਰ ਏਅਰਪੋਰਟਾਂ ਤੇ ਰੋਕ ਕੇ ਮੈਡਮ ਆਪਣੇ ਗਲ 'ਚੋਂ ਲਾ ਕੇ ਸੋਨੇ ਦੀ ਚੇਨ ਵੀ ਪਾਈ ਕਿ ਬਾਈ ਮੈਂ ਮਾਫੀ ਮੰਗਦਾ ਤੇ ਤੋਂ ਯਾਰ, ਵੀ ਮੈਂ ਤੇਰੇ ਬਾਰੇ ਉਦੋਂ ਮੰਦਾ ਬੋਲ ਬੈਠਿਆ, ਅਸੀਂ ਤੇਰਾ ਅੰਦਰ ਨਹੀਂ ਸੀ ਪੜਿਆ। ਤਾਂ ਐਸਾ ਟਾਈਮ
ਹੁਣ ਵੀ ਆ ਨੈਸ਼ਨਲ ਵਿਲੇਜਰ 2 ਦੇਖਣ ਤੋਂ ਬਾਅਦ ਮੈਨੂੰ ਤਾਂ ਪਤਾ ਹੈ ਬਿਕੋਜ਼ ਸਾਨੂੰ ਪਤਾ ਅਸੀਂ ਕੀ ਬਣਾਇਆ। ਜਦੋਂ ਰਿਜ਼ਲਟ ਆਉਣਾ ਤਾਂ ਹੋ ਸਕਦਾ ਜਿਹਨੂੰ ਇਹ ਡਿਫੈਂਡ ਕਰਦੇ ਨੇ ਗਾਲਾਂ ਕੱਢਣ ਵਾਲੇ, ਹੋ ਸਕਦਾ ਉਹੀ ਗਾਣਾ ਸ਼ੇਅਰ ਕਰਦੇ, ਹੋ ਸਕਦਾ ਉਹਨੂੰ ਹੀ ਪਤਾ ਲੱਗ ਜੇ ਵੀ ਯਾਰ ਵੀ ਚਾਨਣ ਹੋ ਗਿਆ ਵੀਰੇ। ਇਹ ਵੈਸੇ ਬਹੁਤ ਵੱਡੀ ਉਮੀਦ ਹੈ ਮੇਰੀ, ਪਰ ਮੈਂ ਹੋ ਸਕਦਾ ਮੈਂ ਐਨੀਥਿੰਗ ਇਜ਼ ਪੋਸੀਬਲ ਕਿ ਅਗਲੇ ਨੂੰ ਐ ਲੱਗੇ ਯਾਰ ਵੀ ਇੱਥੇ ਤੱਕ ਤਾਂ ਮੈਂ ਵੀ ਨਹੀਂ ਵਿਕਸਿਤ ਹੋਇਆ ਹਲੇ। ਜਿਵੇਂ ਭਰੂਣ ਚ ਹੁੰਦਾ ਨਾ ਮੈਡਮ, ਪਹਿਲਾਂ ਥੋੜਾ ਥੋੜਾ ਕੋਈ ਅੰਗ ਉੱਗਦਾ, ਫਿਰ ਦੂਜਾ ਉੱਗਦਾ, ਤੀਜਾ, ਏਦਾਂ ਹੀ ਆਪਾਂ ਆਰਟਿਸਟਿਕਲੀ ਗਰੋ ਕਰਦੇ ਆ। ਤੇ ਯੂ ਨੈਵਰ ਨੋ ਐਂਡ ਆਈ ਨੋ ਕਿ ਜਿਹੜੀ ਸੁਚੱਜੀ ਆਡੀਅנס ਹੈ, ਜਿਹੜੀ ਜੱਸੀ ਜਸਰਾਜ ਦੀ ਕਲਮ ਨੂੰ ਪਸੰਦ ਕਰਦੀ ਹੈ, ਤੇ ਜਿਨ੍ਹਾਂ ਨੇ ਸਾਡੇ ਕੈਰੈਕਟਰ ਨੂੰ ਆਰਟਿਸਟ ਦੇ ਰੂਪ ਚ ਵੀ ਤੇ ਫਿਲਮਾਂ ਦੇ ਰੂਪ ਚ ਵੀ ਤੇ ਉਸ ਤੋਂ ਬਾਅਦ ਪੋਲੀਟੀਸ਼ੀਅਨ ਦੇ ਰੂਪ ਚ ਵੀ ਜਿਨ੍ਹਾਂ ਨੇ ਦੇਖਿਆ, ਜਿਨ੍ਹਾਂ ਨੂੰ ਪਤਾ ਵੀ ਬੰਦਾ ਸੱਚਾ ਅਡਿੱਗ ਹੈ, ਅਡੋਲ ਹੈ ਤੇ ਵਿਕਾਊ ਨਹੀਂ ਹੈ, ਗੱਦਾਰ ਨਹੀਂ ਹੈ, ਹਾਂ ਜਜ਼ਬਾਤੀ ਜ਼ਰੂਰ ਹੈ। ਤੇ ਉਹਨਾਂ ਲੋਕਾਂ ਨੂੰ ਪਤਾ ਕਿ ਯੈਸ ਵੀ ਸਟੈਂਡ ਬਾਈ ਯੂ ਐਂਡ ਮੈਂ ਉਹਨਾਂ ਦੀ ਪਿੱਠ ਨਹੀਂ ਲੱਗਣ ਦਊਂਗਾ। ਤੇ ਬਹੁਤ ਲੋਕ ਜਿਹੜੇ ਨਵੇਂ ਆ ਸਾਡੇ ਨਾਲ ਉਹ ਵੀ ਜੁੜਨਗੇ ਇਸ ਗਾਣੇ ਦੇ ਆਉਣ ਤੋਂ ਬਾਅਦ। ਤੋਂ ਚੜ੍ਹਦੀ ਕਲਾ ਹੋਊਗੀ ਜੀ, ਸਾਨੂੰ ਤਾਂ ਦਿਖ ਰਹੀ ਹੈ। ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਜੱਸੀ ਜਸਰਾਜ ਦੀ, ਔਰ ਇੰਟਰਨੈਸ਼ਨਲ ਵਿਲੇਜਰ 2 ਜਿਹੜੀ ਹੈ ਉਹ 18 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਔਰ ਓਬਵੀਅਸਲੀ ਜੋ ਤੁਹਾਡੇ ਸਵਾਲ ਹੋਣਗੇ ਇਸ ਵੇਲੇ, ਉਹ ਜੋ ਤੁਸੀਂ ਕਮੈਂਟਸ ਵਿੱਚ ਵੀ ਲਿਖ ਰਹੇ ਹੋ, ਸ਼ਾਇਦ ਉਹ ਦੇਖਣ ਤੋਂ ਬਾਅਦ ਤੁਹਾਡਾ ਪਰਸੈਪਸ਼ਨ ਜਿਹੜਾ ਹੈ ਚੇਂਜ ਹੋ ਜਾਵੇ, ਜਾਂ ਜੋ ਵੀ ਤੁਹਾਡੇ ਕਮੈਂਟਸ ਹੋਣਗੇ ਤੁਸੀਂ ਓਬਵੀਅਸਲੀ ਉਹਦਾ ਆਪਣੀ ਫੀਡਬੈਕ ਦੇ ਹੀ ਦੇਵੋਗੇ। ਬਟ ਫਿਲਹਾਲ ਜਗਬਾਣੀ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਸੀ, ਔਰ ਅੱਗੇ ਵੀ ਜੁੜੇ ਰਹੋ। ਦੇਸ਼ੋ ਦੁਨੀਆ ਦੀ ਹਰ ਤਾਜ਼ਾ ਖਬਰ ਤੁਹਾਨੂੰ ਜਗਬਾਣੀ ਟੀਵੀ ਦੇ ਰਾਹੀਂ ਮਿਲਦੀ ਰਹੇਗੀ, ਔਰ ਐਂਟਰਟੇਨਮੈਂਟ ਦੀ ਹਰ ਖਬਰ ਤੁਹਾਨੂੰ ਬਾਲੀਵੁੱਡ ਤੜਕਾ ਪੰਜਾਬੀ ਦੇ ਰਾਹੀਂ ਮਿਲਦੀ ਰਹੇਗੀ। ਸੋ ਤੁਸੀਂ ਬਿਲਕੁਲ ਜੁੜੇ ਰਹੋ। ਔਰ ਹੁਣ ਯਾਨੀ ਕਿ ਮੈਨੂੰ ਯਾਨੀ ਕਿ ਨੇਹਾ ਮਨਹਾਸ ਨੂੰ ਹੁਣ ਤੁਸੀਂ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।